ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਭਖ ਦੇ ਮੁੱਦੇ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਸ਼ਾਮ ਨੂੰ 8:30 ਤੋਂ 9:30 ਵਜੇ ਤੱਕ ਹੁੰਦਾ ਜੀ। ਤੇ ਅੱਜ ਥਰਸਡੇ ਆ, ਕੱਲ ਨੂੰ ਫਰਾਈਡੇ ਦਾ ਪ੍ਰੋਗਰਾਮ ਜਿਹੜਾ ਭਾਈ ਦਲਬੀਰ ਸਿੰਘ ਜੀ ਨਿੱਜਰ ਲੈ ਕੇ ਆਉਂਦੇ ਨੇ ਤੁਹਾਡੇ ਨਾਲ। ਤੇ ਅੱਜ ਤੱਕ ਮੇਰੇ ਨਾਲ ਹੁੰਦੇ ਜੀ ਢਿੱਲੋਂ ਸਾਹਿਬ ਹੋਣੀ, ਤੇ ਗੱਲਬਾਤ ਕਰੀ ਜੀਏ ਦੇਸ਼ ਵਿਦੇਸ਼ ਦੀਆਂ ਸਾਰੀਆਂ ਗੱਲਾਂ ਬਾਤਾਂ ਕਰੀ ਦੀਆਂ, ਕੀ ਕੁਛ ਘੱਟ ਵਾਪਰ ਰਿਹਾ ਆ। ਤੇ ਸਭ ਤੋਂ ਪਹਿਲਾਂ ਆਪਾਂ ਇਸ ਟਾਈਮ ਬਠਿੰਡੇ ਪਹੁੰਚਦੇ ਹਾਂ ਜੀ। ਢਿੱਲੋਂ ਸਾਹਿਬ ਹੋਣਾ ਦਾ ਸਵਾਗਤ ਕਰਦੇ ਜੀ। ਢਿੱਲੋਂ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਆਪਾਂ ਕਰੋਨਾ ਦੀ ਗੱਲਬਾਤ ਕਰਦੇ ਹਾਂ, ਜਿਹਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਿਆ ਹੋਇਆ। ਅਮਰੀਕਾ ਚਾਈਨਾ ਤੋਂ ਸ਼ੁਰੂ ਹੋਇਆ, ਅਮਰੀਕਾ ਦੇ ਵਿੱਚ ਸਭ ਤੋਂ ਵੱਧ ਪ੍ਰਕੋਪ ਰਿਹਾ ਜੀ। ਉਸ ਤੋਂ ਬਾਅਦ ਬ੍ਰਾਜ਼ੀਲ ਦੇ ਵਿੱਚ ਬਚਿਆ ਕੋਈ ਵੀ ਨਹੀਂ, ਸਾਡਾ ਦੇਸ਼ ਕੈਨੇਡਾ ਵੀ ਨਹੀਂ ਬਚਿਆ। ਇੱਥੇ ਵੀ ਹਾਲੇ ਸਾਡੇ ਵੀ ਲੋਕਡਾਊਨ ਲੱਗਿਆ ਹੋਇਆ, ਮੌਂਟਰੀਅਲ 'ਚ ਕਰਫਿਊ ਲੱਗਿਆ ਹੋਇਆ। ਹਰ ਇੱਕ ਬੰਦਾ ਸਦਕੇ ਦੇ ਵਿੱਚ ਆ। ਪਰ ਭਾਰਤ ਦੇ ਵਿੱਚ ਜਿਹੜਾ ਜੋ ਕੁਛ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਆ, ਉਹਨੂੰ ਕਰਨਾ ਚਾਹੀਦਾ ਸੀ। ਸਰਕਾਰਾਂ ਨੂੰ ਜਿਹੜੇ ਛੋਛੇ ਬਿਆਨ ਦੇਣੇ, ਅਵਾ ਤਵਾ ਬੋਲੀ ਜਾਣਾ, ਵੱਡੇ ਵੱਡੇ ਭਾਸ਼ਣ ਚਾੜੀ ਜਾਣੇ, ਉਹਦੇ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ। ਉਹਦੇ ਨਾਲ ਮੈਡੀਸਨ ਨਹੀਂ ਮਿਲਦੀ, ਉਹਦੇ ਨਾਲ ਜਿਹੜੇ ਆਕਸੀਜਨ ਨਹੀਂ ਮਿਲਦੀ, ਉਹਦੇ ਨਾਲ ਬੈੱਡ ਨਹੀਂ ਮਿਲਦੇ ਹਸਪਤਾਲਾਂ ਦੇ ਵਿੱਚ। ਜਿਹੜਾ ਕੰਮ ਕਰਨਾ ਚਾਹੀਦਾ, 135 ਕਰੋੜ ਦੀ ਪਾਪੂਲੇਸ਼ਨ ਵਾਲਾ ਦੇਸ਼ ਆ। ਅਨੁਸ਼ਾਸਨਹੀਣਤਾ ਹੋਣੀ, ਲਿਆਕਤ ਹੋਣੀ, ਮਿੱਠਾ ਬੋਲ ਲੈਣਾ, ਵੱਡੇ ਵੱਡੇ ਭਾਸ਼ਣ ਕਿਆ ਕਰ ਦੇਣੇ, ਭਾਈਓ ਬਹਿਨੋ ਕਹਿ ਦੇਣਾ, ਇਹਦੇ ਨਾਲ ਕੋਈ ਬਹੁਤ ਵੱਡਾ ਨਹੀਂ ਬਣ ਜਾਂਦਾ। ਇਸ ਟਾਈਮ ਭਾਰਤ ਦੇ ਵਿੱਚ ਕਰੋਨਾ ਦਾ ਪੂਰਾ ਪ੍ਰਕੋਪ ਆ। ਪਰ ਇਹਦੇ ਨਾਲ ਜਿਹੜਾ ਇੰਟਰਨੈਸ਼ਨਲ ਮੀਡੀਆ ਆ, ਫਰਾਂਸ ਦੇ ਅਖਬਾਰਾਂ ਨੇ ਵੀ, ਹੋਰ ਵੀ ਬੜੇ ਮੀਡੀਆ ਨੇ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੰਗਾ ਖਿਚਾਈ ਕੀਤੀ ਆ ਜੀ। ਕਈਆਂ ਨੇ ਹੋਸ਼ੇ ਤੱਕ ਕਹਿ ਦਿੱਤਾ ਜੀ, ਕਈਆਂ ਨੇ ਟਰੰਪ ਦੇ ਨਾਲ ਮਿਲਾ ਦਿੱਤਾ, ਕਈਆਂ ਨੇ ਕਹਿ ਦਿੱਤਾ ਜੀ ਬੇਵਕੂਫ ਪ੍ਰਧਾਨ ਮੰਤਰੀ ਕਹਿ ਸਕਦੇ ਆ। ਜੋ ਕੰਮ ਟਰੰਪ ਕਰਦਾ ਰਿਹਾ ਉਹੀ ਕੰਮ ਨਰਿੰਦਰ ਮੋਦੀ ਕਰ ਰਿਹਾ। ਬਿਲਕੁਲ ਹੋਸ਼ਾ ਪ੍ਰਧਾਨ ਮੰਤਰੀ ਆ। ਇਹਨੂੰ ਇਹ ਨਹੀਂ ਪਤਾ ਵੀ ਸਾਡੇ ਦੇਸ਼ ਦਾ ਬਣ ਕੀ ਰਿਹਾ, ਕਿੱਦਾਂ ਦਾ ਤਾਣਾ ਬਾਣਾ ਆ, ਕਿੱਦਾਂ ਦਾ ਘਟ ਵਾਪਰ ਰਿਹਾ ਆ, ਲੋਕਾਂ ਨੂੰ ਅਸੀਂ ਬਚਾਉਣਾ ਕਿੱਦਾਂ ਆ। ਨਾ ਹੀ ਤਾਂ ਪ੍ਰਧਾਨ ਮੰਤਰੀ ਦੇ ਸਿਰ ਦੇ ਉੱਤੇ ਐਡਾ ਵੱਡਾ ਤੌੜੇ ਜਿੱਡਾ ਸਿਰ ਆ, ਉਹਦਾ ਵੀ ਤਾਂ ਅਮਿਤ ਸ਼ਾਹ ਦਾ ਵੀ ਤਾਂ ਦਿਮਾਗ ਲੋ ਪੂਰੇ ਖਾਲੀ, ਪੁੱਠੇ ਬੰਨੇ ਨੂੰ ਪੂਰਾ ਚੱਲਦਾ। ਪਰ ਲੋਕਾਂ ਵਾਸਤੇ, ਗਰੀਬੀ ਵਾਸਤੇ, ਸੱਭਿਆਚਾਰ ਵਾਸਤੇ, ਦੇਸ਼ ਨੂੰ ਬਚਾਉਣ ਵਾਸਤੇ, ਸੰਸਕ੍ਰਿਤੀ ਵਾਸਤੇ ਕੱਖ ਨਹੀਂ ਆਉਂਦਾ। ਕਿਸੇ ਨੂੰ ਰੁਜ਼ਗਾਰ ਨਹੀਂ ਮਿਲਦਾ, ਭੁੱਖਮਰੀ ਆ। ਕਰੋਨਾ ਨੇ ਇੰਨਾ ਜ਼ਿਆਦਾ ਕਤਲੇਆਮ ਮਚਾਇਆ ਹੋਇਆ, ਇੰਨੀ ਸ਼ਾਇਦ ਵਿਸ਼ਵ ਯੁੱਧ ਦੇ ਵਿੱਚ ਨੁਕਸਾਨ ਨਹੀਂ ਹੋਇਆ ਹੋਣਾ ਜਿੰਨਾ ਭਾਰਤ ਨੇ ਹੁਣ ਨੁਕਸਾਨ ਕਰ ਦੇਣਾ। ਭਾਰਤ ਦਾ ਨੁਕਸਾਨ ਹੋ ਜਾਣਾ। ਇੰਟਰਨੈਸ਼ਨਲ ਪੱਧਰ 'ਤੇ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਰਹੀ ਹੈ। ਸਾਰੀਆਂ ਪੂਰੇ ਦੇਸ਼ਾਂ ਵੱਲੋਂ ਵੀ ਕਾਫੀ ਮਿਲ ਰਿਹਾ ਜੀ, ਸਾਜੋ ਸਮਾਨ ਵੀ ਆ ਰਿਹਾ, ਏਡ ਕਾਫੀ ਜ਼ਿਆਦਾ ਆ ਰਹੀ ਆ। ਪਰ ਇਸ ਟਾਈਮ ਕਰੋਨਾ ਜਿਹੜਾ ਉਹ ਫਿਰ ਲਗਾਤਾਰ ਵੱਧ ਹੀ ਰਿਹਾ ਜੀ। ਬਿਲਕੁਲ ਚੰਦੀ ਸਾਹਿਬ, ਜੇ ਅਸੀਂ ਗੱਲ ਕਰੀਏ ਤਾਂ ਹੁਣ ਤੱਕ ਦੇ ਜਿਹੜੇ ਅੰਕੜੇ ਹੈ ਉਹ 3.79 ਲੱਖ ਨਵੇਂ ਕੇਸ ਆ ਗਏ ਜੀ। ਮੌਤਾਂ ਦੀ ਗਿਣਤੀ ਹੈ ਜੀ ਜਿਹੜੀ ਉਹ 4,500 ਤੋਂ ਉੱਪਰ ਟੱਪ ਗਈ ਹੈ ਜੀ। ਤੇ ਕੇਸਾਂ ਦੀ ਜੇ ਕੁੱਲ ਗਿਣਤੀ ਆਪਾਂ ਦੇਖੀਏ ਤਾਂ 30 ਲੱਖ ਤੋਂ ਉੱਪਰ ਹੈ। ਔਰ ਅਗਲੇ ਕੁਝ ਹਫ਼ਤਿਆਂ ਤੱਕ ICU ਬੈੱਡ ਹੈ ਜਿਹੜੇ, ਉਹਨਾਂ ਦੀ ਜਿਹੜੀ ਸਾਨੂੰ ਭਾਰਤ ਨੂੰ ਲੋੜ ਹੈ ਉਹ ਬਣ ਜਾਣੀ ਹੈ 5 ਲੱਖ। ਔਰ 3.5 ਲੱਖ ਸਾਨੂੰ ਜਿਹੜਾ ਹੈਗਾ ਡਾਕਟਰੀ ਅਮਲਾ ਚਾਹੀਦਾ, ਮੈਡੀਕਲ ਸਟਾਫ, ਜਿਹਦੇ ਵਿੱਚ ਨਰਸਾਂ ਵੀ ਹੈ, ਡਾਕਟਰ ਵੀ ਹੈ, ਪੈਰਾਮੈਡੀਕਲ ਸਟਾਫ ਹੋਰ ਵੀ ਹੈ। ਇਹ ਸਾਰਾ ਕੁਛ ਦੇਸ਼ ਦੀ ਹਾਲਤ ਕੀ ਹੈ ਇਹਦਾ ਅੰਦਾਜ਼ਾ ਤੁਸੀਂ ਇੱਕੋ ਗੱਲ ਤੋਂ ਲਾ ਸਕਦੇ ਕਿ ਇੱਕ ਹਿੰਦੀ ਦੇ ਅਖਬਾਰ ਨੇ ਅੱਜ ਜਿਹੜੀ ਸੁਰਖੀ ਲਾਈ ਆ, ਸੁਰਖੀ ਬਹੁਤ ਕੁਛ ਕਹਿ ਦਿੰਦੀ ਹੈ। ਸੁਰਖੀ ਹੈ ਗਮੋਂ ਕੀ ਇੰਤਹਾ ਨਹੀਂ, ਸ਼ਬੋਂ ਕੇ लिए ਸ਼ਮਸ਼ਾਨ ਨਹੀਂ। ਕਿ ਜੇ ਤੁਹਾਨੂੰ ਮਤਲਬ ਸੰਸਕਾਰ ਕਰਨਾ ਤਾਂ ਵੱਖਰੀ ਗੱਲ ਹੈ, ਸਾਨੂੰ ਲਾਸ਼ਾਂ ਰੱਖਣ ਵਾਸਤੇ ਵੀ ਜਗ੍ਹਾ ਨਹੀਂ ਮਿਲ ਰਹੀ। ਇਸ ਵੇਲੇ ਦੀ ਹਾਲਤ ਹੈ ਇੰਨੀ ਭਿਆਨਕ ਹੈ ਕਿ ਲਾਸ਼ਾਂ ਕਿੱਥੇ ਰੱਖੀਆਂ ਜਾਣ। ਇੱਧਰ ਨੂੰ ਸ਼ਮਸ਼ਾਨ ਘਾਟਾਂ ਦੇ ਰਸਤੇ ਜਾਂਦੇ ਆ ਲੋਕ, ਰਾਹਾਂ ਦੇ ਵਿੱਚ ਲਾਸ਼ਾਂ ਰੱਖੀ ਬੈਠੇ ਹੈ। ਆਮ ਤੌਰ ਤੇ ਤੁਸੀਂ ਦੇਖਿਆ ਹੋਣਾ, ਆਪਾਂ ਸਾਰਿਆਂ ਨੇ ਦੇਖਿਆ ਹਟਾਇਆ, ਜਦੋਂ ਨਰਿੰਦਰ ਮੋਦੀ ਸਾਹਿਬ ਨੇ ਇਸ ਦੇਸ਼ ਦੇ ਵਿੱਚ ਨੋਟਬੰਦੀ ਕੀਤੀ ਸੀ, ਉਦੋਂ ਰਾਤਾਂ ਨੂੰ ਲੋਕ ਆ ਕੇ ਲਾਈਨਾਂ ਲਾ ਲੈਂਦੇ ਸੀ ਬੈਂਕਾਂ ਦੇ ਸਾਹਮਣੇ, ATM ਦੇ ਸਾਹਮਣੇ। ਕੱਲਾ ਬੰਦਾ ਆਪਣੇ ਪੈਸੇ ਡਰਾ ਕਰਾਉਂਦਾ ਸੀ। ਉਹਦੇ ਤੇ ਕਿਸੇ ਕੁਦਰਤ ਦੀ ਮਾਰ ਨਹੀਂ ਸੀ, ਕੁਦਰਤ ਦਾ ਕੋਈ ਕਹਿਰ ਨਹੀਂ ਸੀ। ਆਪਣੇ ਪੈਸੇ ਸੀ, ਬੈਂਕਾਂ 'ਚ ਜਮ੍ਹਾਂ ਕਰਵਾਏ ਸੀ। ਉਹਨਾਂ ਨੂੰ ਲੋੜ ਪੈਂਦੀ ਸੀ, ਦਵਾਈ ਬੂਟੀ ਦੀ ਬਜ਼ੁਰਗਾਂ ਨੂੰ ਲੋੜ ਪੈਂਦੀ ਸੀ, ਉਹ ਖੜੇ ਹੁੰਦੇ ਸੀ। ਤੇ ਆਮ ਤੌਰ ਦੇ ਉੱਤੇ ਆਪਾਂ ਦੇਖਿਆ ਕਿ ਜਦੋਂ ਆਪਾਂ ਕੋਈ ਸੀਟ ਰੋਕਦੇ ਹੁੰਦੇ ਨਾ, ਬੰਦੇ ਖੜੇ ਆ ਤੇ ਸੂਟਕੇਸ ਗਾਹ ਨੂੰ ਧੱਕ ਦਿੰਦੇ ਆ, ਐ ਬੰਦੇ ਨੂੰ ਗਾਹ ਧੱਕਦੇ ਹੁੰਦੇ ਸੀ। ਤੇ ਬਿਲਕੁਲ ਹੁਣ ਉਵੇਂ ਲਾਸ਼ਾਂ ਧੱਕੀਆਂ ਜਾ ਰਹੀਆਂ ਕਿ ਮੇਰੀ ਵਾਰੀ ਇਹ ਤੋਂ ਬਾਅਦ ਆਊਗੀ, ਮੇਰੀ ਵਾਰੀ ਇਹ ਤੋਂ ਬਾਅਦ ਆਊਗੀ।
ਦਰਦਨਾਕ ਹਾਲਤ ਇੱਥੋਂ ਤੱਕ ਹੈ ਕਿ ਦਿੱਲੀ ਦਾ ਜੇ ਆਪਾਂ ਆਲਾ ਦੁਆਲਾ ਦੇਖੀਏ, ਗਾਜ਼ੀਆਬਾਦ ਦੇ ਵਿੱਚ ਫੁੱਟਪਾਥਾਂ ਦੇ ਉੱਤੇ ਸੰਸਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸ਼ਮਸ਼ਾਨ ਘਾਟਾਂ 'ਚ ਜਗ੍ਹਾ ਨਹੀਂ ਮਿਲ ਰਹੀ, ਥਾਂ ਥਾਂ ਦੇ ਉੱਤੇ ਜਿਹੜੇ ਆ ਲਾਸ਼ਾਂ ਦੇ ਢੇਰ ਲੱਗੇ ਪਏ, ਉਹ ਕਹਿੰਦੇ ਜੀ ਇਹਨਾਂ ਨੂੰ ਇੱਥੇ ਸੰਸਕਾਰ ਤੁਸੀਂ ਕਰ ਸਕਦੇ। ਸਾਊਥ ਦਿੱਲੀ ਦੇ ਨਗਰ ਨਿਗਮ ਨੇ, ਜਿਹਨੂੰ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਕਹਿ ਦਿੰਦੇ ਹਾਂ, ਉਹਨੇ ਡੌਗ ਕੈਰੇਮੇਟੇਰੀਅਮ, ਕੁੱਤਿਆਂ ਦੀ ਮਤਲਬ ਜਿਹੜੀ ਹੈਗੀ ਹੱਡਾ ਰੋੜੀ ਬਣਾਈ ਹੈ, ਜਾਂ ਕੁੱਤਿਆਂ ਦਾ ਸ਼ਮਸ਼ਾਨ ਘਾਟ ਜਾਂ ਕਬਰਸਤਾਨ ਬਣਾਇਆ ਹੋਇਆ ਹੈ। 3 ਏਕੜਾਂ 'ਚ ਇਹ ਦਵਾਰਕਾ ਦੇ ਸੈਕਟਰ 29 'ਚ ਬਣਾਇਆ ਹੋਇਆ ਹੈ। ਉਹ ਕਹਿੰਦੇ ਵੀ ਕਿਉਂਕਿ ਹਾਲੇ ਤੱਕ ਕੋਈ ਸ਼ੁਰੂ ਨਹੀਂ ਹੋਇਆ ਤੇ ਹੁਣ ਇਹ ਇਜਾਜ਼ਤ ਦੇ ਦਿੱਤੀ ਹੈ ਕਾਰਪੋਰੇਸ਼ਨ ਨੇ ਕਿ ਮੁਰਦਿਆਂ ਦਾ ਸੰਸਕਾਰ ਤੁਸੀਂ ਉੱਥੇ ਕਰ ਦਿਓ। ਜਿਹੜੀ ਜਗ੍ਹਾ ਕੁੱਤਿਆਂ ਦੇ ਦਫਨਾਉਣ ਵਾਸਤੇ ਬਣਾਈ ਵੀ ਸੀ ਤੇ ਜੇ ਬੰਦਿਆਂ ਦਾ ਸੰਸਕਾਰ ਉੱਥੇ ਕਰਨ ਲਈ ਅਸੀਂ ਮਜਬੂਰ ਹਾਂ, ਇਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਦੇਸ਼ ਜਾ ਕਿਧਰ ਨੂੰ ਰਿਹਾ ਹੈ। ਕੁਦਰਤੀ ਮਾਰ ਕਿਤੇ ਵੀ ਪੈ ਸਕਦੀ ਹੈ, ਕਹਿਰ ਕਿਤੇ ਵੀ ਪੈ ਸਕਦਾ। ਵੱਡੇ ਵੱਡੇ ਦੇਸ਼ਾਂ ਦੇ ਵਿੱਚ ਇਹ ਚੀਜ਼ਾਂ ਹੋਈਆਂ ਵੀ ਹੈ, ਲੇਕਿਨ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਮਨੁੱਖ ਦੁਆਰਾ ਪੈਦਾ ਕੀਤੀਆਂ ਜਾਂਦੀਆਂ। ਸਾਡੇ ਦੇਸ਼ ਦੀ ਸਥਿਤੀ ਹੈ ਕਿ ਸਾਡੇ ਦੇਸ਼ ਦੇ ਵਿੱਚ ਸਾਧਨਾਂ ਦੀ ਕੋਈ ਕਮੀ ਨਹੀਂ, ਸਾਡੇ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਕੋਈ ਕਮੀ ਨਹੀਂ ਕੰਮ ਕਰਨ ਤੋਂ। ਸਮਾਜ ਸੇਵਾ ਜਿੰਨੀ ਭਾਰਤ ਦੇ ਵਿੱਚ ਹੈ ਕਿਤੇ ਵੀ ਨਹੀਂ। ਭਾਰਤ ਦੇ ਵਿੱਚ ਇੱਕ ਛੋਟਾ ਜਿਹਾ ਧਰਮ ਹੈ ਸਿੱਖ ਧਰਮ, ਜਿਹਨੂੰ ਆਪਾਂ ਦੇਖੀਏ ਤੇ ਵੈਸੇ ਤਾਂ ਇਹਦੀ ਦੁਨੀਆ ਦੇ ਵਿੱਚ ਤੂਤੀ ਬੋਲਦੀ ਹੈ। ਜਦੋਂ ਵੀ ਕਿਤੇ ਲੋੜ ਪੈਂਦੀ ਹੈ ਅਸੀਂ ਥਾਂ ਥਾਂ ਤੇ ਲੰਗਰ ਲਾਉਣੇ ਆ। ਕਈ ਥਾਵਾਂ ਦੇ ਉੱਤੇ ਮੈਂ ਪਿੰਡਾਂ ਦੇ ਵਿੱਚ ਵੀ ਦੇਖਿਆ ਪਿਛਲੇ ਸਮੇਂ 'ਚ, ਜਦੋਂ ਇਕਾਂਤਵਾਸ ਜਿਹਨੂੰ ਕੁਆਰੰਟੀਨ ਸੈਂਟਰ ਕਹਿੰਦੇ ਆਪਾਂ, ਉਹ ਬਣਾਏ ਹੋਏ ਸੀ। ਉਦੋਂ ਪਿੰਡਾਂ ਦੇ ਲੋਕ ਦੁੱਧ, ਚਾਹਾਂ, ਫਲ ਫਰੂਟ, ਲੰਗਰ ਪਾਣੀ ਸਾਰੇ ਦਾ ਸਾਰਾ ਪਹੁੰਚਾਉਂਦੇ ਰਹੇ ਹੈ। ਉਹ ਇੱਕ ਆਪਣਾ ਧਰਮ ਸਮਝਦੇ ਸੀ ਕਿ ਅਸੀਂ ਲੋਕਾਂ ਦੀ ਮਦਦ ਕਰਨੀ ਹੈ। ਇਸ ਤਰ੍ਹਾਂ ਦਾ ਹੁੰਦਾ ਹੈ। ਇਸ ਕਰਕੇ ਆਪਾਂ ਕਹੀਏ ਕਿ ਇਸ ਦੇਸ਼ ਦੇ ਵਿੱਚ ਕੋਈ ਸਾਧਨਾਂ ਦੀ ਕਮੀ ਹੈ, ਬਿਲਕੁਲ ਸਾਧਨਾਂ ਦੀ ਕਮੀ ਨਹੀਂ, ਲੇਕਿਨ ਮੈਨੇਜਮੈਂਟ ਦੀ ਕਮੀ ਇੰਨੀ ਭਿਆਨਕ ਹੈ ਕਿ ਉਹਦਾ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਹੈ। ਕੱਲ ਹੀ ਆਪਾਂ ਗੱਲ ਕੀਤੀ ਸੀ ਯੂਨਾਈਟਿਡ ਨੇਸ਼ਨ ਦੇ ਜਿਹੜੇ ਸੈਕਟਰੀ ਜਨਰਲ ਹੈ, ਉਹਨਾਂ ਦੇ ਤਰਜਮਾਨ ਨੇ ਦੱਸਿਆ ਸੀ ਕਿ ਅਸੀਂ ਭਾਰਤ ਨੂੰ ਪੇਸ਼ਕਸ਼ ਕੀਤੀ ਸੀ ਕਿ ਭਾਈ ਤੁਸੀਂ ਜਿਹੜੀ ਮਦਦ ਲੈਣੀ ਹੈ ਲੈ ਲਓ, ਯੂਨਾਈਟਿਡ ਨੇਸ਼ਨ ਤੁਹਾਨੂੰ ਮਦਦ ਦੇਣ ਨੂੰ ਤਿਆਰ ਹੈ। ਲੇਕਿਨ ਮੈਂ ਇਹਨੂੰ ਫੁਕਰਾਪੰਥੀ ਕਹੂੰਗਾ ਭਾਰਤ ਦੀ ਲੀਡਰਸ਼ਿਪ ਦੀ, ਕਿ ਅਸੀਂ ਇੰਨੇ ਫੁਕਰਾਪੰਥੀ ਦਿਖਾਉਣ ਲੱਗੇ ਕਿ ਸਾਡੇ ਕੋਲ ਤਾਂ ਸਭ ਕੁਛ ਹੈ, ਸਾਡੀ ਪ੍ਰਣਾਲੀ ਬੜੀ ਮਜ਼ਬੂਤ ਹੈ, ਸਾਡਾ ਸਿਸਟਮ ਬੜਾ ਮਜ਼ਬੂਤ ਹੈ, ਸਾਡੇ ਤਾਂ ਆਲੇ ਦੁਆਲੇ ਜਿਹੜਾ ਹੈਗਾ ਕਰੋਨਾ ਖੰਘ ਵੀ ਨਹੀਂ ਸਕਦਾ। ਔਰ ਬੜੇ ਮਾਣ ਦੇ ਨਾਲ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹੈ ਅਸੀਂ ਜੀ ਥਾਲੀਆਂ ਵਜਾ ਕੇ, ਤਾਲੀਆਂ ਵਜਾ ਕੇ, ਦੀਵੇ ਜਗਾ ਕੇ ਲੋਕਾਂ ਨੂੰ ਇੰਨਾ ਬੂਸਟ ਕਰਤਾ, ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਭਰਤਾ ਕਿ ਉਹ ਤਾਂ ਸਮਝਦੇ ਕੁਛ ਨਹੀਂ। ਕਰੋਨਾ ਕਰਨ ਦੀ ਕਿਹੜੀ ਗੱਲ ਹੈ, ਕਰੋਨਾ ਦਾ ਕੱਢ ਹੀ ਨਹੀਂ ਸਕਦਾ। ਅਸੀਂ ਧਰਮ ਦੇ ਆਧਾਰ ਦੇ ਉੱਤੇ, ਜਾਤ ਦੇ ਆਧਾਰ ਦੇ ਉੱਤੇ ਵਿਤਕਰੇਬਾਜ਼ੀ ਕਰਦੇ ਹਾਂ। ਜੇ ਕਿਸੇ ਘੱਟ ਗਿਣਤੀ ਧਰਮ ਦੇ ਭਾਈਚਾਰੇ ਦਾ ਕੋਈ ਸਮਾਗਮ ਹੁੰਦਾ ਤਾਂ ਉਹਨੂੰ ਅਸੀਂ ਕਹਿੰਦੇ ਕਿ ਇੱਕ ਕਰੋਨਾ ਫੈਲਾਉਂਦੇ ਹੈ, ਤੇ ਜੇ ਆਪਣੀ ਗੱਲ ਆਉਂਦੀ ਹੈ ਤਾਂ ਫਿਰ ਅਸੀਂ ਕਹਿੰਦੇ ਹਾਂ ਜੀ ਇਹ ਤਾਂ ਸਾਡੇ ਧਰਮ ਦਾ ਮਾਮਲਾ ਹੈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਦੋਂ ਅਖਬਾਰਾਂ ਦੇ ਵਿੱਚ ਇਹ ਗੱਲ ਉੱਠੀ ਸੀ ਕਿ ਤਬਲੀਗੀ ਜਮਾਤ ਵਾਲਿਆਂ ਨੇ ਆਪਣੇ ਮਰਕਜ਼ ਦੇ ਵਿੱਚ ਜਿਹੜਾ ਸਮਾਗਮ ਸਾਲ ਪਹਿਲਾਂ ਕੀਤਾ ਸੀ, ਉਹਨੂੰ ਟਾਰਗੇਟ ਕਰਕੇ ਤੁਸੀਂ ਉਹਨਾਂ ਦੇ ਖਿਲਾਫ ਮੁਕੱਦਮੇ ਬਣਾਏ, ਵਿਦੇਸ਼ਾਂ ਦੇ ਵਿੱਚੋਂ ਆਏ ਹੋਏ ਲੋਕਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ, ਉਹ ਠੀਕ ਹੋਏ ਬਾਹਰ ਆਏ, ਉਹਨਾਂ ਨੇ ਬਾਹਰ ਆ ਕੇ ਪਲਾਜ਼ਮਾ ਦਾਨ ਕੀਤਾ। ਉਦੋਂ ਨਹੀਂ ਕਿਸੇ ਨੇ ਇਹ ਦੇਖਿਆ ਜਦੋਂ ਅਸੀਂ ਪਲਾਜ਼ਮਾ ਲਵਾਉਂਦੇ ਸੀ ਕਿ ਇਹ ਪਲਾਜ਼ਮਾ ਕਿਸੇ ਮੁਸਲਮਾਨ ਦੇ ਖੂਨ ਤੋਂ ਪੈਦਾ ਹੋਇਆ ਹੈ, ਕਿਉਂਕਿ ਜਾਨ ਬਚਾਉਣੀ ਸੀ। ਉਦੋਂ ਕਹਿੰਦੇ ਸੀ ਸਭ ਕੁਝ ਦਿਓ ਜੀ ਸਾਨੂੰ, ਜਿਹਦਾ ਮਰਜ਼ੀ ਆਵੇ ਉਹ ਸਾਨੂੰ ਦੇ ਦਿਓ, ਅਸੀਂ ਇਹ ਕੁਝ ਕਰਦੇ ਰਹੇ ਹਾਂ। ਪਰ ਇਹੀ ਚੀਜ਼ ਜਦੋਂ ਕੁੰਭ ਦੇ ਜਿਹੜਾ ਹੈਗਾ ਸ਼ਾਹੀ ਇਸ਼ਨਾਨ ਆ ਗਏ, ਕੁੰਭ ਦੇ ਸ਼ਾਹੀ ਇਸ਼ਨਾਨਾਂ ਦੇ ਉੱਤੇ ਕਹਿੰਦੇ ਸੀ ਜੀ ਇਹਦਾ ਮੁਕਾਬਲਾ ਹੀ ਨਾ ਕਰੋ ਤਬਲੀਗੀ ਜਮਾਤ ਦੇ ਨਾਲ। ਹੋਰ ਤਾਂ ਹੋਰ ਤੁਸੀਂ ਹੁਣ ਦੇਖੋ ਕਿ ਚਾਰ ਧਾਮ ਦਾ ਜਿਹੜਾ ਇਹਨਾਂ ਦਾ ਧਾਰਮਿਕ ਸਥਾਨ ਹੈਗੇ ਇਹ ਉੱਤਰਾਖੰਡ ਦੇ ਵਿੱਚ ਹੀ ਹੈ। ਅੱਜ ਹੁਣ ਤਾਂ ਚਾਰ ਧਾਮ ਦੀ ਯਾਤਰਾ ਦੇ ਉੱਤੇ ਬੈਨ ਲਾ ਦਿੱਤਾ। ਜਿਹੜੇ ਰਾਵਤ ਸਾਹਿਬ, ਤੀਰਥ ਸਿੰਘ ਰਾਵਤ ਇਹ ਗੱਲ ਕਹਿੰਦੇ ਸੀ ਕੰਪੇਅਰ ਨਾ ਕਰੋ ਤਬਲੀਗੀ ਜਮਾਤ ਦੇ ਮਰਕਜ਼ ਦੇ ਨਾਲ ਕੁੰਭ ਦੇ ਮੇਲੇ ਨੂੰ। ਕੁੰਭ ਦਾ ਜੀ ਮਹਾਕੁੰਭ ਹੈ, ਉਹੀ ਹੁਣੇ ਕਹਿੰਦੇ ਆ ਕਿ ਚਾਰ ਧਾਮ ਦੀ ਅਸੀਂ ਪਾਬੰਦੀ ਲਾਤੀ ਤੇ ਉੱਥੇ ਲੋਕ ਨਹੀਂ ਜਾਣਗੇ, ਸਗੋਂ ਉੱਥੇ ਅਸੀਂ ਆਪਣਾ ਜਿਹੜਾ ਹੈਗਾ ਜਿਹੜੇ ਪੁਜਾਰੀ ਹੈ ਸਿਰਫ ਤੇ ਸਿਰਫ ਪੁਜਾਰੀ ਹੀ ਪੂਜਾ ਕਰਨਗੇ। ਅਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾਉਣ ਵਾਸਤੇ ਜਾ ਰਹੇ ਹਾਂ। ਉਹ ਦੋਨਾਂ ਪੱਖਾਂ ਤੋਂ ਮਨਾਇਆ ਜਾ ਰਿਹਾ, ਸਰਕਾਰੀ ਤੌਰ ਤੇ ਵੀ ਮਨਾਇਆ ਜਾ ਰਿਹਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਮਨਾਇਆ ਜਾ ਰਿਹਾ ਹੈ। ਦੋਨਾਂ ਧਿਰਾਂ ਨੇ, ਪੰਜਾਬ ਸਰਕਾਰ ਨੇ ਵੀ ਇਹ ਕਹਿ ਦਿੱਤਾ ਸੀ ਜੀ ਵਰਚੁਅਲ ਕਰਾਂਗੇ, ਅਸੀਂ ਲਿੰਕ ਭੇਜ ਦਿਆਂਗੇ, ਲੋਕ ਆਪਣੇ ਘਰਾਂ 'ਚ ਬੈਠ ਕੇ ਕਰ ਲੈਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਇਹੀ ਗੱਲ ਕਹਿ ਦਿੱਤੀ ਔਰ ਮੈਂ ਸਮਝਦਾ ਕਿ ਕਿੰਨੀ ਵਧੀਆ ਮਿਸਾਲ ਪੇਸ਼ ਕੀਤੀ ਹੈ ਪੰਜਾਬ ਦੇ ਲੋਕਾਂ ਨੇ।
ਜਗੀਰ ਕੌਰ ਜੀ ਦਾ 36 ਦਾ ਅੰਕੜਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹੈ, ਉਹ ਗਈ, ਇੱਕ ਡੈਪੂਟੇਸ਼ਨ ਲੈ ਕੇ, ਇੱਕ ਵਫਦ ਲੈ ਕੇ ਗਈ, ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ, ਯੋਜਨਾ ਬਣਾਈ ਕਿ ਆਪਾਂ ਰਲ ਮਿਲ ਕੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਹਿੰਦੀ ਚਾਦਰ ਹੈ, ਕੋਈ ਇਕੱਲੇ ਸਿੱਖਾਂ ਦੇ ਨਹੀਂ, ਇਹ ਸਾਰੀ ਮਨੁੱਖਤਾ ਦੀ ਹੈ, ਤੇ ਇਹਨਾਂ ਦਾ 400 ਸਾਲਾ ਪ੍ਰਕਾਸ਼ ਸੁਭਾਇਆ ਆਪਾਂ ਬਣਾਈਏ। ਸੱਦਾ ਪੱਤਰ ਵੀ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਆਪਾਂ ਮਿਲ ਕੇ ਬਣਾਉਣੇ, ਲੇਕਿਨ ਇਕੱਠ ਨਹੀਂ ਕਰਨਾ, ਬਚਣਾ ਆਪਾਂ ਇਸ ਗੱਲ ਤੋਂ। ਤੇ ਸਾਡਾ ਪ੍ਰਧਾਨ ਮੰਤਰੀ ਕਹਿੰਦਾ ਜੀ ਜਿੰਨੀ ਮਰਜ਼ੀ ਆ ਜਨਤਾ, ਜੀ ਹੁਣ ਜੋ ਕੁਛ ਆ ਚੋਣਾਂ ਦੇ ਵਿੱਚ ਹੋਇਆ ਪ੍ਰਧਾਨ ਮੰਤਰੀ ਨੇ ਕੀਤਾ ਹੈ, ਇਹ ਨਿੱਕੀ ਮੋਟੀ ਗੱਲ ਨਹੀਂ। ਔਰ ਮੇਰੇ ਵਾਸਤੇ ਸ਼ਰਮ ਦੀ ਗੱਲ ਆ, ਸਾਡੇ ਸਾਰੇ ਹਿੰਦੁਸਤਾਨੀਆਂ ਵਾਸਤੇ ਸ਼ਰਮ ਦੀ ਗੱਲ ਹੈ ਕਿ ਵਿਦੇਸ਼ੀ ਮੀਡੀਆ ਸਾਡੇ ਪ੍ਰਧਾਨ ਮੰਤਰੀ ਬਾਰੇ ਕੀ ਕਹਿ ਰਿਹਾ ਹੈ। ਵਿਦੇਸ਼ੀ ਮੀਡੀਆ ਕਹਿ ਰਿਹਾ ਕਿ ਇਹ ਤੋਂ ਵੱਧ ਤਾਂ ਕੋਈ ਫੁਕਰਾਪੰਥੀ ਹੋ ਹੀ ਨਹੀਂ ਸਕਦੀ ਜਿਹੋ ਜਿਹੀ ਫੁਕਰਾਪੰਥੀ ਇਸ ਵੇਲੇ ਹੋ ਰਹੀ ਹੈ। ਵੱਡੇ ਵੱਡੇ ਲੋਕ ਸਾਡੇ ਜਿਹੜੇ ਹੈਗੇ ਹੈ ਉਹ ਪਏ ਹੈ ਹਸਪਤਾਲਾਂ ਦੇ ਵਿੱਚ, ਚਾਹੇ ਕੋਈ ਮੁੱਖ ਮੰਤਰੀ ਹੈ, ਚਾਹੇ ਕੋਈ ਸੁਪਰੀਮ ਕੋਰਟ ਦਾ ਜੱਜ ਹੈ, ਹਾਈ ਕੋਰਟ ਦਾ ਜੱਜ ਹੈ। ਪਿਛਲੇ 3 ਦਿਨਾਂ ਦੇ ਵਿੱਚ 3-4 ਜਿਹੜੇ ਹੈਗੇ MLA ਹੈ ਯੂਪੀ ਦੇ, ਉਹ ਮਰ ਗਏ। ਇੱਕ MLA ਦੀ ਹਾਲਤ ਤਾਂ ਇਹ ਸੀ ਕਿ ਵਿਚਾਰਾ ਉਹ ਆਕਸੀਜਨ ਵਾਸਤੇ ਤੇ ਦਵਾਈ ਵਾਸਤੇ ਤੜਪਦਾ ਰਿਹਾ। ਉਹ ਜਿਹੜਾ ਹੈਗਾ ਟੈਲੀਫੋਨ ਬਾਰ-ਬਾਰ ਕਰਦਾ ਰਿਹਾ ਜੋਗੀ ਆਦਿੱਤਿਆਨਾਥ ਨੂੰ, ਉਹਦੇ ਦਫ਼ਤਰੀ ਸਟਾਫ ਨੂੰ ਕਰਦਾ ਰਿਹਾ ਕਿ ਮੇਰੀ ਕੋਈ ਗੱਲ ਸੁਣ ਲਓ, ਕਿਸੇ ਨੇ ਗੱਲ ਨਹੀਂ ਸੁਣੀ। ਅਖੀਰ ਕਰਦਿਆਂ ਉਹਨੇ ਆਪਦੇ ਮੁੰਡੇ ਨੂੰ ਕਿਹਾ, ਲੈ ਪੁੱਤਰਾ ਮੈਂ ਮਰ ਰਿਹਾ, ਤੇ ਉਹਦੇ ਮੁੰਡੇ ਨੇ ਆ ਕੇ ਉਹਨੇ ਗੱਲ ਦੱਸੀ ਹੈ ਕਿ ਜੇ ਇੱਕ MLA ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਕੀ ਹੋਊਗਾ। ਇਹ ਹਾਲਤ ਆ ਸਾਡੇ ਦੇਸ਼ ਦੇ ਆਗੂਆਂ ਦੀ। ਤੁਹਾਡਾ ਰਾਜਸਥਾਨ ਦਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪਹਿਲਾਂ ਉਹਦੀ ਵਾਈਫ ਪੋਜ਼ਿਟਿਵ ਆ ਗਈ, ਹੁਣ ਉਹ ਪੋਜ਼ਿਟਿਵ ਆ ਗਿਆ। ਔਰ ਇੱਕ ਨਵਾਂ ਫੈਸ਼ਨ ਚੱਲਿਆ ਭਾਰਤ ਦੇ ਵਿੱਚ, ਤੁਸੀਂ ਦੇਖੋ ਕਿ ਜਿਵੇਂ ਕੋਈ ਕਾਰਗਿਲ ਦੀ ਜੰਗ ਜਿੱਤੀ ਹੁੰਦੀ ਹੈ, ਜਿਹਨੂੰ ਮਾੜੀ ਜੀ ਲਾਗ ਦਾ ਪਤਾ ਲੱਗ ਜਾਂਦਾ, ਫਿਰ ਉਹ ਟਵੀਟ ਕਰਦਾ ਹੈ, ਟਵੀਟ ਕਰਕੇ ਸੂਚਿਤ ਕਰਦਾ ਜੀ ਮੈਨੂੰ ਆਹ ਕੁਛ ਹੋ ਗਿਆ। ਹੋਰ ਤਾਂ ਹੋਰ ਤੁਸੀਂ ਦੇਖੋ ਸਥਿਤੀ ਕਿ ਕੀ ਵਿਦੇਸ਼ੀ ਮੀਡੀਆ ਸਾਡੇ ਪ੍ਰਧਾਨ ਮੰਤਰੀ ਬਾਰੇ ਕੀ ਕਹਿੰਦਾ ਹੈ। ਮੈਂ ਬਹੁਤਾ ਜ਼ਿਆਦਾ ਨਹੀਂ ਪੜ੍ਹਿਆ, ਲੇਕਿਨ ਨਿੱਕੀਆਂ ਚੀਜ਼ਾਂ ਮੇਰੇ ਜਿੰਨੀਆਂ ਧਿਆਨ ਚ ਆਈਆਂ। ਫਰਾਂਸ ਦਾ ਮੀਡੀਆ ਹਾਊਸ ਹੈ ਜੀ ਜਿਹੜਾ, ਉਹ ਕਹਿੰਦਾ ਮੋਦੀ ਦੀ ਵਜ੍ਹਾ ਕਾਰਨ ਦੇਸ਼ ਦੇ ਵਿੱਚ ਖੌਫ ਦਾ ਮੰਜ਼ਰ, ਇਹ ਸਰਕਾਰ ਦੀ ਕਮਜ਼ੋਰ ਪਲਾਨਿੰਗ ਨਾਲ ਹਾਲਾਤ ਬੇਕਾਬੂ ਹੋਏ ਹਨ। ਕਹਿੰਦੇ ਵੀ ਪ੍ਰਧਾਨ ਮੰਤਰੀ ਦੇ ਦੇਸ਼ ਦੇ ਵਿੱਚ ਵੈਕਸੀਨ ਦੇ ਉਤਪਾਦਨ, ਪ੍ਰਧਾਨ ਮੰਤਰੀ ਨੂੰ ਆਪਣੇ ਦੇਸ਼ ਦੇ ਵਿੱਚ ਕਿੰਨੀ ਵੈਕਸੀਨ ਦਾ ਉਤਪਾਦਨ ਹੋ ਰਿਹਾ ਹੈ ਇਹਦੀ ਜਾਣਕਾਰੀ ਨਹੀਂ। ਔਰ ਉਹ ਬਾਹਰ ਕਹਿ ਰਿਹਾ ਜੀ ਜਿੰਨੀ ਮਰਜ਼ੀ ਹੈ ਵੈਕਸੀਨ ਲੈ ਲਓ, ਸਾਡੇ ਕੋਲ ਵਾਧੂ ਹੈ। ਤੁਸੀਂ ਦੇਖੋਗੇ ਵਿਦੇਸ਼ਾਂ ਤੋਂ ਅਸੀਂ ਆਕਸੀਜਨ ਲੈ ਰਹੇ। ਔਰ ਸਾਡੇ ਜਿਹੜੇ ਹੈਗੇ ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਕਹਿੰਦੇ ਜੀ ਆਕਸੀਜਨ ਦੇ ਭੰਡਾਰ ਤਾਂ ਸਾਡੇ ਕੋਲੇ ਬਹੁਤ ਵੱਡੇ ਹੈ। ਤੇ ਫਿਰ ਤੁਸੀਂ ਇਹ ਦੇਖੋ ਕਿ ਸਾਡੇ ਵਿੱਚ ਜਿਹੜੀ ਹੈਗੀ ਤੰਗ ਨਜ਼ਰੀ ਕਿੰਨੀ ਹੈ। ਪਾਕਿਸਤਾਨ ਵਾਲਿਆਂ ਨੇ ਪੇਸ਼ਕਸ਼ ਕੀਤੀ ਕਿ ਜੀ ਜੋ ਲੈਣਾ ਲੈ ਲਓ, ਅਸੀਂ ਆਕਸੀਜਨ ਤੁਹਾਨੂੰ ਮੁਹੱਈਆ ਕਰਵਾ ਸਕਦੇ ਹਾਂ। ਪੰਜਾਬ ਦੇ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਸਾਹਿਬ ਤੋਂ ਪਾਰਲੀਮੈਂਟ ਦੇ ਮੈਂਬਰ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲੈ ਲਈ ਜੀ ਛੇਤੀ ਕਰੋ ਆਪਾਂ ਪਾਕਿਸਤਾਨ ਤੋਂ ਲੈ ਲਈਏ। ਲਾਹੌਰ ਤੋਂ ਅੰਮ੍ਰਿਤਸਰ ਜਿਹੜਾ ਹੈਗਾ ਤੇ 35-40 ਮਿੰਟਾਂ ਦਾ ਰਾਹ ਹੈ, 50 ਮਿੰਟਾਂ ਦੇ ਵਿੱਚ ਆਕਸੀਜਨ ਅੰਮ੍ਰਿਤਸਰ ਪਹੁੰਚ ਸਕਦੀ ਹੈ। ਲੇਕਿਨ ਸਾਨੂੰ ਜਿਹੜੀ ਆਕਸੀਜਨ ਆਉਂਦੀ ਹੈ ਉਹ ਆਉਂਦੀ ਹੈ ਪਾਣੀਪਤ ਤੋਂ, ਤੇ ਪਾਣੀਪਤ ਤੋਂ ਅੰਮ੍ਰਿਤਸਰ ਚ ਆਉਣ ਤੇ 3.5 ਘੰਟੇ ਲੱਗਦੇ ਨੇ। 3.5 ਘੰਟਿਆਂ ਦੇ ਵਿੱਚ ਆਕਸੀਜਨ ਦੀ ਥੋੜੇ ਨਾਲ ਕਿੰਨੇ ਬੰਦੇ ਮਰ ਜਾਣਗੇ। ਪਰ ਅਸੀਂ ਰੂਸ ਦੀ, ਅਮਰੀਕਾ ਦਾ, ਇੰਗਲੈਂਡ ਦਾ, ਉਹਨਾਂ ਦੀਆਂ ਮਿੰਨਤਾਂ ਕਰੀ ਜਾਂਦੇ ਸਾਨੂੰ ਮਦਦ ਦਿਓ। ਤੇ ਜੇ ਸਾਡਾ ਛੋਟਾ ਭਰਾ ਸਾਨੂੰ ਮਦਦ ਦੇਣ ਨੂੰ ਤਿਆਰ ਹੈ ਤੇ ਇਹੋ ਜਿਹੇ ਮੌਕੇ ਦੇ ਵਿੱਚ ਮਦਦ ਲੈਣ ਦੇ ਵਿੱਚ ਹਰਜ ਵੀ ਕੀ ਹੈ, ਉਹ ਲੈ ਲੈਣੀ ਚਾਹੀਦੀ ਹੈ। ਜੋ ਫਰਾਂਸ ਦਾ ਮੀਡੀਆ ਕਹਿ ਰਿਹਾ ਕਿ ਕਿਸ ਕਿਸਮ ਦੀ ਹੈਗੀ ਹੈ ਸਾਡੀ, ਉਹਦੇ ਤੋਂ ਪਤਾ ਲੱਗਦਾ ਹੈ। ਦਾ ਗਾਰਡੀਅਨ, ਇਹ ਹੈਗਾ ਜੀ ਇੰਗਲੈਂਡ ਦਾ ਅਖਬਾਰ ਹੈ, ਉਹ ਕਹਿੰਦਾ ਵੀ ਭਾਰਤ ਦੀ ਜਿਹੜੀ ਰੂਹ ਹੈ ਇਹ ਹਨੇਰੀ ਰਾਜਨੀਤੀ ਚ ਗੁਆਚ ਗਈ ਹੈ। ਮਤਲਬ ਇੱਥੇ ਇੱਕ ਰਾਜਨੀਤੀ ਜਿਹੜੀ ਹਨੇਰੇ, ਇੰਨਾ ਹਨੇਰ ਗੁਬਾਰ ਖੜਾ ਕਰਤਾ ਰਾਜਨੀਤੀ ਨੇ ਕਿ ਉਹਦੇ ਚ ਗੁਆਚ ਕੇ ਰਹਿ ਗਈ ਹੈ। ਨਿਊਯਾਰਕ ਟਾਈਮ ਜਿਹੜਾ ਹੈਗਾ ਉਹਨੇ ਬਹੁਤ ਵੱਡੀ ਗੱਲ ਕਹੀ ਹੈ, ਜਿਹੜੀ ਗੱਲ ਅਕਸਰ ਤੁਸੀਂ ਕਹਿੰਦੇ ਹੁੰਦੇ ਹੋ। ਉਹ ਕਹਿੰਦੇ ਭਾਰਤ ਦੇ ਵੋਟਰਾਂ ਨੇ ਲੰਬਾ ਤੇ ਡਰਾਉਣਾ ਸੁਪਨਾ ਚੁਣ ਲਿਆ। ਇਹਦੇ ਚ ਅਸੀਂ ਠੀਕ ਹੈ ਕਹਿ ਦਿੰਦੇ ਸਾਡੇ ਵੋਟਰਾਂ ਦਾ ਵੀ ਕਸੂਰ ਹੈ। ਜਦੋਂ ਅਸੀਂ ਇਹੋ ਜਿਹੇ ਲੋਕਾਂ ਨੂੰ, ਜਿਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਉਤਪਾਦਨ ਗੈਸ ਦਾ ਕਿੰਨਾ ਹੋ ਰਿਹਾ ਹੈ, ਜਿਹੜੇ ਲੋਕ ਗੋਬਰ ਦੇ ਵਿੱਚ ਤੇ ਗਊ ਮੂਤਰ ਦੇ ਵਿੱਚ ਤੁਰੇ ਫਿਰਦੇ ਹੈ, ਜਿਹੜੇ ਲੋਕ ਇਹ ਕਹੀ ਜਾਂਦੇ ਆ ਜੀ ਸਾਡੇ ਪੁਰਾਣੇ ਜ਼ਮਾਨੇ ਦੇ ਵਿੱਚ ਅਜਰ ਵਿਗਿਆਨ ਸਾਡਾ ਐਡਾ ਮਜ਼ਬੂਤ ਸੀ ਕਿ ਅਸੀਂ ਬੰਦੇ ਦਾ ਸਿਰ ਵੱਢ ਕੇ ਤੇ ਉਹਦੇ ਤੇ ਹਾਥੀ ਦਾ ਸਿਰ ਲਾਤਾ ਸੀ। ਇਹੋ ਜਿਹੇ ਲੋਕਾਂ ਨੂੰ ਜਦੋਂ ਅਸੀਂ ਸੱਤਾ ਦੇਵਾਂਗੇ ਤੇ ਉਦੋਂ ਹਾਲ ਜੋ ਹੋਣਾ ਉਹੀ ਹੁੰਦਾ ਹੈ। ਹੁਣ ਤੁਸੀਂ ਇਹ ਦੇਖੋ ਕਿ ਯੂਪੀ ਦੇ ਵਿੱਚ ਕੀ ਹੋ ਰਿਹਾ ਹੈ। ਇੱਕ ਸਾਧੂ ਸੰਤ ਜਿਹੜਾ ਕਹਿੰਦਾ ਮੈਂ ਦੁਨੀਆਦਾਰੀ ਤੋਂ ਉੱਪਰ ਹਾਂ, ਉਹ ਦੁਨੀਆਦਾਰੀ ਤੋਂ ਉੱਪਰ ਹੋਣ ਕੇ ਆਪਣੀ ਮਹਿਮਾ ਦੇ ਵਿੱਚ ਕਿੱਡਾ ਵੱਡਾ ਹੋਇਆ ਵੈ। ਇਹਨੂੰ ਕਹੀਏ ਜੋਗੀ ਆਦਿੱਤਿਆਨਾਥ ਨੂੰ, ਇਹ ਗੋਰਖਪੁਰ ਦੇ ਮੱਠ ਦਾ ਮਹੰਤ ਹੈ। ਉਹਨੇ ਹੁਣ ਉੱਥੇ ਪਾਬੰਦੀ ਲਾ ਦਿੱਤੀ ਹੈ ਕਿ ਕੋਈ ਵੀ ਜਿਹੜਾ ਹਸਪਤਾਲ ਹੈ
ਕੋਈ ਵੀ ਹਸਪਤਾਲ ਇਹ ਨੋਟਿਸ ਨਹੀਂ ਲਾਊਗਾ ਕਿ ਸਾਡੇ ਕੋਲ ਆਕਸੀਜਨ ਹੈ ਨਹੀਂ। ਬਿਲਕੁਲ ਜੇ ਨੋਟਿਸ ਲਾਤਾ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਊਗੀ। ਹੁਣ ਤੁਸੀਂ ਇਹ ਦੱਸੋ ਕਿ ਜੇ ਹਸਪਤਾਲ ਦੇ ਵਿੱਚ ਆਪਾਂ ਕੋਈ ਕਰੋਨਾ ਦਾ ਪੇਸ਼ੈਂਟ ਲੈ ਕੇ ਆ ਜਾਂਦੇ ਆ, ਉਹਨੂੰ ਲਾ ਕੇ ਹਸਪਤਾਲ ਦੇ ਅੰਦਰ ਲੈ ਕੇ ਜਾਵਾਂਗੇ ਤੇ ਅਗਲੇ ਫਿਰ ਕਹਿੰਦੇ ਜੀ ਚੱਕ ਕੇ ਲੈ ਸਾਡੇ ਕੋਲੇ ਆਕਸੀਜਨ ਹੈ ਨਹੀਂ। ਜੇ ਨੋਟਿਸ ਪਹਿਲਾਂ ਹੀ ਲੱਗਿਆ ਹੋਊ ਬੰਦਾ ਦੇਖ ਲੂਗਾ ਵੀ ਇਹਦੇ ਕੋਲੇ ਨੋਟਿਸ ਹੈ ਨਹੀਂ, ਕਿੱਥੇ ਜਾਈਏ। ਹੁਣ ਤਾਂ ਹਾਲਤ ਇਹ ਹੈ ਜੀ ਕਿ ਜਿਹੜੇ ਵੱਡੇ ਵੱਡੇ ਲੋਕ ਹੈ, ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ, ਜਦੋਂ ਉਹਨਾਂ ਦੇ ਮੇਲ ਮਿਲਾਪ ਵਾਲੇ ਨੂੰ ਕਿਸੇ ਨੂੰ ਕਰੋਨਾ ਹੋ ਜਾਂਦਾ ਹੈ, ਉਹ ਡਾਕਟਰਾਂ ਨੂੰ ਮਿੰਨਤਾਂ ਤਰਲੇ ਕਰਦੇ ਕਿ ਸਾਨੂੰ ਜਗ੍ਹਾ ਦਿਓ, ਸਾਨੂੰ ਕਿਤੇ ਨਾ ਕਿਤੇ ਕੋਈ ਬੈੱਡ ਦਿਓ, ਬੈੱਡ ਨਹੀਂ ਮਿਲਦੀ। ਕਈ ਵਾਰੀ ਫਿਰ ਉਹ ਡੰਡਾ ਖੜਕਾਉਂਦੇ ਆ ਕਿਉਂਕਿ ਪ੍ਰਸ਼ਾਸਨ ਦੇ ਸਾਹਮਣੇ ਝੁਕਣਾ ਪੈਂਦਾ ਹੈ। ਔਰ ਇੱਥੋਂ ਤੱਕ ਹਾਲਾਤ ਜਿਹੜੇ ਹੈਗੇ ਨਿੱਘਰ ਗਏ ਕਿ ਵੱਡੇ ਬੰਦਿਆਂ ਦੇ ਵਾਰਸਾਂ, ਉਹਨਾਂ ਦੇ ਜਿਹੜੇ ਰਿਸ਼ਤੇਦਾਰ ਹੈ ਜਾਂ ਉਹਨਾਂ ਦੇ ਜਿਹੜੇ ਜਾਣੂ ਹੈ, ਉਹਨਾਂ ਨੂੰ ਬੈੱਡ ਦੇਣ ਵਾਸਤੇ ਲੋਕਾਂ ਨੂੰ ਬੈੱਡਾਂ ਤੋਂ ਉਠਾਇਆ ਜਾਂਦਾ ਹੈ। ਇਹ ਕਿਹਾ ਜਾਂਦਾ ਕਿ ਤੈਨੂੰ ਡਿਸਚਾਰਜ ਕਰਤਾ ਭਾਈ, ਤੂੰ ਘਰੇ ਜਾ। ਜਦੋਂ ਉਹਨੂੰ ਡਿਸਚਾਰਜ ਕਰਨ ਦੇ ਹਸਪਤਾਲ ਚੋਂ ਬਾਹਰ ਨਿਕਲਦਾ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਕਿ ਦੂਜੇ ਬੰਦੇ ਨੂੰ ਦਿੱਤਾ ਜਾਵੇ। ਇਹ ਹਾਲਤ ਹੈ ਜੀ ਜੋ ਕੌਮਾਂਤਰੀ ਮੀਡੀਆ ਦੇ ਵਿੱਚ ਜੋ ਕਿਸਮ ਦਾ ਆ ਰਿਹਾ ਸਾਰਾ। ਔਰ ਫੇਰ ਅਸੀਂ ਇਕੱਲਾ ਇਹ ਨਹੀਂ ਕਹਿ ਸਕਦੇ ਕਿ ਰੂਲਿੰਗ ਪਾਰਟੀ ਦੀ ਸਥਿਤੀ ਹੈ। ਹੁਣ ਪੰਜਾਬ ਦੀ ਹਾਲਤ ਤੁਸੀਂ ਦੇਖੋ ਕੀ ਹੈ। ਸ਼ਾਇਦ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਪੰਜਾਬ ਦੇ ਜਿਹੜੇ ਵੱਡੇ ਘਰ ਹੈ 3-4, ਉਹਨਾਂ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੀ ਗੱਲ ਆਉਂਦੀ ਹੈ, ਹਰਚਰਨ ਸਿੰਘ ਬਰਾੜ ਦੇ ਘਰ ਦੀ ਗੱਲ ਆਉਂਦੀ ਹੈ, ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੀ ਗੱਲ ਆਉਂਦੀ ਹੈ। ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖਿਆ ਕਿ ਮਾਲਵੇ ਦੇ ਜਿਹੜੇ 2 ਵੱਡੇ ਘਰ ਆ, ਸਰਦਾਰ ਹਰਚਰਨ ਸਿੰਘ ਬਰਾੜ ਦਾ ਬੇਟੇ ਦੀ ਮੌਤ ਜਿਹੜੀ ਹੋਈ ਹੈ ਉਹ ਕੈਂਸਰ ਨਾਲ ਹੋਈ ਸੀ। ਔਰ ਬੀਬੀ ਸੁਰਿੰਦਰ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਦੀ ਮਾਤਾ ਜੀ, ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ, ਉਹਨਾਂ ਦੀ ਮੌਤ ਵੀ ਕੈਂਸਰ ਨਾਲ ਹੋਈ ਹੈ। ਲੇਕਿਨ ਦੋਨੇ ਜਿਹੜੇ ਪਰਿਵਾਰ ਆ ਉਹ ਮੁੱਖ ਮੰਤਰੀ ਦੇ ਉਹਦੇ ਤੱਕ ਰਹੇ ਹੈ। ਜੇ ਪ੍ਰਕਾਸ਼ ਸਿੰਘ ਬਾਦਲ 5 ਵਾਰੀ ਮੁੱਖ ਮੰਤਰੀ ਰਿਹਾ ਤਾਂ ਸਾਨੂੰ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਦਾ ਵੀ ਪਿਛੋਕੜ ਦੇਖਣਾ ਪੈਣਾ ਹੈ। ਹਰਚਰਨ ਸਿੰਘ ਬਰਾੜ ਦੇ ਇਲਾਜ ਜਿਹੜੇ ਕੈਰੋ ਪ੍ਰਤਾਪ ਸਿੰਘ ਕੈਰੋ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਭਤੀਜੀ ਇਹਨੂੰ ਵਿਆਹੀ ਹੋਈ ਸੀ। ਕੈਰੋ ਪਰਿਵਾਰ ਦਾ ਕਿੰਨਾ ਚਿਰ ਠਕਠਕਾ ਚੱਲਦਾ ਰਿਹਾ, ਅੱਜ ਵੀ ਠਕਠਕਾ ਚੱਲਦਾ। ਕੈਰੋ ਸਾਹਿਬ ਦਾ ਪੋਤਰਾ ਆਦੇਸ਼ ਪ੍ਰਤਾਪ ਸਿੰਘ ਹੈ। ਜੇ ਇਲਾਜ ਪੱਖੋਂ ਉਹਨਾਂ ਦੇ ਪਰਿਵਾਰਕ ਮੈਂਬਰ ਮਰ ਸਕਦੇ ਤਾਂ ਅੰਦਾਜ਼ਾ ਲਾ ਲਓ ਤੁਸੀਂ ਕੀ ਹੈ। ਚਲੋ ਕਈ ਵਾਰੀ ਇਹ ਹੁੰਦਾ ਹੈ, ਪ੍ਰੀਕਾਸ਼ਨ ਦੀ ਲੋੜ ਹੁੰਦੀ ਹੈ, ਕਈ ਵਾਰੀ ਇਲਾਜ ਨਹੀਂ ਮਿਲਦਾ। ਆਪਾਂ ਕੁਦਰਤ ਦਾ ਕਹਿ ਰਹੇ ਕਿ ਮਤਲਬ ਅਸੂਲ ਹੈ ਕਿ ਜਿਹੜਾ ਬੰਦਾ ਪੈਦਾ ਹੋਇਆ ਉਹਨੇ ਮਰਨਾ ਹੀ ਮਰਨਾ। ਲੇਕਿਨ ਇੱਕ ਗੱਲ ਸਾਨੂੰ ਦੀਦੀ ਹੈ ਕਿ ਜੇ ਅਸੀਂ ਇਕੱਠ ਕਰਾਂਗੇ ਤੇ ਇਕੱਠ ਕਰਨ ਦੇ ਨਾਲ ਇਹ ਵਾਇਰਸ ਫੈਲੂਗਾ। ਹੁਣ ਤੁਸੀਂ ਦੇਖੋ ਸੁਖਬੀਰ ਸਿੰਘ ਬਾਦਲ ਤੇ ਕੱਲ ਲੰਬੀ ਥਾਣੇ 'ਚ ਇੱਕ ਪਰਚਾ ਦਰਜ ਹੋਇਆ 188 ਦਾ। ਸੁਖਬੀਰ ਸਿੰਘ ਬਾਦਲ ਤੇ ਹੋਇਆ, ਸਾਬਕਾ MLA ਹਰਪ੍ਰੀਤ ਸਿੰਘ ਬਲੋਟ ਤੋਂ ਉਹਦੇ ਖਿਲਾਫ ਹੋਇਆ। ਕਿਉਂ ਹੋਇਆ? ਕਿਉਂਕਿ ਜਿਹੜਾ ਸੋਈ ਦਾ ਪ੍ਰਧਾਨ ਬਣਾਇਆ, ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦਾ ਪ੍ਰਧਾਨ ਬਣਾਇਆ, ਉਹਦੀ ਤਾਜਪੋਸ਼ੀ ਹੋਣੀ ਸੀ। ਤੇ ਉਹਦੀ ਤਾਜਪੋਸ਼ੀ ਕਿੱਥੇ ਕੀਤੀ ਜੀ? ਉਹਦੀ ਤਾਜਪੋਸ਼ੀ ਕੀਤੀ ਬਾਦਲ ਪਿੰਡ 'ਚ, ਜਿਹੜੀ ਬਾਦਲ ਪਰਿਵਾਰ ਦਾ ਰਿਹਾਇਸ਼ ਹੈਗੀ, ਜਿਹੜੀ ਵੱਡਾ ਮਹਿਲ ਪਾਇਆ ਵਾ ਉਸ ਮਹਿਲ ਦੇ ਵਿੱਚ। ਤੇ ਉੱਥੇ ਜਿਹੜੀਆਂ ਪ੍ਰੋਟੋਕੋਲ ਸੀਗਾ, ਜਿਹੜਾ ਕਹਿੰਦਾ ਤੁਹਾਡਾ COVID-19 ਪ੍ਰੋਟੋਕੋਲ, ਉਹਦੀਆਂ ਧੱਜੀਆਂ ਉਡਾਤੀਆਂ। ਬੜੀ ਵੱਡੀ ਪੱਧਰ ਦੇ ਉੱਤੇ ਉੱਥੇ ਲੋਕਾਂ ਦਾ ਇਕੱਠ ਕੀਤਾ ਗਿਆ। ਇਕੱਠ ਕਰਨ ਤੋਂ ਬਾਅਦ ਰੌਲਾ ਪੈ ਗਿਆ। ਬਠਿੰਡੇ ਦੀ ਗੱਲ ਆਪਾਂ ਪਹਿਲਾਂ ਹੀ ਕਰ ਚੁੱਕੇ ਕਿ ਇੱਥੇ ਮੇਅਰ ਦੀ ਤਾਜਪੋਸ਼ੀ ਤੋਂ ਬਾਅਦ ਫਿਰ ਜਿਹੜੀ ਪਾਰਟੀ ਹੋਈ ਸੀ ਉਹਦੇ ਵਿੱਚ ਲੈਗ ਪੈਗ ਚੱਲੇ ਸੀ। ਮੀਡੀਆ ਨੇ ਰੌਲਾ ਪਾਇਆ, ਪਰਚਾ ਦਰਜ ਹੋ ਗਿਆ। ਪਰਚਾ ਦਰਜ ਹੋਇਆ ਕਾਂਗਰਸੀਆਂ ਤੇ ਕੁਝ MCਆਂ ਤੇ ਹੋਇਆ। ਔਰ ਇੱਥੋਂ ਤੱਕ ਕਿ ਜਿਹੜੇ ਮਨਪ੍ਰੀਤ ਸਿੰਘ ਬਾਦਲ ਦੇ ਬਹੁਤ ਕਰੀਬੀ ਬੰਦੇ ਸੀ ਉਹਨਾਂ ਦੇ ਖਿਲਾਫ ਵੀ ਪਰਚਾ ਹੋਇਆ। ਫਿਰ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਸਾਡੇ ਖਿਲਾਫ ਤਾਂ ਜੀ ਕੈਪਟਨ ਸਰਕਾਰ ਨੇ ਪਰਚਾ ਦਰਜ ਕਰ ਲਿਆ। ਸੁਖਵੀਰ ਦੇ ਖਿਲਾਫ ਨਹੀਂ ਤੇ ਕੱਲ ਸੁਖਵੀਰ ਦੇ ਖਿਲਾਫ ਵੀ ਪਰਚਾ ਦਰਜ ਹੋਇਆ। ਹਰਪ੍ਰੀਤ ਕੋਟ ਭਾਈ ਨੇ ਜਾ ਕੇ ਆਪਣੀ ਜ਼ਮਾਨਤ ਵੀ ਕਰਵਾ ਲਈ। ਸੋ ਆਪਾਂ ਇਸ ਵੇਲੇ ਜਿਹੜਾ ਹੈ ਚਾਹੀਦਾ ਕਿ ਜਿਹੜੀ ਜੋ ਲਿਖਿਆ ਹੋਇਆ ਹੈ ਨਿਊਯਾਰਕ ਟਾਈਮਜ਼ ਨੇ ਲਿਖਿਆ ਹੋਇਆ ਹੈ ਕਿ ਜਿਹੜੇ ਭਾਰਤ ਦੇ ਲੋਕਾਂ ਨੇ ਇਹੋ ਜਿਹਾ ਮਤਲਬ ਜਿਹੜਾ ਭਿਆਨਕ ਸੁਪਨਾ ਦੇਖਿਆ, ਜਿਹੜੇ ਇੱਥੋਂ ਦੀ ਰਾਜਨੀਤੀ ਜਿਹੜੀ ਹੈਗੀ ਉਹ ਹਨੇਰੇ 'ਚ ਲੈ ਕੇ ਜਾਂਦੀ ਹੈ। ਹਨੇਰਾ ਤਾਂ ਜੀ ਅਸੀਂ ਹੁਣ ਵੀ ਕਰੀ ਜਾਂਦੇ ਹਾਂ ਕਿਉਂਕਿ ਜੇ ਲਾਸ਼ਾਂ ਰੱਖਣ ਵਾਸਤੇ ਥਾਂ ਹੈ ਨਹੀਂ, ਸਥਿਤੀ ਇੰਨੀ ਭਿਆਨਕ ਹੈ ਤੇ ਉਹਦੇ ਬਾਵਜੂਦ ਵੀ ਅਸੀਂ ਜਿਹੜੀ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖਦੇ। ਸਾਡੇ ਲੀਡਰਾਂ ਨੇ ਆਦਰਸ਼ ਬਣਨਾ ਲੋਕਾਂ ਦੇ ਸਾਹਮਣੇ। ਇਹਨਾਂ ਨੂੰ ਦੇਖ ਦੇਖ ਕੇ ਲੋਕਾਂ ਨੇ ਜਿਹੜਾ ਹੈਗਾ ਉਹ ਆਪਣਾ ਬਚਾਅ ਕਰਨਾ, ਪਰ ਇੱਥੇ ਤਾਂ ਸਾਰਾ ਕੁਝ ਹੀ ਉਲਟ ਹੋ ਰਿਹਾ ਹੈ ਜੀ। ਬਿਲਕੁਲ ਜੀ। ਆਪਣੇ ਨਾਲ ਕਾਲਰ ਜੁੜੇ ਤੇ ਫਿਰ ਆਪਾਂ ਚੱਲਦੇ ਅਗਲੀ ਖਬਰ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਚੰਦੀ ਸਾਹਿਬ। ਸਤਿ ਸ਼੍ਰੀ ਅਕਾਲ ਜੀ ਬਿਲਗਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਬਿਲਗਾ ਸਾਹਿਬ। ਹਾਂਜੀ, ਤੁਸੀਂ ਡਿਟੇਲ ਤਾਂ ਦੱਸ ਹੀ ਦਿੱਤਾ ਜੋ ਬੁਰਾ ਹਾਲ ਹੋ ਰਿਹਾ ਉੱਥੇ। ਤੇ ਅੱਜ ਦੀ ਡੇਟ ਤਾਂ ਆਪਾਂ ਇਹੀ ਕਹਾਂਗੇ, ਪਹਿਲੇ ਜੀਣਾ ਔਖਾ ਸੀ, ਹੁਣ ਮਰਨਾ ਔਖਾ ਹੋ ਗਿਆ ਉੱਥੇ। ਜੇ ਹਿਸਾਬ ਨਾਲ ਦਿੱਲੀ ਦੀ ਜੋ ਰਿਪੋਰਟਸ ਆ ਰਹੀਆਂ ਨੇ ਵੀ ਲੋਕਾਂ ਨੂੰ ਜਗ੍ਹਾ ਹੀ ਨਹੀਂ ਉੱਥੇ, 9 ਵੈਕੈਂਸੀ ਲੱਗੀਆਂ ਸ਼ਮਸ਼ਾਨ ਘਾਟ ਦੇ ਵਿੱਚ, 9 ਵੈਕੈਂਸੀ ਵੀ ਜਗ੍ਹਾ ਹੀ ਨਹੀਂ, ਇੱਥੇ ਜਗ੍ਹਾ ਹੀ ਨਹੀਂ। ਕਹਿਣ ਦਾ ਮਤਲਬ ਹੁਣ ਮਰਨਾ ਵੀ ਉੱਥੇ ਔਖਾ ਹੋ ਗਿਆ। ਹਾਲਾਤ ਬਹੁਤ ਗੰਭੀਰ, ਬਹੁਤ ਹੀ ਖਤਰਨਾਕ। ਤੁਸੀਂ ਦੱਸ ਹੀ ਦਿੱਤੇ, ਮੈਂ ਜ਼ਿਆਦਾ ਕੀ ਦੱਸਾਂ, ਤੁਸੀਂ ਦੱਸ ਹੀ ਦਿੱਤਾ। ਬਾਕੀ ਬਾਹਰਲੇ ਕੰਟਰੀ ਹੈਲਪ ਕਰ ਹੀ ਰਹੇ ਨੇ, ਇੰਟਰਨੈਸ਼ਨਲ ਤੌਰ ਤੇ ਦੇਖੋ ਹੈਲਪ ਆ ਰਹੀ ਆ। ਕੈਨੇਡਾ ਨੇ ਵੀ ਕਹੀ ਹੈ, USA ਤੋਂ ਵੀ, UK ਤੋਂ, ਜਰਮਨੀ, ਜਿਹੜੇ ਯੂਰਪ ਵਾਲੇ ਕੰਟਰੀ ਉਹ ਵੀ ਭੇਜ ਰਹੇ ਨੇ ਹੈਲਪ।
ਔਰ ਅਮਰੀਕਾ ਦੀਆਂ ਪ੍ਰਾਈਵੇਟ ਕੰਪਨੀਆਂ ਜਿਨ੍ਹਾਂ ਦੇ CEO ਇੰਡੀਅਨ ਹੈ, 40 ਕੰਪਨੀਆਂ ਦੇ ਕਰੀਬ ਹੈ ਕੰਪਨੀ, ਉਹ ਵੀ ਲੋਕ ਹੈਲਪ ਭੇਜ ਰਹੇ ਨੇ ਇੰਡੀਆ ਨੂੰ। ਔਰ ਉਧਰ ਸੋਸ਼ਲ ਮੀਡੀਆ 'ਚ ਖਬਰ ਚੱਲ ਰਹੀ ਹੈ ਵੀ ਇੰਡੀਆ ਡਿਨਾਈ ਕਰ ਰਿਹਾ, ਮਨਾ ਕਰ ਰਿਹਾ ਹੈਲਪ ਲੈਣ ਨੂੰ। ਜੇ ਇਦਾਂ ਦੀ ਕੋਈ ਖਬਰ ਹੈ ਤਾਂ ਬਹੁਤ ਮੰਦਭਾਗੀ ਹੈ ਜੀ। ਜੇ ਇਸ ਟਾਈਮ ਲੋਕਾਂ ਨੂੰ ਜੋ ਦੁੱਖ ਤਕਲੀਫ ਵਿੱਚ ਗੁਜ਼ਰ ਰਹੇ ਨੇ, ਜੋ ਮੈਡੀਕਲ ਹੈਲਪ ਦੀ ਜਿੱਦਾਂ ਆਕਸੀਜਨ ਦੀ ਲੋੜ ਹੈ, ਇੰਡੀਆ ਨੂੰ ਮੇਰੇ ਹਿਸਾਬ ਨਾਲ ਨਹੀਂ ਡਿਨਾਈ ਕਰਨੀ ਚਾਹੀਦੀ, ਹੈਲਪ ਲੈ ਲੈਣੀ ਚਾਹੀਦੀ ਆ। ਬਾਕੀ ਇਹ ਪਤਾ ਨਹੀਂ ਹੁਣ ਖਬਰ ਸੋਸ਼ਲ ਮੀਡੀਆ ਦੀ ਹੈ ਕਿ ਜਾਂ ਵਾਕਿਆ ਹੀ ਹੈ ਖਬਰ, ਕਿਉਂਕਿ ਮੈਂ ਵੀ ਲੱਭਣ ਦੀ ਕੋਸ਼ਿਸ਼ ਕੀਤੀ, ਕੋਈ ਖਾਸ ਮੈਨੂੰ ਇਹਦਾ ਜਾਣਕਾਰੀ ਨਹੀਂ ਮਿਲ ਪਾਈ। ਹਾਂ, ਪਾਕਿਸਤਾਨ ਤੋਂ ਮਨਾ ਕਰ ਰਹੇ ਨੇ ਕਿਉਂਕਿ ਉਹ ਇਹਨਾਂ ਦੀ ਪੁਰਾਣੀ ਰਾਜਨੀਤੀ ਹੈ ਇੰਡੀਆ ਔਰ ਪਾਕਿਸਤਾਨ ਦੀ। ਜਦੋਂ ਇੰਡੀਆ ਆਫਰ ਕਰਦਾ ਪਾਕਿਸਤਾਨ ਨੂੰ, ਸਾਨੂੰ ਯਾਦ ਹੋ ਗਿਆ ਪਿਛਲੇ ਸਾਲ, ਉਸ ਤੋਂ ਪਹਿਲੇ ਵੀ ਜੋ ਪ੍ਰੋਬਲਮ ਆਈ ਆ ਤਾਂ ਪਾਕਿਸਤਾਨ ਵੀ ਮਨਾ ਕਰ ਜਾਂਦਾ। ਇਹ ਇਹਨਾਂ ਦੀ ਆਪਸ ਦੀ ਲੜਾਈ ਹੈ, ਝਗੜਾ ਹੈ। ਕੱਲ ਨੂੰ ਇਹ ਲੈ ਲੈਣਗੇ ਤੇ ਉਹ ਇਹਨਾਂ ਨੂੰ ਮਿਹਨੇ ਮਾਰਨਗੇ, ਹੋਰ ਲੋਕੀ ਇਹਦੇ ਉੱਪਰ ਰਾਜਨੀਤੀ ਕਰਨਗੇ। ਬਾਕੀ ਇੰਟਰਨੈਸ਼ਨਲ ਹੈਲਪ ਨੂੰ ਇੰਡੀਆ ਨੂੰ ਨਹੀਂ ਮਨਾ ਕਰਨਾ ਚਾਹੀਦੀ, ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ। ਉੱਥੇ ਸ਼ਾਰਟੇਜ ਹੈ, ਉੱਥੇ ਪ੍ਰੋਬਲਮ ਹੈ, ਲੋਕ ਮਰ ਰਹੇ ਨੇ, ਤੇ ਸਾਨੂੰ ਜੇ ਕੋਈ ਸਾਡੀ ਕੋਈ ਮਦਦ ਕਰ ਰਿਹਾ ਤੇ ਮਦਦ ਲੈਣ 'ਚ ਕੋਈ ਹਰਜ ਨਹੀਂ। ਥੈਂਕ ਯੂ ਜੀ ਢਿੱਲੋਂ ਸਾਹਿਬ। ਧੰਨਵਾਦ ਬਿਲਗਾ ਸਾਹਿਬ, ਬੜੇ ਵਧੀਆ ਵਿਚਾਰ ਹੈ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਤੇ ਇਸ ਦੇ ਨਾਲ ਹੀ ਢਿੱਲੋਂ ਸਾਹਿਬ, ਖੁਸ਼ਵਿੰਦਰ ਸਿੰਘ ਹੋਣੀ ਉਹਨਾਂ ਨੇ ਵੀ ਲਿਖਿਆ ਜੀ, ਕਹਿੰਦੇ ਬਰਖਾ ਦੱਤ ਦੇ ਪਿਓ ਦੀ ਮੌਤ ਤੋਂ ਬਾਅਦ ਉਹਨੇ ਵੀ ਹੁਣ ਇੰਟਰਨੈਸ਼ਨਲ ਮੀਡੀਆ ਨੂੰ ਦੱਸ ਦਿੱਤਾ ਜੀ, ਕਹਿੰਦੇ ਇੰਡੀਆ ਦੇ ਪੱਲੇ ਕੱਖ ਨਹੀਂ ਗਾ, ਖੋਖਲਾ ਹੀ ਆ, ਫੜਾ ਹੀ ਮਾਰਦਾ ਰਿਹਾ। ਤੇ ਉਹਨੇ ਸਿੱਖਾਂ ਦੀ ਵੀ ਤਾਰੀਫ ਕੀਤੀ ਆ, ਕਿਸਾਨੀ ਸੰਘਰਸ਼ ਦੀ ਵੀ ਤਾਰੀਫ ਕੀਤੀ ਆ, ਤੇ ਜਿਹੜੀ ਆਕਸੀਜਨ ਇਸ ਟਾਈਮ ਸਿੱਖ ਦੇ ਰਹੇ ਆਕਸੀਜਨ ਦਾ ਲੰਗਰ ਲਾਇਆ, ਤੇ ਵਰਖਾ ਦੱਤ ਨੇ ਤਾਰੀਫ ਕੀਤੀ ਹੈ ਜੀ, ਬੜੀ ਚਮਚੀ ਰਹੀ ਹੈ ਜੀ ਨਰਿੰਦਰ ਮੋਦੀ ਦੀ। ਬਿਲਕੁਲ ਜੀ, ਗੱਲ ਇਹ ਹੈ ਕਿ ਜਦੋਂ ਮੁਸੀਬਤ ਪੈਂਦੀ ਹੈ ਨਾ ਤਾਂ ਫਿਰ ਹਕੀਕਤ ਵੀ ਸਾਹਮਣੇ ਆਉਂਦੀ ਹੈ ਜੀ। ਜਿੰਨੀ ਕੁ ਸਾਡੇ ਲੋਕਾਂ ਦੇ ਕੋਲੇ ਆਪਣੀ ਪਹੁੰਚ ਹੈ, ਜਿੰਨਾ ਕੁਝ ਵੀ ਹੈ, ਤੁਸੀਂ ਦੇਖਿਆ ਹੋਣਾ ਮੋਹਾਲੀ ਦੇ ਵਿੱਚ ਵੀ ਇੱਕ ਸਰਦਾਰ ਸਾਹਿਬ ਨੇ ਜੀ, ਉਹਨੇ ਵੀ ਜਿਹੜਾ ਹੈਗਾ ਖੋਲ ਦਿੱਤੀ ਹੈ ਆਕਸੀਜਨ। ਉਹਨਾਂ ਦੀ ਇੱਕ ਇੰਡਸਟਰੀ ਹੈ, ਇੱਕ ਫੈਕਟਰੀ ਹੈ ਜਿੱਥੇ ਆਕਸੀਜਨ ਬਣਦੀ ਹੈ। ਉਹ ਵੱਡੇ ਸਿਲੰਡਰ ਨਹੀਂ ਦਿੰਦੇ, ਕਹਿੰਦੇ ਛੋਟੇ ਸਿਲੰਡਰ ਲੈ ਆਓ ਭਾਈ, ਜਾਂ ਛੋਟੇ ਸਿਲੰਡਰਾਂ ਦੀ ਸਿਕਿਉਰਿਟੀ ਜਮ੍ਹਾਂ ਕਰਵਾ ਦਿਓ ਤੇ ਅਸੀਂ ਤੁਹਾਨੂੰ ਆਕਸੀਜਨ ਦੇ ਦਿੰਦੇ ਹਾਂ। 5-5 4-4 ਕਿਲੋ ਆਕਸੀਜਨ ਉਹ ਦੇਈ ਜਾਂਦੇ ਆ ਲੋਕਾਂ ਨੂੰ, ਲੈ ਜਾਓ, ਔਰ ਕੋਈ ਪੈਸਾ ਨਹੀਂ ਲੈਂਦੇ। ਜਿਹੜੀ ਟਰਾਈ ਸਿਟੀ ਹੈ, ਮੋਹਾਲੀ ਹੈ, ਪੰਚਕੂਲਾ ਹੈ, ਚੰਡੀਗੜ੍ਹ ਹੈ, ਇਹ ਤੋਂ ਇਲਾਵਾ ਬਾਹਰੋਂ ਵੀ ਜੇ ਅੰਬਾਲਾ ਵਗੈਰਾ ਤੋਂ ਵੀ ਲੋਕ ਆਉਂਦੇ ਆ, ਤੇ ਉਹ ਬਗੈਰ ਕਿਸੇ ਇਸ ਗੱਲ ਨੂੰ ਦੇਖਿਆ ਹੋਇਆ ਕਿ ਬੰਦੇ ਦੀ ਜਾਤ, ਧਰਮ, ਮਜ਼ਹਬ ਕੀ ਹੈ, ਹਰਿਆਣੇ ਦਾ ਹੈ, ਪੰਜਾਬ ਦਾ ਹੈ, ਉੱਤਰਾਖੰਡ ਦਾ ਹੈ, ਯੂਪੀ ਦਾ, ਹਿਮਾਚਲ ਦਾ, ਕਿਤੋਂ ਦਾ ਵੀ ਹੈ, ਜਦੋਂ ਲੋਕ ਆਉਂਦੇ ਤੇ ਉਹਨਾਂ ਨੂੰ ਉਹ ਦਿੰਦੇ ਹੈ। ਵਾਕਈ ਇਹ ਗੱਲ ਠੀਕ ਹੈ। ਵਰਖਾ ਦੱਤ, ਚਲੋ ਮੁਸੀਬਤ ਹਰ ਬੰਦੇ ਤੇ ਪੈਂਦੀ ਹੈ, ਲੇਕਿਨ ਵਰਖਾ ਦੱਤ ਦੇ ਪਿਓ ਦਾ ਮਰ ਜਾਣਾ, ਕਿਸੇ ਦਾ ਮਰ ਜਾਣਾ, ਮੈਂ ਤਾਂ ਇਹ ਸਮਝਦਾ ਕਿ ਚਾਹੇ ਰਾਜਾ ਹੈ ਤੇ ਚਾਹੇ ਰੰਕ ਹੈ, ਮੌਤ ਤਾਂ ਮੌਤ ਹੁੰਦੀ ਹੈ। ਬਿਲਕੁਲ ਜੀ। ਜੇ ਕਿਸੇ ਗਰੀਬ ਦੇ ਪਰਿਵਾਰ ਦਾ ਕੋਈ ਮੈਂਬਰ ਮਰ ਜਾਏ ਤੇ ਉਹਦੀ ਹਾਲਤ ਵੀ ਕਿੰਨੀ ਹੁੰਦੀ ਹੈ। ਜੇ ਕਿਸੇ ਖਾਂਦਾ ਪੀਂਦਾ ਬੰਦਾ, ਜਿਸ ਬੰਦੇ ਦੇ ਕੋਲੇ 4 ਪੈਸੇ ਹੈਗੇ ਹੈ, ਉਹ ਤਾਂ ਜਿਹੜਾ ਹੈਗਾ, ਇਹ ਜਿਹੜੀ ਹੈ ਮਰਗ ਦਾ ਜਿਹੜਾ ਹੈਗਾ ਦੁਖਾਂਤ ਹੈ, ਇਹਨੂੰ ਉਹ ਤਾਂ ਸੌਖਾ ਹੀ ਚੱਲ ਲੂਗਾ। ਲੇਕਿਨ ਆਮ ਗਰੀਬ ਬੰਦੇ ਦੀ ਜਦੋਂ ਆਪਾਂ ਗੱਲ ਦੇਖੀਏ, ਗਰੀਬ ਬੰਦੇ ਨੇ ਸੰਸਕਾਰ ਵੀ ਕਰਨਾ, ਸੰਸਕਾਰ ਵਾਸਤੇ ਪੈਸੇ ਵੀ ਚਾਹੀਦੇ ਆ, ਕਿਰਿਆ ਕਰਮ ਵੀ ਚਾਹੀਦੀ ਆ, ਕਿੱਥੋਂ ਲਾਊਗਾ? ਇਹ ਮਤਲਬ ਹੈ ਵੀ ਬਹੁਤ ਦਰਦਨਾਕ ਪਰਿਸਥਿਤੀਆਂ ਦੇ ਵਿੱਚੋਂ, ਹਾਲਾਤਾਂ ਦੇ ਵਿੱਚੋਂ ਅਸੀਂ ਨਿਕਲ ਰਹੇ ਹਾਂ। ਇੱਥੇ ਚਾਹੀਦਾ ਹੈ ਕਿ ਮੇਲ ਮਿਲਾਪ ਕਰਕੇ ਇੱਕ ਦੂਜੇ ਦੇ ਨਾਲ ਅਸੀਂ ਜਿਹੜੀ ਹੈ ਉਹ ਇਹ ਮੁਸੀਬਤ ਨੂੰ ਕੱਟੀਏ। ਠੀਕ ਕਿਹਾ ਹੈ ਬਿਲਗਾ ਸਾਹਿਬ ਨੇ ਕਿ ਅੰਤਰਰਾਸ਼ਟਰੀ ਦੀ ਮਦਦ ਆ ਵੀ ਰਹੀ ਹੈ ਤੇ ਉਹਨੂੰ ਮਨਾ ਨਹੀਂ ਕਰਨਾ ਚਾਹੀਦਾ। UN ਸੈਕਟਰੀ ਜਨਰਲ ਦੇ ਤਰਜਮਾਨ ਨੇ ਕਹਿਤਾ ਕਿ ਅਸੀਂ ਪਹਿਲਾਂ ਮਨਾ ਕੀਤਾ ਸੀ। ਅਸਲ ਦੇ ਵਿੱਚ ਜਿਹੜੀ ਅਸੀਂ ਫੋਕੀ ਸ਼ੋਹਰਤ ਦੇ ਵਿੱਚ ਪਏ ਹੋਏ ਆ ਨਾ ਕਿ ਅਸੀਂ ਬਹੁਤ ਵੱਡੀ ਤਾਕਤ ਆ, ਭਾਰਤ ਇੱਕ ਬੜੀ ਵੱਡੀ ਤਾਕਤ ਆ, ਸਾਨੂੰ ਕਿਸੇ ਦੀ ਲੋੜ ਨਹੀਂ। ਅੱਜ ਦਾ ਜ਼ਮਾਨਾ ਤਾਂ ਜਿਹੜਾ ਹੈਗਾ ਉਹ ਸਾਡਾ ਸਹਿਯੋਗ ਨਾਲ ਹੈ, ਇੱਕ ਦੂਜੇ ਦੇ ਸਹਿਯੋਗ ਨਾਲ ਚੱਲਦੇ ਹੈ। ਠੀਕ ਆ, ਆਤਮ ਨਿਰਭਰ ਹੋਣਾ ਚਾਹੀਦਾ, ਲੇਕਿਨ ਆਤਮ ਨਿਰਭਰ ਹੋਣ ਦਾ ਮਤਲਬ ਇੰਨਾ ਵੀ ਹੈ ਨਹੀਂ ਕਿ ਅਸੀਂ ਆਪਣੇ ਘਰ ਦੇ ਵਿੱਚ ਹੀ ਸਾਰਾ ਕੁਝ ਕਰ ਲਾਂਗੇ। ਅੱਜ ਤਾਂ ਹਰ ਚੀਜ਼ ਜਿਹੜੀ ਹੈਗੀ ਹੈ ਸਾਨੂੰ ਇੱਕ ਦੂਜੇ ਦੇ ਨਾਲ ਵਟਾਂਦਰਾ ਕਰਨਾ ਪੈਂਦਾ ਹੈ। ਜੇ ਅਮਰੀਕਾ ਤੋਂ ਅਸੀਂ ਕੋਈ ਚੀਜ਼ ਲੈਂਦੇ ਹਾਂ ਤਾਂ ਉਹਨੂੰ ਦਿੰਦੇ ਵੀ ਹਾਂ। ਹੁਣ ਤਾਂ ਅਮਰੀਕਾ ਨੇ ਸਗੋਂ ਸਾਨੂੰ ਜਿਹੜੀ ਹੈਗੀ ਹੈ ਕੋਵਾਸ਼ੀਲਡ ਮੈਡੀਸਿਨ, ਜਿਹੜੀ ਸਾਡੀ ਕਾਫੀ ਅਹਿਮ ਹੈਗੀ ਇਹਦੀ ਵੈਕਸੀਨ, ਉਹਨੂੰ ਬਣਾਉਣ ਵਾਸਤੇ ਰਾਹ ਮਟੀਰੀਅਲ ਵੀ ਪ੍ਰੋਵਾਈਡ ਕਰਨਾ ਸ਼ੁਰੂ ਕਰ ਦਿੱਤਾ। ਸੋ ਜੇ ਕੋਈ ਵੀ ਸਾਨੂੰ ਦੇਸ਼ ਰਾਹ ਮਟੀਰੀਅਲ ਦਿੰਦਾ, ਸਾਨੂੰ ਲੈਣਾ ਚਾਹੀਦਾ ਹੈ। ਕੱਲ ਨੂੰ ਕਿਸੇ ਹੋਰ ਦੇਸ਼ ਦੇ ਉੱਤੇ ਪ੍ਰੋਬਲਮ ਪੈ ਜੇ ਤਾਂ ਸਾਨੂੰ ਉਹਦੀ ਮਦਦ ਕਰਨੀ ਵੀ ਚਾਹੀਦੀ ਹੈ। ਅਸਾਮ ਦਾ ਤੁਹਾਡਾ ਨੇਪਾਲ ਦੇ ਵਿੱਚ ਭੁਚਾਲ ਆਇਆ ਸੀ, ਕਿੰਨਾ ਵੱਡਾ ਨੁਕਸਾਨ ਹੋਇਆ ਸੀ। ਉਸ ਨੁਕਸਾਨ ਦੇ ਵਿੱਚ ਵੀ ਭਾਰਤ ਨੇ ਉਹਨਾਂ ਦੀ ਮਦਦ ਕੀਤੀ ਸੀ। ਸੋ ਅੱਜ ਦਾ ਜ਼ਮਾਨਾ ਜਿਹੜਾ ਹੈ ਉਹ ਆਪਸੀ ਸਹਿਯੋਗ ਦਾ ਹੈ, ਕੋਆਪਰੇਸ਼ਨ ਦਾ, ਲੈਣਾ ਤੇ ਦੇਣਾ। ਇੱਕ ਦੂਜੇ ਦੀ ਜਿਹਦੀ ਤੇ ਮੁਸੀਬਤ ਪੈਂਦੀ ਹੈ ਉਹਦੀ ਮਦਦ ਭਾਈਚਾਰਾ ਕਰਦਾ ਹੀ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਤੁਸੀਂ ਦੇਖੋ ਆਪਣੇ ਵਿਆਹ ਸ਼ਾਦੀਆਂ ਹੁੰਦੇ ਸੀ, ਉਦੋਂ ਨਿਉਂਦਾ ਪਾਉਣ ਦੀ ਗੱਲ ਚੱਲਦੀ ਹੁੰਦੀ ਸੀ। ਨਿਉਂਦਾ ਪਾਉਣ ਦਾ ਮਤਲਬ ਇਹ ਹੁੰਦਾ ਸੀ ਕਿ ਇੱਕ ਬੰਦੇ ਦੇ ਉੱਤੇ ਬੋਝ ਨਾ ਪਵੇ। ਪੈਸਾ ਹੁੰਦਾ ਨਹੀਂ ਸੀ ਲੋਕਾਂ ਕੋਲੇ ਵੀ ਜਿੰਨੇ ਜਿਹਦੀ ਹੈਗੀ ਆ ਭਾਈ ਲਿਖਤ ਕਰੀ ਚੱਲੋ, ਹੁਣ ਇਹਦੀ ਬੇਟੀ ਦਾ ਵਿਆਹ ਆਪਾਂ ਇਹਨੂੰ ਦੇ ਦਿਓ, ਕੱਲ ਨੂੰ ਆਪਣੀਆਂ ਦਾ ਹੋਣਗੇ ਤੇ ਸਾਰਾ ਭਾਈਚਾਰਾ ਦਿਓ। ਇਸ ਤਰ੍ਹਾਂ ਕੋਆਪਰੇਸ਼ਨ ਜਿਹੜਾ ਹੈਗਾ ਸਾਡੀ ਦਾ ਇੱਕ ਪੁਰਾਣੀ ਰਵਾਇਤ ਹੈ ਔਰ ਉਸ ਰਵਾਇਤ ਦੇ ਉੱਤੇ ਚੱਲਣਾ ਚਾਹੀਦਾ ਹੈ ਜੀ। ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਢਿੱਲੋਂ ਸਾਹਿਬ ਤੇ ਜੰਦੀ ਸਾਹਿਬ, ਜਗਰਾਜ ਗਿੱਲ ਜੀ। ਜੀ ਜੀ ਗਿੱਲ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਭਰਾ ਜੀ। ਹਾਂ ਜੀ, ਬਿਲਗਾ ਸਾਹਿਬ ਬੜੇ ਸਿਆਣੇ ਬੰਦੇ ਤੇ ਬਹੁਤ ਵਧੀਆ ਕਰਦੇ ਆ ਆਪਣੀ ਗੱਲਬਾਤ ਜੀ। ਪਰ ਅੱਜ ਮੈਨੂੰ ਥੋੜਾ ਜਿਹਾ ਇਹਨਾਂ ਤੋਂ ਕਰੰਟ ਲੱਗਿਆ ਵੀ ਇਹ ਕਹੀ ਜਾਂਦੇ ਵੀ ਮਦਦ ਲੈਣੀ ਚਾਹੀਦੀ, ਪਰ ਜਿਹੜੀ ਮਦਦ ਵਿਦੇਸ਼ ਜਿਹੜੀ ਮੁਲਕ ਜਾਂ ਅਮਰੀਕਾ ਦੇ ਰਿਹਾ ਉਹ ਮੋਦੀ ਸਾਹਿਬ ਤਾਂ ਦੂਜੇ ਮੁਲਕਾਂ ਨੂੰ ਗਾਂ ਆਪਦਾ ਟੌਰ ਬਣਾਉਣ ਲਈ ਦੇ ਰਹੇ ਆ ਜੀ। ਉਹਦੇ ਤੇ ਨਿਗਾਹ ਕੌਣ ਰੱਖੂਗਾ ਜੀ? ਤੇ ਇਹ ਤਾਂ ਇਹ ਸੋਚ ਰਿਹਾ ਮੈਨੂੰ ਲੱਗਦਾ ਵੀ ਜਿੰਨਾ ਵੀ ਲੋਕ ਮਰਨਗੇ, ਜਿੰਨੇ ਤੜਫਣਗੇ, ਓਨਾ ਹੀ ਮਤਲਬ ਗਰੀਬ ਹੋਣਗੇ ਤੇ ਭਖਮੰਗੇ ਹੋਣਗੇ ਤੇ ਵੋਟਾਂ ਸਸਤੀਆਂ ਲੈ ਲਾਂਗੇ। ਐਵੇਂ ਆਪਣੇ ਬਾਦਲ ਸਾਹਿਬ ਕਰਦੇ ਰਹੇ ਪੰਜਾਬ 'ਚ। ਸਾਡੇ ਪਿੰਡ ਆਏ ਬਾਦਲ ਸਾਹਿਬ ਦੇ, ਉਹ ਸਾਡੇ ਇੱਕ ਮੁੰਡਾ ਸੀ, ਉਹ ਖੜਾ ਹੋ ਕੇ ਕਹਿੰਦਾ, ਜਦੋਂ ਕਹਿੰਦੇ ਸੰਗਤ ਦਰਸ਼ਨ, ਕਹਿੰਦੇ ਵੀ ਕਿਸੇ ਦੀ ਮੰਗ ਕੋਈ ਰਹਿ ਤਾਂ ਨਹੀਂ ਗਈ, ਤੇ ਖੜੇ ਹੋ ਕੇ ਬੋਲੋ, ਉਹ ਮੁੰਡਾ ਖੜਾ ਹੋ ਗਿਆ ਜੀ। ਉਹ ਕਹਿੰਦਾ ਬਾਦਲ ਸਾਹਿਬ ਤੁਸੀਂ ਸਾਡੇ ਪਿੰਡ ਨਾ ਵੜਿਆ ਕਰੋ। ਉਹ ਹੈਰਾਨ ਹੋ ਗਏ, ਅਫਸਰ ਵੀ ਅੱਖਾਂ ਲਾਲ ਕੱਢੀਆਂ ਉਹਨਾਂ ਨੇ। ਕਹਿੰਦੇ ਇਹ ਕੀ ਗੱਲ ਹੋ ਗਈ? ਕਹਿੰਦੇ ਜਦੋਂ ਤੁਸੀਂ ਆਉਂਦੇ ਸਾਡੇ ਪਿੰਡਾਂ 'ਚ ਬਾਦਲ ਬੱਦਲ ਤੇ ਗੜੇ ਤੇ ਮੀਂਹ ਤੇ ਬਾਰਿਸ਼, ਸਾਡੀਆਂ ਫਸਲਾਂ ਖਰਾਬ ਹੋ ਜਾਂਦੀਆਂ ਤੇ ਤੁਸੀਂ ਨਾ ਹੀ ਆਇਆ ਕਰੋ। ਤੇ ਉਹ ਕਹਿੰਦੇ ਕਾਕਾ ਵੀ ਵੋਟਾਂ ਕਰ ਖਾਤਰ ਆਉਣਾ ਪੈਂਦਾ, ਕੀ ਕਰੀਏ? ਉਹ ਕਹਿੰਦੇ ਵੋਟਾਂ ਅਸੀਂ ਬਾਈ ਉਹੀ ਪਾ ਦਿਆ ਕਰੇ, ਤੁਸੀਂ ਸਾਡੇ ਪਿੰਡ ਨਾ ਆਇਆ ਕਰੋ। ਉਹ ਕਹਿੰਦਾ ਵੀ ਕਾਕਾ ਹੱਸ ਕੇ ਨਾ ਜਿਵੇਂ ਮੁਸਕਰਾ ਕੇ ਮਿੱਠਾ ਜਿਹਾ ਮੀਸਣ ਆਇਆ। ਹਾਂ, ਕਹਿੰਦੇ ਵੀ ਕਾਕਾ ਤੇਰੀ ਗੱਲ ਤਾਂ ਠੀਕ ਆ। ਤੇ ਲੋਕਾਂ ਨੇ ਤਾਲੀ ਮਾਰਤੀ ਤੇ ਚਲੇ ਗਏ। ਮੈਂ ਉਹਨੂੰ ਕਿਹਾ ਜੇ ਸੁਖਬੀਰ ਬਾਦਲ ਹੁੰਦਾ ਉਹਨੇ ਚੱਕ ਕੇ ਅਫਸਰਾਂ ਕਹਿਣਾ ਇਹਨੂੰ ਸਿੱਟੋ ਅੰਦਰ, ਪਟਾ ਫੇਰੋ ਇਹਦੇ ਤੇ, ਘੋਟਾ ਫੇਰੋ। ਉਹ ਮੁੰਡਾ ਹੁਣ ਸਰਪੰਚ ਆ ਸਾਡੇ ਪਿੰਡ ਦਾ, ਕੁੰਦਨ ਸਿੰਘ ਆ, ਸਰਖਾਣਾ ਦਾ ਮੁੰਡਾ, ਗਰੀਬ ਜਿਹਾ ਵਿਚਾਰਾ। ਹਾਂ ਜੀ, ਇਸ ਤਰ੍ਹਾਂ ਕਰਦੇ ਰਹੇ ਲੀਡਰ। ਬਿਲਕੁਲ ਜੀ, ਬਿਲਕੁਲ। ਧੰਨਵਾਦ ਜੀ, ਧੰਨਵਾਦ। ਹਾਂ, ਚੱਲਦੇ ਆਪਾਂ ਨੈਕਸਟ ਕਾਲ ਤੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਇੱਕ ਮੇਰੀ ਸੀ ਨਿਊਜ਼, ਜਿਹੜੇ ਇੰਡੀਆ ਦੇ ਮੀਡੀਆ ਮੁਤਾਬਕ ਅੱਤਵਾਦੀ ਹੈ ਤੇ ਖਾਲਸਾ ਏਡ ਵਾਲੇ, ਉਹਨਾਂ ਨੇ ਵੀ ਕਹਿੰਦੇ ਅੱਜ ਤੋਂ 8 ਘੰਟੇ ਪਹਿਲਾਂ, ਹੁਣ ਤੋਂ 8 ਘੰਟੇ ਪਹਿਲਾਂ 250 ਕੇ 300 ਮਸ਼ੀਨਾਂ ਜਿਹੜੀਆਂ ਆਕਸੀਜਨ ਲਾਉਣੇ ਉਹ ਭੇਜੀਆਂ, ਨਾਲੇ ਹੋਰ ਕਾਫੀ ਸਮਾਨ ਭੇਜਿਆ। ਤੇ ਇੰਡੀਆ ਦੇ ਮੀਡੀਆ ਮੁਤਾਬਕ ਹੀ ਜਿਹੜਾ ਕਿਸਾਨਾਂ ਨੇ ਹਸਪਤਾਲ ਖੋਲ੍ਹਿਆ ਹੈਗਾ ਉੱਥੇ ਬਾਰਡਰ ਤੇ, ਉਹਦੇ ਵਿੱਚ ਜਾ ਰਹੇ ਆ ਜੀ। ਇੱਕ ਪਾਸੇ ਉਹਨਾਂ ਨੂੰ ਟੈਰਰਿਸਟ ਕਹਿੰਦੇ ਤੇ ਫਿਰ ਉਹਨਾਂ ਦੀ ਹੈਲਪ ਕਰਦੇ ਆ ਜੀ। ਕਰਨੀ ਚਾਹੀਦੀ ਵੀ ਹੈ ਇਨਸਾਨੀਅਤ ਤੌਰ ਤੇ ਜੀ। ਇਹਦੇ ਬਾਰੇ ਦੱਸਿਓ ਜੀ। ਧੰਨਵਾਦ ਜੀ। ਜੀ ਢਿੱਲੋਂ ਸਾਹਿਬ। ਦੇਖੋ ਢਿੱਲੋਂ ਸਾਹਿਬ, ਗੱਲ ਇਹ ਹੈ ਕਿ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ। ਸਾਡਾ ਭਾਈਚਾਰਾ ਫਰਜ਼ ਅਦਾ ਕਰੀ ਜਾਂਦਾ। ਕਿਸੇ ਦੇ ਜੇ ਆਪਾਂ ਚੰਦ ਦੇ ਉੱਤੇ ਥੁੱਕੀ ਜਾਵਾਂਗੇ, ਸਾਡਾ ਧਰਤੀ ਤੋਂ ਥੁੱਕਿਆ ਹੋਇਆ ਚੰਦ ਤੱਕ ਨਹੀਂ ਜਾਂਦਾ। ਹਾਥੀ ਚੱਲਦੇ ਭਲੇ ਹੈ ਤੇ ਬਾਕੀ ਤੁਹਾਨੂੰ ਪਤਾ ਮਗਰੋਂ ਜਿਹੜੇ ਭੌਂਕਦੇ ਉਹਨਾਂ ਨੂੰ ਭੌਂਕੀ ਜਾਣ ਦਿਓ ਜੀ। ਇੰਡੀਆ ਦਾ ਮੀਡੀਆ ਨਾ ਕਹੋ ਤੁਸੀਂ ਕਹੋ ਕਿ ਜਿਹੜਾ ਗੁਲਾਮ ਮੀਡੀਆ ਉਹ ਹੈ। ਇੰਡੀਆ ਦੇ ਵਿੱਚ ਉਹ ਮੀਡੀਆ ਵੀ ਹੈਗਾ ਜਿਹੜਾ ਮੀਡੀਆ ਦੇ ਕੋਲ ਸਾਧਨ ਭਾਵੇਂ ਥੋੜੇ ਹੈ, ਲੇਕਿਨ ਉਹ ਕਿਤੇ ਨਾ ਕਿਤੇ ਜਿਹੜੀ ਜੇ ਉਹਨੂੰ ਤੀਲੀ ਜਗਾਉਂਦਾ, ਚਾਨਣ ਕਰਨ ਦਾ ਯਤਨ ਕਰਦਾ, ਔਰ ਉਹ ਚਾਨਣ ਬੜਾ ਕੰਮ ਕਰ ਰਿਹਾ ਹੈ। ਕੱਲੇ ਬੰਦੇ ਦਾ ਆਪਾਂ ਨਾਂ ਦੇ ਲੈ ਕੇ ਦੇਖ ਲਈਏ, ਰਵੀਸ਼ ਕੁਮਾਰ ਆ, ਅਬਸ਼ਾਰ ਕੁਮਾਰ ਆ, ਪ੍ਰਸੁਨ ਬਾਜਪਾਈ ਹੈ। ਇਹੋ ਜਿਹੇ ਲੋਕ ਜਿਹੜੇ ਹੈਗੇ ਆ, ਜਿਹੜੇ ਉਲਟ ਹਾਲਤਾਂ ਦੇ ਬਾਵਜੂਦ ਕਿੰਨਾ ਸਥਿਤੀਆਂ ਦੇ ਵਿੱਚ ਉਹਨਾਂ ਨੂੰ ਜਿਉਣਾ ਪੈ ਰਿਹਾ ਹੈ, ਕਿਵੇਂ ਘਰਾਂ ਚੋਂ ਨਿਕਲਣਾ ਉਹਨਾਂ ਦਾ ਦੁੱਭਰ ਹੋਇਆ ਪਿਆ। ਜਦੋਂ ਰਵੀਸ਼ ਕੁਮਾਰ ਵਰਗੇ ਲੋਕ ਘਰਾਂ ਚੋਂ ਨਿਕਲਦੇ ਆ, ਉਹਨਾਂ ਨੂੰ ਘੇਰਿਆ ਜਾਂਦਾ, ਉਹਨਾਂ ਨੂੰ ਟਰੋਲ ਕੀਤਾ ਜਾਂਦਾ, ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੀਆਂ ਜਿਹੜੀਆਂ ਔਰਤਾਂ ਉਹਨਾਂ ਤੱਕ ਵੀ ਜਿਹੜੇ ਬੁਰੇ ਸ਼ਬਦ ਕਹੇ ਜਾਂਦੇ ਆ, ਲੇਕਿਨ ਉਹ ਲੋਕ ਜਿਹੜੇ ਚੱਲੀ ਜਾਂਦੇ ਆ। ਸੋ ਢਿੱਲੋਂ ਸਾਹਿਬ ਦੀ ਗੱਲ ਠੀਕ ਹੈ, ਇਹਨੂੰ ਅਸੀਂ ਕਹਿ ਸਕਦੇ ਹਾਂ ਗੁਲਾਮ ਤੇ ਗੁਲਤੀ ਮੀਡੀਆ ਜਿਹੜਾ ਹੈਗਾ ਉਹ ਪ੍ਰਚਾਰ ਪ੍ਰਸਾਰ ਉਲਟ ਕਰਦਾ ਹੈ। ਦੁਨੀਆ ਦੇਖਦੀ ਹੈ। ਜੇ ਤੁਸੀਂ ਦੇਖੋ ਕਿ ਹਸਪਤਾਲ ਖੋਲਿਆ, ਜਿਹੜੇ ਸਾਡੇ ਕਿਸਾਨ ਵਿਚਾਰੇ ਬੈਠੇ ਹੈ ਸਰਹੱਦਾਂ ਦੇ ਉੱਤੇ, ਇੰਨੀ ਗਰਮੀ ਦੇ ਵਿੱਚ ਲੋਕ ਏਸੀ ਲਾਈ ਬੈਠੇ ਹੈ, ਉਹਨਾਂ ਦੀ ਹਾਲਤ ਕੀ ਹੈ? ਉਹਨਾਂ ਨੇ ਜਿਹੜੇ ਆਲੇ ਦੁਆਲੇ ਦੇ ਪਿੰਡ ਆ ਉਹ ਅਡਾਪਟ ਕਰ ਲਏ। ਉਹਨਾਂ ਪਿੰਡਾਂ ਦੇ ਵਿੱਚ ਲੋਕਾਂ ਦੀ ਜਿਹੜੀ ਹੈਗੀ ਆ, ਜਿੰਨੀ ਕੁ ਉਹਨਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਉਹ ਮਦਦ ਵੀ ਦਿੰਦੇ ਹੈ। ਉਹਨਾਂ ਪ੍ਰਤੀ ਇਹ ਬਾਹਰ ਜੋ ਮਰਜ਼ੀ ਆ ਭਕਾਈ ਕਰੀ ਜਾਣ, ਲਿਖੀ ਜਾਣ ਉਹ ਅੱਤਵਾਦੀ ਹੈ ਜੀ, ਉਹ ਦਹਿਸ਼ਤਗਰਦ ਹੈ, ਉਹ ਖਾਲਿਸਤਾਨੀ ਹੈ, ਜੋ ਮਰਜ਼ੀ ਆ ਕਹੀ ਜਾਣ। ਇਹ ਲੋਕਾਂ ਨੂੰ ਪਤਾ ਹੈ। ਆਪਾਂ ਆਪਣੀ ਜ਼ਿੰਮੇਵਾਰੀ, ਆਪਣਾ ਭਾਈਚਾਰਾ ਨਿਭਾਈ ਜਾਂਦਾ ਹੈ। ਔਰ ਇਹਦੇ ਤੇ ਮੇਰਾ ਤਾਂ ਇਹ ਨਹੀਂ ਕਹਿ ਰਿਹਾ, ਇਹ ਤੋਂ ਬਾਅਦ ਆਪਾਂ ਕੀ ਕਹੀਏ, ਕਿਉਂਕਿ ਜਿਹੜੇ ਬੰਦੇ ਭੌਂਕਣ ਵਾਲੇ ਉਹਨਾਂ ਨੇ ਭੌਂਕਣੋਂ ਹਟਣਾ ਨਹੀਂ ਜੀ। ਹਾਂ, ਬਿਲਕੁਲ ਵਾਕਿਆ ਗੱਲ ਸਹੀ ਹੈ ਜੀ। ਚੱਲਦੇ ਜੀ ਆਪਾਂ। ਅਕਾਲੀ ਦਲ ਦਾ ਬੜਾ ਲਾਡਲਾ ਸੀਗਾ ਤੇ ਤੁਹਾਨੂੰ ਪਤਾ ਹੀ ਆ, ਹੀਰੋ ਬਣਦਾ ਫੜਿਆ ਗਿਆ ਜੀ। ਆਪਣੇ ਪੁੱਤਰ ਦੀ ਪੰਥ 'ਚ ਵਾਪਸੀ ਲਈ ਲੰਗਾਹ ਦੇ ਮਾਪਿਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੀਤੀ ਹੈ ਜੀ। ਗੜਗੜਾ ਰਹੇ ਆ ਕਿਉਂਕਿ ਵੋਟਾਂ ਨੇੜੇ ਆ। ਬਿਲਕੁਲ ਜੀ, ਆਪਾਂ ਮਾਪਿਆਂ ਦਾ ਵਿਚਾਰਿਆਂ ਦਾ ਨਾਂ ਕਹਿ ਸਕਦੇ ਹਾਂ, ਅਸਲ ਤਾਂ ਮਾਪਿਆਂ ਨੂੰ ਮੂਹਰੇ ਕੀਤਾ ਹੋਇਆ ਹੈ। ਸੁੱਚਾ ਸਿੰਘ ਲੰਗਾਹ ਦੇ ਪਿਤਾ ਦੀ ਉਮਰ ਹੈ ਜੀ 99 ਸਾਲ ਤੇ ਨਾਂ ਉਹਨਾਂ ਦਾ ਤਾਰਾ ਸਿੰਘ ਜੀ। ਮਾਤਾ ਦੀ ਉਮਰ 88 ਸਾਲ ਤੇ ਨਾਂ ਉਹਨਾਂ ਦਾ ਪ੍ਰੀਤਮ ਕੌਰ ਜੀ। ਇਸ ਉਮਰ ਦੇ ਵਿੱਚ ਪਿੰਡਾਂ 'ਚ ਰਹਿਣ ਵਾਲੇ ਬਜ਼ੁਰਗਾਂ ਨੂੰ ਘਰੇ ਬੈਠ ਕੇ ਮਾਲਾ ਫੇਰਨ ਦਾ ਸਮਾਂ ਹੁੰਦਾ ਹੈ।
ਲੇਕਿਨ ਉਹ ਅਰਜ਼ੀਆਂ ਲੈ ਕੇ ਜੇ ਅਕਾਲ ਤਖਤ ਸਾਹਿਬ ਤੇ ਆਉਂਦੇ ਆ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾਂਦੇ ਆ ਤੇ ਉਹਦਾ ਕਾਰਨ ਵੱਡਾ ਕੀ ਹੈ? ਕਾਰਨ ਵੱਡਾ ਇਹ ਹੈ ਕਿ ਇਹ ਲੋਕ ਜਿਹੜੇ ਹੈਗੇ ਜਿਨ੍ਹਾਂ ਨੇ ਮਾਂ-ਬਾਪ ਦੀ ਸੇਵਾ ਕਰਨੀ ਹੁੰਦੀ ਹੈ, ਉਹ ਮਾਂ-ਬਾਪ ਨੂੰ ਇਸ ਉਮਰ ਦੇ ਵਿੱਚ ਵੀ, ਮੈਂ ਕਹੂੰਗਾ, ਉਹਨਾਂ ਦਾ ਬੁਢਾਪਾ ਰੋਲਦੇ ਹੈ। ਅੱਜ ਅਸੀਂ ਜੇ ਜ਼ਿਕਰ ਕਰ ਰਹੇ ਹਾਂ ਤਾਂ ਸ਼ਾਇਦ ਉਹਨਾਂ ਦਾ ਨਾਂ ਨਹੀਂ ਸੀ, ਉਹਨਾਂ ਵਿਚਾਰਿਆਂ ਦਾ ਮਾਂ-ਬਾਪ ਦਾ ਕੋਈ ਕਸੂਰ ਨਹੀਂ ਹੁੰਦਾ। ਮਾਂ-ਬਾਪ ਤਾਂ ਹਮੇਸ਼ਾ ਇਹ ਚਾਹੁੰਦੇ ਹੁੰਦੇ ਕਿ ਅਸੀਂ ਚੰਗੇ ਸੰਸਕਾਰ ਦੇਈਏ, ਸਾਡਾ ਬੇਟਾ ਚੰਗਾ ਬਣੇ। ਸੰਸਕਾਰ ਦਿੱਤੇ ਉਹਨਾਂ ਨੇ, ਜਿਹੋ ਜਿਹੇ ਵੀ ਦਿੱਤੇ, ਚਲੋ ਉਹਨੇ ਕੋਸ਼ਿਸ਼ ਕੀਤੀ ਕਿ ਬੰਦਾ MLA ਬਣ ਗਿਆ, ਵਜ਼ੀਰ ਬਣ ਗਿਆ, ਸਾਰਾ ਕੁਛ। ਲੇਕਿਨ ਚੰਦੀ ਸਾਹਿਬ, ਜਿਹੜੀ ਤਾਕਤ ਹੁੰਦੀ ਹੈ ਨਾ ਬੰਦੇ ਦੀ, ਜਿਹੜੀ ਲੋੜੋਂ ਵੱਧ ਤਾਕਤ ਹੁੰਦੀ ਹੈ, ਲੋੜੋਂ ਵੱਧ ਤਾਕਤ ਬੰਦੇ ਨੂੰ ਅੰਨਾ ਕਰਦੀ ਹੈ। ਸਿਆਣੇ ਬੰਦੇ ਕਹਿੰਦੇ ਹੁੰਦੇ ਆ ਕਿ ਜੇ ਲੋੜੋਂ ਵੱਧ ਆਪਾਂ ਖਾਣਾ ਵੀ ਖਾ ਲਈਏ, ਰੋਟੀ ਵੀ ਖਾ ਲਈਏ, ਤੇ ਕਈ ਵਾਰੀ ਉਹ ਵੀ ਤੰਗ ਕਰਦੀ ਹੈ। ਜੋ ਕੁਝ ਸੁੱਚਾ ਸਿੰਘ ਲੰਗਾਹ ਨੇ ਕੀਤਾ, ਆਪਾਂ ਨੂੰ ਉਹਨੂੰ ਦੁਹਰਾਉਣ ਦੀ ਲੋੜ ਨਹੀਂ। ਉਹ ਸਾਰੇ ਦਾ ਸਾਰਾ ਕੁਝ, ਜਿਹੜੀਆਂ ਉਹ ਨੀਲੀਆਂ ਪੀਲੀਆਂ ਫਿਲਮਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਆ ਜਾਂਦੀਆਂ, ਉਹ ਨਹੀਂ। ਲੇਕਿਨ ਇੱਕ ਗੱਲ ਸਾਨੂੰ ਮੰਨਣੀ ਪੈਣੀ ਹੈ ਕਿ ਸਾਡੀਆਂ ਜਿਹੜੀਆਂ ਦੁਨਿਆਵੀ ਅਦਾਲਤਾਂ ਤੇ ਜਿਹੜੀ ਦੂਜੀ ਇੱਕ ਅਦਾਲਤ ਹੈ ਕੁਦਰਤੀ ਜਾਂ ਰੱਬ ਦੀ ਅਦਾਲਤ, ਉਹਦਾ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਮਾਮਲੇ ਦੇ ਵਿੱਚ ਅਸੀਂ ਦੇਖਿਆ ਕਿ ਸੁੱਚਾ ਸਿੰਘ ਲੰਗਾਹ ਅਦਾਲਤ ਚੋਂ ਬਰੀ ਹੋ ਗਿਆ। ਬਰੀ ਹੋਣ ਦਾ ਕਾਰਨ ਕੀ ਸੀ ਕਿ ਜਿਹੜੀ ਬੀਬੀ ਦੇ ਬਿਆਨ ਤੇ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਕਾਰਨ ਕੀ ਹੈ ਆਪਾਂ ਨਹੀਂ ਇਹਦੇ ਬਾਰੇ ਕੁਝ ਕਹਿ ਸਕਦੇ, ਕਿਸੇ ਤੇ ਕਿਉਂ ਆਪਾਂ ਚਿੱਕੜ ਉਛਾਲੀਏ। ਉਸ ਬੀਬੀ ਨੇ ਗਵਾਹੀ ਤੋਂ ਮੁੱਕਰਨਾ ਬਿਹਤਰ ਸਮਝਿਆ। ਕਿਉਂ? ਕਿ ਉਹਦੇ ਤੇ ਕੀ ਪ੍ਰੈਸ਼ਰ ਪਿਆ, ਕੀ ਲਾਲਚ ਸੀ, ਕੀ ਨਹੀਂ ਸੀ, ਉਹ ਮੁੱਕਰ ਗਈ ਗਵਾਹੀ। ਅਦਾਲਤ ਨੇ ਕਹਿ ਦਿੱਤਾ ਸਬੂਤ ਹੈ ਨਹੀਂ, ਐਵੀਡੈਂਸ ਹੈ ਨਹੀਂ, ਇਸ ਕਰਕੇ ਅਦਾਲਤ ਨੇ ਉਹਨੂੰ ਬਰੀ ਕਰ ਦਿੱਤਾ। ਉਹਦੇ ਮਾਪਿਆਂ ਨੇ ਜਿਹੜੀ ਹੁਣ ਐਪਲੀਕੇਸ਼ਨ ਦਿੱਤੀ ਹੈ, ਜਿਹੜੀ ਦਰਖਾਸਤ ਪਾਈ ਹੈ, ਜਿਹੜੀ ਅਰਜ਼ੋਈ ਕੀਤੀ ਹੈ ਅਕਾਲ ਤਖਤ ਸਾਹਿਬ ਕੋਲੇ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਬੱਚੇ ਤੋਂ ਗਲਤੀ ਹੋਈ ਹੈ। ਔਰ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਕਿ ਸਾਡਾ ਬੇਟਾ ਜਿਹੜਾ ਹੈਗਾ ਵਾਰ-ਵਾਰ ਅਪਰੋਚ ਕਰ ਚੁੱਕਾ ਹੈ ਜਿਹੜੇ ਹੈਗੇ ਸਾਡੇ ਧਾਰਮਿਕ ਆਗੂਆਂ ਦੇ ਕੋਲੇ, ਧਾਰਮਿਕ ਜਿਹੜੇ ਸਾਡੇ ਰਹਿਬਰ ਹੈ ਉਹਨਾਂ ਕੋਲ, ਕਿ ਜੀ ਮੈਂ ਆਪਣੀ ਗਲਤੀ ਮੰਨਦਾ ਤੇ ਮੈਂ ਆਪਣੀ ਗਲਤੀ ਸੁਧਾਰ ਰਿਹਾ, ਅੱਗੇ ਤੋਂ ਮੈਂ ਅਜਿਹੀ ਗਲਤੀ ਨਹੀਂ ਕਰੂੰਗਾ, ਮੈਨੂੰ ਖਿਮਾ ਕਰ ਦਿੱਤਾ ਜਾਵੇ। ਹੁਣ ਮਾਪਿਆਂ ਨੇ ਬਹਾਨਾ ਕੀ ਲਿਆ? ਮਾਪਿਆਂ ਨੇ, ਉਹਨਾਂ ਨੇ ਤਾਂ ਵਿਚਾਰਿਆਂ ਨੇ ਕੀ ਹੈ, ਉਹਨਾਂ ਦੇ ਦਸਤਖਤ ਕਰਵਾਏ ਹੋਣਗੇ ਜਾਂ ਅੰਗੂਠੇ ਲਵਾਏ ਹੋਣਗੇ। ਜਿਹੜੀ ਐਪਲੀਕੇਸ਼ਨ ਲਿਖੀ ਹੈ ਕਿ ਸਾਡੀ ਉਮਰ ਬਹੁਤ ਵੱਡੀ ਹੋ ਗਈ, ਵੱਡੀ ਉਮਰ ਦੇ ਚੱਲਦਿਆਂ ਹੋਇਆ ਨਦੀ ਕਿਨਾਰੇ ਰੁਖੜਾ, ਪਤਾ ਨਹੀਂ ਅਸੀਂ ਕਿਹੜੇ ਵੇਲੇ ਚਲੇ ਜਾਈਏ। ਔਰ ਸਾਡਾ ਜਿਹੜਾ ਹੈਗਾ ਪਿਛੋਕੜ ਹੈ, ਅਸੀਂ ਗੁਰਮਤ ਦੇ ਨਾਲ ਜੁੜੇ ਹੋਏ ਹਾਂ। ਸਾਡਾ ਸਿੱਖੀ ਦੇ ਵਿੱਚ, ਸਿੱਖ ਸਿਧਾਂਤਾਂ ਦੇ ਵਿੱਚ ਪੂਰਾ ਜਿਹੜਾ ਹੈਗਾ ਵਿਸ਼ਵਾਸ ਹੈ, ਅਸੀਂ ਉਹਦੇ ਮੁਤਾਬਕ ਚੱਲਦੇ ਹਾਂ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਉਂਦੇ ਜੀ ਸਾਡਾ ਮੁੰਡਾ ਮੁੜ ਪੰਥ ਦੇ ਵਿੱਚ ਵਾਪਸੀ ਕਰ ਲਵੇ, ਇਹਨੂੰ ਭਾਈਚਾਰੇ ਚ ਜਿਹੜਾ ਛੇਕਿਆ ਵਾ ਇਹ ਭਾਈਚਾਰੇ ਚ ਫੇਰ ਆ ਜਾਏ ਤੇ ਸਾਡੀ ਜਿਹੜੀ ਹੈ ਵਿਦਾਇਗੀ ਹੈ, ਉਹ ਵਿਦਾਇਗੀ ਥੋੜੀ ਜਿਹੀ ਸੌਖੀ ਹੋ ਜੇ। ਅਲਫਾਜ਼ ਆ ਜਿਹੜੇ ਸ਼ਬਦ ਆ ਉਹ ਬੜੇ ਵਧੀਆ ਲਿਖੇ ਹੋਏ ਆ, ਸਾਹਿਤਕ ਲਿਖੇ ਹੋਏ ਆ, ਔਰ ਉਹ ਉਹਦੇ ਚ ਗੁਰਬਾਣੀ ਦਾ ਹਵਾਲਾ ਵੀ ਦਿੱਤਾ, ਇਸ ਢੰਗ ਨਾਲ ਕੀਤਾ ਕਿ ਸਾਡੇ ਤੇ ਰਹਿਮ ਕੀਤਾ ਜਾਵੇ। ਪਰ ਅਸਲ ਕਹਾਣੀ ਕੀ ਹੈ? ਤੁਸੀਂ ਦੇਖਿਆ ਹੋਣਾ, ਆਪਾਂ ਪਿਛਲੇ ਦਿਨਾਂ 'ਚ ਵੀ ਖਬਰੇ ਕੀਤੀ ਸੀ ਕਿ ਸੁੱਚਾ ਸਿੰਘ ਲੰਗਾਹ ਨੇ ਪਹਿਲਾਂ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਜਾ ਕੇ ਪੇਸ਼ ਹੋ ਕੇ ਆਪਣੇ ਆਪ ਨੂੰ ਤਨਖਾਹ ਲਵਾ ਲਈ, ਤਨਖਾਹ ਲਵਾ ਕੇ ਤਨਖਾਹ ਦੀ ਪੂਰਤੀ ਵੀ ਕਰਤੀ। ਔਰ ਉਹਦੇ 'ਚ ਜਿਹੜਾ ਉਹ ਸੀ ਗੁਰਦੁਆਰੇ ਦੇ ਜਿਨ੍ਹਾਂ ਸਿੰਘਾਂ ਨੇ ਉਹਨੂੰ ਮਾਫ ਕੀਤਾ ਸੀ, ਉਹਨਾਂ ਨੂੰ ਮੇਰਾ ਤਾਂ ਖਿਆਲ ਹੈ ਵੀ ਆਪਣੀ ਤਾਂ ਉਹਨਾਂ ਦੀ ਪਹੁੰਚ ਹੀ ਹੈ ਨਹੀਂ। ਉੱਪਰੋਂ ਹੁਕਮ ਆਇਆ ਹੁਣੇ, ਮਾਮਲਾ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਤੇ ਜਦੋਂ ਅਕਾਲ ਤਖਤ ਸਾਹਿਬ ਨੇ ਇਹਦੇ 'ਚ ਦਖਲ ਦਿੱਤਾ, ਇਹਦਾ ਨੋਟਿਸ ਲਿਆ, ਫਿਰ ਕੀ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਕੁਝ ਮੁਲਾਜ਼ਮਾਂ ਨੂੰ ਮੁਅੱਤਲ ਕਰਨਾ ਪੈ ਗਿਆ ਸੀ। ਉਦੋਂ ਤੋਂ ਲੈ ਕੇ ਸੁੱਚਾ ਸਿੰਘ ਲੰਗਾਹ ਕਦੇ ਕਿਤੇ ਜਾਂਦਾ ਤੇ ਕਦੇ ਕਿਤੇ ਜਾਂਦਾ ਹੈ। ਉਨੀ ਦੇਰ ਤੱਕ ਸੁੱਚਾ ਸਿੰਘ ਲੰਗਾਹ ਦੀ ਪੰਥ 'ਚ ਵਾਪਸੀ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਵੱਡੇ ਘਰੋਂ ਹਦਾਇਤਾਂ ਨਹੀਂ ਹੁੰਦੀਆਂ। ਅਸਲ ਦੇ ਵਿੱਚ 2022 'ਚ ਆ ਰਹੀਆਂ ਚੋਣਾਂ, ਔਰ ਉਹ ਚੋਣਾਂ ਲੜਨ ਦੇ ਲਈ ਉਤਸੁਕ ਹੈ। ਉਹਨੂੰ ਇਹ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੇਰੀ ਪੰਥ 'ਚ ਵਾਪਸੀ ਹੋ ਜੇ ਤਾਂ ਮੈਂ ਤਾਂ ਹੀ ਚੋਣ ਲੜ ਸਕਦਾ। ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਭਖਿਆ ਹੋਇਆ ਪੂਰੀ ਤਰ੍ਹਾਂ, ਇੱਕ ਬੰਦਾ ਜਿਹਨੂੰ ਪੰਥ 'ਚੋਂ ਛੇਕਿਆ ਹੋਇਆ ਚਰਿੱਤਰਹੀਨਤਾ ਦੇ ਚੱਲਦਿਆਂ ਜੇ ਉਹਨੂੰ ਟਿਕਟ ਦੇ ਦਿੰਦਾ ਅਕਾਲੀ ਦਲ ਦਾ ਪੂਰਾ ਬੇੜਾ ਗਰਕ ਹੋ ਜਾਣਾ। ਇਸ ਕਰਕੇ ਅਕਾਲੀ ਦਲ ਦੀ ਵੀ ਇਹ ਲੋੜ ਹੈ ਕਿ ਉਹ ਬੰਦੇ ਦੀ ਪਹਿਲਾਂ ਪੰਥ 'ਚ ਵਾਪਸੀ ਹੋਵੇ, ਤੇ ਇਹ ਵੀ ਲੋੜ ਹੈ ਕਿਉਂਕਿ ਇਹ ਮੰਨਣਾ ਪੈਣਾ ਆਪਾਂ ਨੂੰ ਕਿ ਸੁੱਚਾ ਸਿੰਘ ਲੰਗਾਹ ਬਾਹੂਬਲੀ ਵੀ ਹੈ, ਉਹਦਾ ਆਪਣੇ ਹਲਕੇ ਦੇ ਉੱਤੇ ਪੂਰਾ ਕੰਟਰੋਲ ਹੈ। ਜਦੋਂ ਉਹ ਬੰਦਾ ਤਰੀਕਾ ਭੁਗਤਣਾ ਆਉਂਦਾ ਹੁੰਦਾ ਸੀ, ਉਦੋਂ ਨੀਲੀਆਂ ਦਸਤਾਰਾਂ ਵਾਲੇ ਅਕਾਲੀ ਉਹਦੀ ਪੇਸ਼ੀ ਤੇ ਵੀ ਆਉਂਦੇ ਹੁੰਦੇ ਸੀ। ਇਹ ਸਾਰਾ ਕੁਝ ਜਿਹੜਾ ਹੈਗਾ ਉਹਦੇ ਕੋਲ ਹੈ, ਔਰ ਉਹਦਾ ਜਿਹੜਾ ਆਧਾਰ ਹੈ, ਉਹਦਾ ਆਧਾਰ ਦਾ ਕਰਕੇ ਅਕਾਲੀ ਦਲ ਨੂੰ ਵੀ ਲੋੜ ਹੈ ਕਿ ਉਹ ਬੰਦੇ ਦੀ ਪੰਥ 'ਚ ਵਾਪਸੀ ਹੋਵੇ ਤੇ ਉਹਨੂੰ ਟਿਕਟ ਦਿੱਤੀ ਜਾਵੇ ਤੇ ਸਾਡੇ ਕੋਲ ਇੱਕ MLA ਆਵੇ। ਇਸ ਲਈ ਇਸ ਮਕਸਦ ਵਾਸਤੇ ਹੁਣ ਬਜ਼ੁਰਗ ਮਾਂ-ਬਾਪ ਨੂੰ ਜਿਹੜਾ ਅੱਗੇ ਲਾਇਆ ਹੋਇਆ, ਉਹਨਾਂ ਵਿਚਾਰਿਆਂ ਦੇ ਨਾਂ ਹੈ, ਉਹਨਾਂ ਨਾਮਾਂ ਦੇ ਤਹਿਤ ਜਿਹੜੀ ਨੂੰ ਅਕਾਲ ਤਖਤ ਸਾਹਿਬ ਕੋਲ ਅਰਜ਼ੀ ਆ ਗਈ। ਦੇਖਦੇ ਹਾਂ ਆਪਾਂ ਅਗਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਕੀ ਫੈਸਲਾ ਕਰਦੇ ਹੈ। ਲੇਕਿਨ ਮੇਰਾ ਮੰਨਣਾ ਹੈ ਕਿ ਅਕਾਲ ਤਖਤ ਸਾਹਿਬ ਉਹੀ ਫੈਸਲਾ ਕਰਨਗੇ ਜੋ ਸਿਆਸੀ ਹੁਕਮ ਦੇਣਗੇ। ਜੀ
ਬਿਲਕੁਲ ਜੀ, ਜੇ ਤੁਸੀਂ PTN 24 ਨੂੰ ਦੇਖ ਨਹੀਂ ਸਕਦੇ, ਸੁਣਨਾ ਚਾਹੁੰਦੇ ਹੋ, ਤੁਸੀਂ ਟਰੱਕ ਤੇ ਹੋ, ਕਾਰਾਂ ਦੇ ਵਿੱਚ ਜਾਂ ਬਾਹਰ ਹੋਰ ਵੀ ਕਿਸੇ ਦੇਸ਼ ਦੇ ਵਿੱਚ ਦੂਰ ਦਰੇਡੇ ਹੋ ਜਿੱਥੇ ਪਹੁੰਚ ਨਹੀਂ ਹੁੰਦੀ ਜੀ, ਤੇ ਨੰਬਰ ਆ 905, ਕੈਨੇਡਾ ਦਾ ਨੰਬਰ ਹੈ ਜੀ 905 670 1129, 905 670 1129 ਦੇ USA ਦਾ ਨੰਬਰ ਆ ਜੀ 641 793 6412, 641 793 6412। ਤਾਂ ਇੰਗਲੈਂਡ ਦਾ ਯਾਨੀ ਕਿ UK ਦਾ ਨੰਬਰ ਆ ਜੀ 330 606 98 27, 330 606 98 27। ਕੈਨੇਡਾ ਦਾ ਨੰਬਰ ਇੱਕ ਵਾਰੀ ਫਿਰ ਬੋਲਦਾ ਜੀ 905 670 1129। ਤੁਸੀਂ ਇਸ ਤੇ ਡਾਇਲ ਕਰਕੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਢਿੱਲੋਂ ਸਾਹਿਬ, ਮੋਦੀ ਦੇ ਅਸਤੀਫੇ ਲਈ ਹੈਸ਼ਟੈਗ ਨੂੰ ਗਲਤੀ ਨਾਲ ਰੋਕਿਆ, ਫੇਸਬੁੱਕ ਨੇ ਕਿਹਾ ਜੀ। ਬਿਲਕੁਲ ਜੀ, ਕਰੋਨਾ ਮਹਾਮਾਰੀ ਦੇ ਚਲਦਿਆਂ ਜਦੋਂ ਦੇਸ਼ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮਨੁੱਖਤਾ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ, ਉਦੋਂ ਕਿਸੇ ਨੇ ਹੈਸ਼ਟੈਗ ਚਲਾ ਦਿੱਤਾ ਜੀ, ਔਰ ਉਸ ਹੈਸ਼ਟੈਗ ਦੇ ਜ਼ਰੀਏ ਇਹ ਕਿਹਾ ਗਿਆ ਕਿ ਨਰਿੰਦਰ ਮੋਦੀ ਸਾਹਿਬ, ਤੁਸੀਂ ਪ੍ਰਧਾਨ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦਿਓ, ਤੁਸੀਂ ਯੋਗ ਨਹੀਂ ਰਹੇ ਮੁਲਕ ਨੂੰ ਅਗਵਾਈ ਦੇਣ ਦੇ। ਮੁਲਕ ਦੇ ਵਿੱਚ ਲੋਕ ਮਰ ਰਹੇ ਆ ਵੱਡੀ ਪੱਧਰ ਦੇ ਉੱਤੇ, ਤੇ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਹ ਹੈਸ਼ਟੈਗ ਜਦੋਂ ਚੱਲ ਪਿਆ ਜੀ, ਤੇ ਇਹਦੇ ਚੱਲਣ ਤੋਂ ਥੋੜਾ ਸਮਾਂ ਬਾਅਦ ਹੀ ਇਹ ਹੈਸ਼ਟੈਗ ਬਲੌਕ ਹੋ ਗਿਆ। ਜਦੋਂ ਬਲੌਕ ਹੋ ਗਿਆ, ਬੰਦ ਹੋ ਗਿਆ, ਡਿਲੀਟ ਹੋ ਗਿਆ, ਜੋ ਵੀ ਹੋਇਆ, ਨਤੀਜਾ ਫਿਰ ਕੀ ਹੋਇਆ ਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਫੈਲ ਗਿਆ। ਉਸ ਗੁੱਸੇ ਦੇ ਚਲਦਿਆਂ ਬਹੁਤ ਵੱਡੇ ਸੁਨੇਹੇ ਭੇਜਣੇ ਸ਼ੁਰੂ ਕਰਤੇ ਵੱਡੀ ਪੱਧਰ ਦੇ ਉੱਤੇ ਫੇਸਬੁੱਕ ਵਾਲਿਆਂ ਨੂੰ, ਔਰ ਕਾਫੀ ਜਦੋਂ ਉਹਨਾਂ ਦੀ ਖਿੱਲੀ ਜੀ ਉੱਡੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਉਹਨੂੰ ਦੁਬਾਰਾ ਫੇਰ ਸ਼ੁਰੂ ਕਰਤਾ। ਹੁਣ ਉਹਨਾਂ ਦਾ ਸਪਸ਼ਟੀਕਰਨ ਆ ਗਿਆ ਫੇਸਬੁੱਕ ਵਾਲਿਆਂ ਦਾ ਕਿ ਲੋਕਾਂ ਦਾ ਇਲਜ਼ਾਮ ਇਹ ਸੀ ਕਿ ਜਿਹੜਾ ਇਹ ਹੈਸ਼ਟੈਗ ਹਟਾਇਆ ਸੋਸ਼ਲ ਮੀਡੀਆ ਤੋਂ, ਜਿਹੜਾ ਇਹਨੂੰ ਹਟਾਉਣ ਦੀ ਗੱਲ ਕੀਤੀ ਹੈ, ਜਿੰਨੇ ਵੀ ਇਹਨਾਂ ਦੇ ਖਿਲਾਫ ਜਾਂਦੇ ਹੈ ਟਵੀਟ ਵਗੈਰਾ ਹਟਾਏ ਜਾ ਰਹੇ ਹੈ, ਇਹ ਭਾਰਤ ਸਰਕਾਰ ਦੇ ਦਬਾਅ ਕਾਰਨ ਫੇਸਬੁੱਕ ਦਬਾਅ ਮੰਨਦੀ ਹੈ। ਫੇਸਬੁੱਕ ਹੋਵੇ ਚਾਹੇ WhatsApp ਹੋਵੇ, ਆਪਣੇ ਆਪ ਨੂੰ ਇਹ ਗੱਲ ਕਹਿੰਦੇ ਆ ਜੀ ਅਸੀਂ ਤਾਂ ਬਿਲਕੁਲ ਆਜ਼ਾਦ ਆ, ਇੰਡੀਪੈਂਡੈਂਟ ਆ। ਲੇਕਿਨ ਇਹਦੇ ਚ ਵੀ ਉਹਨਾਂ ਨੇ ਕਿਹਾ ਕਿ ਕੁਝ ਕੰਟੈਂਟ ਅਜਿਹਾ ਸੀ ਜਿਹੜਾ ਕੰਟੈਂਟ ਜਿਹੜਾ ਹੈਗਾ ਸਾਡੇ ਭਾਈਚਾਰੇ ਦੇ ਖਿਲਾਫ ਚੱਲਦਾ ਸੀ। ਇੱਕ ਪ੍ਰਧਾਨ ਮੰਤਰੀ ਦੀ ਅਸਫਲਤਾ ਦੇ ਚੱਲਦਿਆਂ ਉਹ ਤੋਂ ਅਸਤੀਫਾ ਮੰਗਣਾ, ਇਹ ਲੋਕਾਂ ਦਾ ਇੱਕ ਰਾਈਟ ਹੈ, ਲੋਕ ਕਰ ਸਕਦੇ ਆ। ਜਿਹੜਾ ਵੀ ਉਹਨਾਂ ਨੂੰ ਪਲੇਟਫਾਰਮ ਮਿਲਦਾ ਉਸ ਪਲੇਟਫਾਰਮ ਦੇ ਰਾਹੀਂ ਉਹ ਗੱਲ ਕਹਿੰਦੇ ਹੈ, ਉਹ ਆਪਣੀ ਗੱਲ ਕਹਿੰਦੇ ਹੈ। ਲੇਕਿਨ ਉਹ ਜਿਹੜੀ ਉਹਨਾਂ ਦੀ ਗੱਲ ਕਹੀ ਜਾਂਦੀ ਹੈ, ਉਹਨਾਂ ਦਾ ਗਲਾ ਘੁੱਟ ਦੇਣਾ, ਉਹਨਾਂ ਨੂੰ ਗੱਲ ਕਹਿਣ ਨਾ ਦੇਣੀ, ਮੇਰਾ ਖਿਆਲ ਹੈ ਇਦੋਂ ਵੱਡੀ ਤਰਸਦਾਰੀ ਤਾਂ ਨਹੀਂ ਹੋ ਸਕਦੀ ਕੋਈ। ਇਹ ਤੋਂ ਪਹਿਲਾਂ ਵੀ ਚੰਦੀ ਸਾਹਿਬ ਤੁਸੀਂ ਦੇਖਿਆ ਹੋਣਾ, ਇੱਕ BBC ਜਿਹੜੀ ਫੇਸਬੁੱਕ ਦੀ ਇੰਚਾਰਜ ਸੀ ਭਾਰਤ ਦੇ ਵਿੱਚ, ਔਰ ਉਹਨੇ ਚੋਣਾਂ ਤੋਂ ਪਹਿਲਾਂ ਕਿਸ ਕਿਸਮ ਦਾ ਮਾਹੌਲ ਸਿਰਜਿਆ ਸੀ, ਕਿਹੜੀਆਂ ਪੋਸਟਾਂ ਲੱਗਣਗੀਆਂ, ਕਿਹੜੀਆਂ ਪੋਸਟਾਂ ਡਿਲੀਟ ਕਰਨੀਆਂ, ਕੀ ਕੁਝ ਕਰਨਾ, ਭਾਰਤੀ ਜਨਤਾ ਪਾਰਟੀ ਦੀ ਮਦਦ ਕਰਨੀ ਹੈ, ਇਹ ਸਾਰਾ ਕੁਝ ਜਿਹੜਾ ਉਹਨੇ ਆਪਣਾ ਚਿੱਠੀ ਪੱਤਰ ਜਿਹੜੀ ਲਿਖਤ ਪੜਤ ਕੀਤੀ ਸੀ ਉਹ ਜਨਤਕ ਹੋ ਗਿਆ ਸੀ। ਉਸ ਤੋਂ ਬਾਅਦ ਫਿਰ ਉਸ ਬੀਬੀ ਨੂੰ ਹਟਾਉਣਾ ਪੈ ਗਿਆ ਸੀ। ਜੇ ਦੇਖੀਏ ਆਪਾਂ ਤਾਂ ਸ਼ੁਰੂ ਤੋਂ ਹੀ ਭਾਰਤ ਸਰਕਾਰ ਦਾ ਦਬਾਅ ਜਿਹੜਾ ਹੈਗਾ ਫੇਸਬੁੱਕ, WhatsApp, ਇਹਨਾਂ ਨੂੰ ਝੱਲਣਾ ਪੈਂਦਾ ਹੈ। ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖਦੇ ਹਾਂ ਕਿ ਜਿਹੜਾ ਸੋਸ਼ਲ ਮੀਡੀਆ ਵੱਲੋਂ ਕਈ ਵਾਰੀ ਚੰਗਾ ਪ੍ਰਚਾਰ ਕੀਤਾ ਜਾਂਦਾ ਤੇ ਕਈ ਵਾਰੀ ਮਾੜਾ ਕੀਤਾ ਜਾਂਦਾ, ਖਾਸ ਕਰਕੇ ਜਦੋਂ ਚੰਗੇ ਕੋਈ ਜਰਨਲਿਸਟ, ਚੰਗੇ ਕੋਈ ਬੁੱਧੀਜੀਵੀ ਗੱਲ ਕਰਦੇ ਆ ਤੇ ਉਹਨਾਂ ਦੇ ਖਿਲਾਫ ਚਾਦਮਾਰੀ ਸ਼ੁਰੂ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ। ਬੜੇ ਵਾਰੀ ਮੈਂ ਰਵੀਸ਼ ਕੁਮਾਰ ਨੂੰ ਸੁਣਦਾ ਦੇਖਿਆ। ਰਵੀਸ਼ ਕੁਮਾਰ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਗੋਦੀ ਮੀਡੀਆ, WhatsApp ਯੂਨੀਵਰਸਿਟੀ, ਜੇ ਅਸੀਂ ਇਹਨੂੰ ਜਿਹੜਾ ਦੇਖਣਾ ਬੰਦ ਕਰ ਦਈਏ ਤਾਂ ਸਾਡੀ ਮਾਨਸਿਕਤਾ ਦੇ ਵਿੱਚ ਕਿਸੇ ਕਿਸਮ ਦਾ ਵਿਗਾੜ ਨਹੀਂ ਹੁੰਦਾ। ਲੇਕਿਨ ਸਾਡੀ ਮਾਨਸਿਕਤਾ ਦੇ ਵਿੱਚ ਇਹ ਵਿਗਾੜ ਪਾਇਆ ਜਾ ਰਿਹਾ ਹੈ ਔਰ ਉਹਦਾ ਅਸੀਂ ਸ਼ਿਕਾਰ ਹੋ ਰਹੇ ਹਾਂ। ਇਹ ਵੀ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਇਹ ਜਿਹੜੇ ਹੈਗੇ ਆ ਫੇਸਬੁੱਕ ਹੋ ਗਿਆ, WhatsApp ਹੋ ਗਿਆ, Instagram ਵਗੈਰਾ, ਇਹ ਸਾਰੇ ਦੇ ਸਾਰੇ ਕੋਈ ਆਮ ਸਧਾਰਨ ਬੰਦਾ ਤਾਂ ਨਹੀਂ, ਤਾਂ ਕਾਰਪੋਰੇਟ ਘਰਾਣੇ ਚਲਾਉਂਦੇ, ਔਰ ਇਹਦੇ ਕਾਰਪੋਰੇਟ ਹੈ। ਕਾਰਪੋਰੇਟ ਕਦੇ ਵੀ ਸਰਕਾਰਾਂ ਦੇ ਨਾਲ ਮਿਲੀ ਭੁਗਤ ਤੋਂ ਬਗੈਰ ਨਹੀਂ ਚੱਲ ਸਕਦੇ ਹੁੰਦੇ। ਸੋ ਇਹਦੇ ਨਾਲ ਜਿੰਨਾ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿ ਸਾਡੀ ਬਦਨਾਮੀ ਹੈ ਜਿਹੜੀ ਉਹ ਰੁਕ ਜਾਵੇ, ਲੇਕਿਨ ਇਹ ਬਦਨਾਮੀ ਰੁਕੀ ਨਹੀਂ। ਬਦਨਾਮੀ ਹੋਰ ਵੱਡੇ ਪੱਧਰ ਤੇ ਹੋਈ ਹੈ ਕਿ ਨਰਿੰਦਰ ਮੋਦੀ ਨੇ ਆਪਣਾ ਅਸਰ ਸੂਖ ਵਰਤ ਕੇ ਹੈਸ਼ਟੈਗ ਜਿਹੜਾ ਅਸਤੀਫਾ ਮੰਗਣ ਵਾਲਾ ਹੈਸ਼ਟੈਗ ਸੀ ਉਹ ਬੰਦ ਕਰਵਾਤਾ ਸੀ ਤੋਂ ਫੇਸਬੁੱਕ ਵਾਲਿਆਂ ਤੋਂ, ਪਰ ਹੁਣ ਦੁਬਾਰਾ ਖੁੱਲਣ ਦੇ ਨਾਲ ਉਡੀ ਹੀ ਸਪੀਡ ਦੇ ਨਾਲ ਉਹ ਫੇਰ ਚੱਲਿਆ ਹੋਇਆ ਹੈ। ਔਰ ਬੜੇ ਵੱਡੇ ਪੱਧਰ ਤੇ ਹੁਣ ਤਾਂ ਖਬਰਾਂ ਇਹ ਵੀ ਆ ਗਈਆਂ ਕਿ RSS ਦੇ ਅੰਦਰੋਂ ਵੀ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ। RSS ਦਾ ਇੱਕ ਤਰ੍ਹਾਂ ਇਹ ਸਮਝਦਾ ਕਿ ਜਿਸ ਢੰਗ ਦੇ ਨਾਲ ਨਜਿੱਠਿਆ ਜਾ ਰਿਹਾ ਕੋਰੋਨਾ ਵਾਲਾ ਜਿਹੜਾ ਮੁੱਦਾ ਹੈ, ਇਹਦੇ ਚ ਨਰਿੰਦਰ ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਵੀ ਹੈ। ਅੱਜ ਦੇ ਅਖਬਾਰਾਂ ਦੇ ਵਿੱਚ ਇਹਦੇ ਤੇ ਜਿਹੜੀ ਹੈਗੀ ਆ, ਕਿਉਂਕਿ ਆਪਣੇ ਕੋਲੇ ਲੇਟ ਆਈ ਸੀ ਖਬਰ, ਮੋਦੀ ਦੇ ਕੋਰੋਨਾ ਨਾਲ ਨਜਿੱਠਣ ਦੇ ਤਰੀਕੇ ਤੋਂ ਸੰਘ ਵੀ ਔਖਾ। ਸੰਘ ਨੇ ਆਪਣੇ ਆਗੂ ਦੇ ਬਿਆਨ ਤੋਂ ਦੂਰੀ ਬਣਾਈ। ਦਿੱਲੀ ਦੇ ਭਾਜਪਾ ਆਗੂਆਂ ਨੇ
ਤੇ ਉਠਾਏ ਸੀ ਸਵਾਲ। ਇਹ ਇੱਕ ਸੰਘ ਦਾ ਇੱਕ ਜਿਹੜਾ ਹੈਗਾ ਲੀਡਰ ਹੈ, ਉਹਨੇ ਇਸ ਗੱਲ ਤੇ ਕਿਹਾ ਸੀ ਕਿ ਜੀ ਇਹ ਗੱਲ ਠੀਕ ਨਹੀਂ ਹੈਗੀ ਜਿਸ ਢੰਗ ਦੇ ਨਾਲ ਮੋਦੀ ਚੱਲਦਾ ਹੈ। ਤੇ ਮੋਦੀ ਤੋਂ ਜਿਹੜੀਆਂ ਹੈਗੀਆਂ ਅਸਤੀਫਾ ਮੰਗਣ ਵਾਲੀਆਂ ਕੱਲੀ ਫੇਸਬੁੱਕ ਨੇ ਜਿੰਨੀਆਂ ਵੀ ਪੋਸਟਾਂ ਚੱਲਦੀਆਂ ਸੀ ਉਹ ਲਗਭਗ ਸਾਰੀਆਂ ਹੀ ਇਹਨਾਂ ਨੇ ਬੰਦ ਕਰਤੀਆਂ ਸੀ, ਬਲੌਕ ਕਰਤੀਆਂ ਸੀ, ਪਰ ਬਾਅਦ ਦੇ ਵਿੱਚ ਜਿਹੜੀ ਗਲਤੀ ਮੰਨਦਿਆਂ ਫੇਸਬੁੱਕ ਨੇ ਉਹ ਬਹਾਲ ਕਰਤੀ ਹੈ ਜੀ। ਵਾਕਿਆ ਗੱਲ ਸਹੀ ਹੈ ਜੀ। ਢਿੱਲੋਂ ਸਾਹਿਬ, ਇੰਸਪੈਕਟਰ ਦੀ ਸ਼ਿਕਾਇਤ ਤੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਵੀਰ ਸਿੰਘ ਖਿਲਾਫ ਮਹਾਰਾਸ਼ਟਰ ਪੁਲਿਸ ਨੇ ਕੇਸ ਦਰਜ ਕੀਤਾ ਜੀ। ਬਿਲਕੁਲ ਜੀ, ਮਹਾਰਾਸ਼ਟਰ ਦਾ ਆਦਮ ਜਿਹੜਾ ਹੈਗਾ ਬਾਬਾ ਆਦਮ ਹੈ ਉਹ ਬੜਾ ਨਿਰਾਲਾ ਹੈ। ਉਹ ਅਸਲ ਦੇ ਵਿੱਚ ਇਹ ਹੈ ਕਿ ਪਰਮਵੀਰ ਸਿੰਘ ਇਹ ਉਹੀ ਪਰਮਵੀਰ ਸਿੰਘ ਹੈ ਜਿਹੜਾ ਜਦੋਂ ਦੇਵੇਂਦਰ ਫੜਨਵੀਸ ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਹੁੰਦਾ ਸੀ ਉਦੋਂ ਵੀ ਇਹ ਸੱਤਾ ਦੇ ਗਲਿਆਰਿਆਂ ਦੇ ਬਹੁਤ ਨੇੜੇ ਰਹਿੰਦਾ ਸੀ ਜੀ। ਤੁਸੀਂ ਦੇਖਿਆ ਹੋਣਾ ਸਚਿਨ ਦਵੇ ਕੁਛ ਇਹੋ ਜਿਹਾ ਨਾਂ ਸੀ ਇੱਕ ਪੁਲਿਸ ਇੰਸਪੈਕਟਰ ਦਾ, ਜਿਹੜਾ ਪੁਲਿਸ ਇੰਸਪੈਕਟਰ ਪਿਛਲੇ 14-15 ਸਾਲਾਂ ਤੋਂ ਸਸਪੈਂਡ ਤੁਰਿਆ ਆਉਂਦਾ ਸੀ ਔਰ ਅਚਨਚੇਤ ਜਦੋਂ ਉਧਵ ਠਾਕਰੇ ਦੀ ਸਰਕਾਰ ਆ ਜਾਂਦੀ ਹੈ ਉਹ ਇੰਸਪੈਕਟਰ ਬਹਾਲ ਹੋ ਜਾਂਦਾ ਹੈ ਤੇ ਫਿਰ ਉਹਨੂੰ ਬੜੇ ਮਹੱਤਵਪੂਰਨ ਅਹੁਦੇ ਦੇ ਉੱਤੇ ਨਿਯੁਕਤ ਕਰ ਦਿੱਤਾ ਜਾਂਦਾ ਹੈ ਜੀ। ਮੁਕੇਸ਼ ਅੰਬਾਨੀ ਦੇ ਘਰ ਦੇ ਕੋਲੇ ਇੱਕ ਸਕਾਰਪੀਓ ਗੱਡੀ ਖੜੀ ਹੁੰਦੀ ਹੈ ਜੀ। ਉਹ ਸਕਾਰਪੀਓ ਗੱਡੀ ਦੀ ਜਦੋਂ ਤਲਾਸ਼ੀ ਲਈ ਜਾਂਦੀ ਹੈ ਤੇ ਉਹਦੇ ਵਿੱਚੋਂ ਕੁਝ ਬਰੂਦੀ ਛੜਾ ਮਿਲਦੀਆਂ। ਉਹ ਬਰੂਦੀ ਛੜਾ ਮਿਲ ਕਰਕੇ ਕਿ ਐਡਾ ਵੱਡਾ ਜਿਹੜਾ ਹੈਗਾ ਕਾਰਪੋਰੇਟਰ ਹੈ ਇਹਦੇ ਘਰ ਕੋਲੇ ਇਹ ਗੱਡੀ ਆ ਕਿਵੇਂ ਗਈ ਤੇ ਉਹਦੀ ਪੜਤਾਲ ਵਗੈਰਾ ਜਦੋਂ ਸ਼ੁਰੂ ਹੋਈ ਉਸ ਪੜਤਾਲ ਦੇ ਵਿੱਚੋਂ ਚਲਦਿਆਂ ਗੱਲ ਜਿਹੜੀ ਹੈਗੀ ਹੈ ਉਹ ਸਚਿਨ ਤੇ ਆ ਗਈ ਕਿ ਇਹ ਸਚਿਨ ਜਿਹੜਾ ਹੈਗਾ ਇਹਦੇ ਤੇ ਕੁਝ ਕਰਦਾ ਕਰਾਉਂਦਾ ਹੈ। ਕਿਉਂਕਿ ਸਚਿਨ ਨੇ ਇੱਕ ਗਲਤੀ ਇਹ ਕੀਤੀ ਕਿ ਉਹ ਇੱਕ ਡੈਰੀ ਭੁੱਲ ਗਿਆ ਸੀ ਜਾਂ ਇੱਕ ਕਾਗਜ਼ ਭੁੱਲ ਗਿਆ ਸੀ ਆਪਣੀ ਗੱਡੀ ਦੇ ਵਿੱਚ। ਜਦੋਂ ਉਹਨੇ ਉਹ ਸਕਾਰਪੀਓ ਗੱਡੀ ਖੜੀ ਕੀਤੀ ਤੇ ਆਪਣੀ ਗੱਡੀ ਦੇ ਵਿੱਚੋਂ ਉਹ ਕਾਗਜ਼ ਕੱਢਣ ਵਾਸਤੇ ਗਿਆ, ਉਦੋਂ ਸੀਸੀਟੀਵੀ ਕੈਮਰੇ ਦੀ ਕਵਰੇਜ ਦੇ ਵਿੱਚ ਆ ਗਿਆ ਜੀ। ਬਾਅਦ ਦੇ ਵਿੱਚ ਜਦੋਂ ਇਹ ਮਾਮਲਾ ਉੱਪਰਲੇ ਪੱਧਰ ਤੇ ਚਲਾ ਗਿਆ, NIA ਕੋਲੇ ਚਲਾ ਗਿਆ ਤਾਂ NIA ਨੇ ਉਹਦੀ ਗ੍ਰਿਫਤਾਰੀ ਕਰ ਲਈ। ਜਿਸ ਬੰਦੇ ਦੀ ਗੱਡੀ ਸੀ ਉਹ ਗੱਡੀ ਵਾਲਾ ਬੰਦਾ ਵੀ ਗਾਇਬ ਹੋ ਗਿਆ ਸੀ ਤੇ ਉਹਦੀ ਵਾਈਫ ਨੇ ਇਹ ਇਲਜ਼ਾਮ ਲਾਇਆ ਸੀ ਕਿ ਸਚਿਨ ਨੇ ਹੀ ਮੇਰੇ ਹਸਬੈਂਡ ਨੂੰ ਬੁਲਾਇਆ ਸੀ ਔਰ ਲਾਸਟ ਗੱਲ ਹੈ ਜਿਹੜੀ ਉਹਦੇ ਦਫ਼ਤਰ ਦੇ ਕੋਲ ਹੀ ਹੋਈ ਹੈ। ਬਾਅਦ ਦੇ ਵਿੱਚ ਉਹਦੀ ਡੈਡ ਬੋਡੀ ਵੀ ਬਰਾਮਦ ਹੋ ਗਈ ਸੀ। ਉਹ ਤੋਂ ਬਾਅਦ ਬੜਾ ਭੁਚਾਲ ਆ ਗਿਆ ਸੀਗਾ ਮਹਾਰਾਸ਼ਟਰ ਦੀ ਰਾਜਨੀਤੀ ਦੇ ਵਿੱਚ। ਉਹਨਾਂ ਦਿਨਾਂ ਦੇ ਵਿੱਚ ਹੀ ਇਹ ਖਬਰ ਆ ਗਈ ਕਿ ਮਿਸਟਰ ਪਰਮਵੀਰ ਸਿੰਘ ਉਹਨੇ ਕਿਹਾ ਜੀ ਜਿਹੜਾ ਗ੍ਰਹਿ ਮੰਤਰੀ ਹੈ ਮਹਾਰਾਸ਼ਟਰ ਦਾ, ਉਹ ਗ੍ਰਹਿ ਮੰਤਰੀ ਨੇ ਇੱਕ ਵਾਰੀ ਪੁਲਿਸ ਅਫਸਰਾਂ ਨੂੰ ਬੁਲਾ ਕੇ ਸਿਸਟਮ ਨੂੰ ਇਗਨੋਰ ਕਰਕੇ ਜਿਹੜੀ ਕਮਾਂਡ ਚੇਨ ਆ ਉਹਨੂੰ ਇਗਨੋਰ ਕਰਕੇ ਇਹ ਗੱਲ ਕਹੀ ਸੀ ਕਿ 100 ਕਰੋੜ ਰੁਪਇਆ ਇਕੱਤਰ ਕੀਤਾ ਜਾਵੇ। ਕਿੰਨਾ ਤੋਂ ਕੀਤਾ ਜਾਵੇ? ਮਾਲਾਂ ਵਾਲਿਆਂ ਤੋਂ ਕੀਤਾ ਜਾਵੇ, ਜਿਹੜੇ ਹੈਗੇ ਆ ਸਟਾਲਾਂ ਵਾਲਿਆਂ ਤੋਂ, ਹੋਟਲਾਂ ਵਾਲਿਆਂ ਤੋਂ, ਜਿੱਥੇ ਤੁਹਾਨੂੰ ਪਤਾ ਬੰਬੇ ਦੇ ਵਿੱਚ ਬੜਾ ਕੁਛ ਚੱਲਦਾ ਹੈ। ਆਰਥਿਕ ਰਾਜਧਾਨੀ ਆ, ਉਹ ਆਰਥਿਕ ਰਾਜਧਾਨੀ ਦੇ ਵਿੱਚ ਬਹੁਤ ਕੁਛ ਜਿਹੜਾ ਜਿਹਦੀਆਂ ਹਨੇਰੀਆਂ ਰਾਤਾਂ 'ਚ ਜੋ ਕੁਛ ਹੁੰਦਾ ਹੈ ਕਿ ਉੱਥੋਂ ਪੈਸਾ ਇਕੱਤਰ ਕੀਤਾ ਜਾਵੇ। ਕਿਉਂਕਿ ਉਹ ਤੋਂ ਪਹਿਲਾਂ ਪਰਮਵੀਰ ਦੇ ਉੱਤੇ ਸ਼ੱਕ ਪੈ ਗਿਆ ਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਾਲਿਆਂ ਨੂੰ ਕਿ ਜਿਹੜਾ ਬੰਦਾ 15-16 ਸਾਲ ਸਸਪੈਂਡ ਰਿਹਾ ਉਹਨੂੰ ਬਹਾਲ ਕੀਤਾ ਔਰ ਉਹਨੂੰ ਇੱਕ ਮਹੱਤਵਪੂਰਨ ਡਿਪਾਰਟਮੈਂਟ ਦਾ ਇੰਚਾਰਜ ਬਣਾਤਾ। ਜਿਹੜੇ ਡਿਪਾਰਟਮੈਂਟ ਦਾ ਇੰਚਾਰਜ ਕੋਈ ਅਫਸਰ ਹੋਣਾ ਚਾਹੀਦਾ ਸੀ। ਇਹਦਾ ਕਾਰਨ ਕੀ ਹੈ? ਪਰਮਵੀਰ ਦੀ ਪੁੱਛਗਿੱਛ ਦਾ ਗੱਲ ਕੀਤੀ, ਪਰਮਵੀਰ ਦੇ ਨਾਲ ਦੀ ਨਾਲ ਹੀ ਉਹਨੇ ਆਪਣਾ ਪਾਲਾ ਬਦਲਿਆ। ਪਹਿਲਾਂ ਵੀ ਉਹ ਨੇੜੇ ਸੀਗਾ ਭਾਰਤੀ ਜਨਤਾ ਪਾਰਟੀ ਦੇ ਤੇ ਫਿਰ ਉਹਨੇ ਆ ਕੇ ਇਹ ਇਲਜ਼ਾਮ ਲਾਤਾ। ਇਹ ਇਲਜ਼ਾਮ ਲੱਗਣ ਤੋਂ ਬਾਅਦ ਪਰਮਵੀਰ ਨੂੰ ਹਟਾ ਦਿੱਤਾ ਗਿਆ, ਉਹਨੂੰ ਲਾਂਭੇ ਕਰ ਦਿੱਤਾ ਸੀ। ਮਾਮਲਾ ਕੋਰਟ ਤੱਕ ਗਿਆ, ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ, ਪਟੀਸ਼ਨ ਸੁਪਰੀਮ ਕੋਰਟ ਚੋਂ ਹਾਈ ਕੋਰਟ 'ਚ ਆ ਗਈ। ਹਾਈ ਕੋਰਟ ਤੋਂ ਬਾਅਦ ਫਿਰ ਇਸ ਮਾਮਲੇ ਦੀ ਪੜਤਾਲ ਹੈ ਜਿਹੜੀ ਉਹ CBI ਨੂੰ ਸੌਂਪ ਦਿੱਤੀ ਔਰ CBI ਨੇ ਫਿਰ ਕੇਸ ਰਜਿਸਟਰ ਕਰ ਲਿਆ ਗ੍ਰਹਿ ਮੰਤਰੀ ਦੇ ਖਿਲਾਫ ਔਰ ਉਹ ਗ੍ਰਹਿ ਮੰਤਰੀ ਦੇ ਖਿਲਾਫ ਜਿਹੜਾ ਕੇਸ ਰਜਿਸਟਰ ਹੋਇਆ ਉਹਦਾ ਨਤੀਜਾ ਹੋਇਆ ਕਿ ਉਹਨੂੰ ਅਸਤੀਫਾ ਵੀ ਦੇਣਾ ਪੈ ਗਿਆ। ਵੈਸੇ ਅਸਤੀਫਾ ਉਹਨੇ ਪਹਿਲਾਂ ਹੀ ਦਿੱਤਾ ਸੀ ਕੇਸ ਰਜਿਸਟਰ ਹੋਣ ਤੋਂ ਬਾਅਦ। ਤੇ ਇਹਦੇ ਨਾਲ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੇ ਉਧਵ ਠਾਕਰੇ ਦੀ ਸਰਕਾਰ ਤੇ ਜਿਹੜੀ ਹੈਗੀ ਹੈ ਨੈਸ਼ਨਲਿਸਟ ਕਾਂਗਰਸ ਪਾਰਟੀ ਸ਼ਰਦ ਪਵਾਰ ਉਹਦੇ ਖਿਲਾਫ ਬਹੁਤ ਵੱਡਾ ਹਮਲਾ ਸ਼ੁਰੂ ਕੀਤਾ ਹੋਇਆ। ਹੁਣ ਉਹਨੂੰ ਕਾਊਂਟਰ ਕਰਨ ਵਾਸਤੇ ਇੱਕ ਹੋਰ ਪੁਲਿਸ ਇੰਸਪੈਕਟਰ ਤੋਂ ਐਪਲੀਕੇਸ਼ਨ ਲੈ ਰਹੀ, ਕਿਹਾ ਗਿਆ ਕਿ ਉਹਨੇ ਸ਼ਿਕਾਇਤ ਕੀਤੀ ਹੈ। ਪਰ ਮੇਰਾ ਮੰਨਣਾ ਰਾਜਨੀਤੀ ਦੇ ਵਿੱਚ ਸ਼ਿਕਾਇਤ ਕਿਸੇ ਪੁਲਿਸ ਇੰਸਪੈਕਟਰ ਦੀ ਕੋਈ ਪਹੁੰਚ ਨਹੀਂ ਹੁੰਦੀ, ਭਾਵੇਂ ਪਹਿਲਾਂ ਹੋਵੇ ਕੁਛ ਵੀ ਹੈ। ਉਹ ਕਹਿੰਦੇ ਜੀ ਉਹਨੇ ਇੱਕ ਐਪਲੀਕੇਸ਼ਨ ਪਹਿਲਾਂ ਵੀ ਦਿੱਤੀ ਸੀ, ਸ਼ਾਇਦ ਇੱਕ ਤਾਜ਼ਾ ਵੀ ਲੈ ਲਈ ਹੈ ਔਰ ਤਾਜ਼ਾ ਐਪਲੀਕੇਸ਼ਨ ਲੈਣ ਤੋਂ ਬਾਅਦ ਜਿਹੜਾ ਸਾਬਕਾ ਪੁਲਿਸ ਕਮਿਸ਼ਨਰ ਪਰਮਵੀਰ ਤੇ ਕਈ ਹੋਰ ਪੁਲਿਸ ਅਫਸਰ ਹੈ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਹੈ। ਕੇਸ ਕੀ ਰਜਿਸਟਰ ਕੀਤਾ ਹੈ? ਕਹਿੰਦੇ ਜੀ ਕਿਸੇ ਕੇਸ ਦੇ ਵਿੱਚ ਪਰਮਵੀਰ ਨੇ ਕਿਹਾ ਸੀ ਕਿ ਇਹਨਾਂ ਬੰਦਿਆਂ ਨੂੰ ਰਿਆਇਤ ਦਿੱਤੀ ਜਾਵੇ ਤੇ ਮੈਂ ਰਿਆਇਤ ਦੇਣ ਤੋਂ ਇਨਕਾਰ ਕਰਤਾ ਸੀ। ਉਸ ਇਨਕਾਰ ਦੇ ਚਲਦਿਆਂ
ਮੈਨੂੰ ਇਹਨਾਂ ਨੇ ਖੇ ਖਰਾਬ ਕੀਤਾ ਸੀ, ਮੋਟਾ ਪੈਸਾ ਲਿਆ ਸੀ ਇਹਨਾਂ ਬੰਦਿਆਂ ਤੋਂ, ਕਰਪਸ਼ਨ ਕੀਤੀ ਹੈ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹਦੇ ਆਧਾਰ ਦੇ ਉੱਤੇ ਉਹ ਕੇਸ ਰਜਿਸਟਰ ਕਰ ਲਿਆ ਜੀ। ਅਸਲ ਦੇ ਵਿੱਚ ਗੱਲ ਹੈ, ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਇਹ ਰਾਜਨੀਤਿਕ ਖੇਡਾਂ ਹੈ। ਜਦੋਂ ਪੁਲਿਸ ਅਧਿਕਾਰੀ ਰਾਜਨੀਤੀ ਦੇ ਵਿੱਚ ਪੈਰ ਮਾਰਨਾ ਸ਼ੁਰੂ ਕਰ ਦੇਣ, ਰਾਜਨੀਤੀ ਦੇ ਚੱਲਦਿਆਂ ਸਾਰਾ ਕੁਝ ਕਰਦੇ ਨੇ। ਸ਼ਰੇਆਮ ਇਲਜ਼ਾਮ ਲੱਗੇ ਪਰਮਵੀਰ ਦੇ ਖਿਲਾਫ ਕਿ ਪਰਮਵੀਰ ਨੇ ਇਹ ਜਿਹੜੇ ਦੋਸ਼ ਆਪਣੇ ਗ੍ਰਹਿ ਮੰਤਰੀ ਦੇ ਖਿਲਾਫ ਲਾਏ ਸੀ, ਉਹ ਇਹ 70 ਵਜੇ ਵਾਲੇ ਕੇਸ ਤੋਂ ਪਹਿਲਾਂ ਉਹ ਜਿਹੜੇ ਉਹਨੇ ਲਾਏ ਸੀ, ਉਹ ਤੋਂ ਪਹਿਲਾਂ ਉਹਨੇ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਲੀਡਰ ਦੇ ਨਾਲ ਦਿੱਲੀ ਜਾ ਕੇ ਗੱਲ ਕੀਤੀ ਸੀ ਔਰ ਦਿੱਲੀ ਜਾ ਕੇ ਗੱਲ ਕਰਨ ਤੋਂ ਬਾਅਦ ਉਹਨੇ ਸਾਰਾ ਕੁਝ ਕੀਤਾ। ਕਿਉਂਕਿ ਇਹ ਆਪਾਂ ਨੂੰ ਮੰਨਣਾ ਪੈਣਾ ਹੈ ਕਿ ਜਿਹੜੀ ਉद्धਵ ਠਾਕਰੇ ਦੀ ਸਰਕਾਰ ਹੈ, ਇਹ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਦੀਆਂ ਅੱਖਾਂ ਦੇ ਵਿੱਚ ਰੜਕਦੀ ਬਹੁਤ ਬੁਰੀ ਤਰ੍ਹਾਂ, ਕਿਉਂਕਿ ਪਿਛਲੀ ਵਾਰੀ ਜਿਹੜੀ ਦੇਵੇਂਦਰ ਫਡਨਵੀਸ ਦੀ ਸਰਕਾਰ ਹੁੰਦੀ ਸੀ, ਉਹ ਸਰਕਾਰ ਵੀ ਬੀਜੇਪੀ ਤੇ ਸ਼ਿਵ ਸੈਨਾ ਦੀ ਸਾਂਝੀ ਸਰਕਾਰ ਸੀ। ਇਲੈਕਸ਼ਨ ਇਹਨਾਂ ਨੇ ਸਾਂਝੇ ਤੌਰ ਤੇ ਲੜੀ ਸੀ, ਲੇਕਿਨ ਸ਼ਿਵ ਸੈਨਾ ਵਾਲੇ ਚਾਹੁੰਦੇ ਸੀ ਕਿ ਮੁੱਖ ਮੰਤਰੀ ਦਾ ਅਹੁਦਾ ਸਾਨੂੰ ਦਿੱਤਾ ਜਾਵੇ ਔਰ ਇਹਦੇ ਤੇ ਜਿਹੜੀ ਹੈ ਬਾਰੀ ਨਾਲ ਆਪਾਂ ਰਾਜ ਭਾਗ ਚਲਾਈਏ। ਇੱਕ ਵਾਰੀ ਮੁੱਖ ਮੰਤਰੀ ਸ਼ਿਵ ਸੈਨਾ ਦਾ ਤੇ ਦੂਜੀ ਵਾਰੀ ਬੀਜੇਪੀ ਦਾ। ਬੀਜੇਪੀ ਨਹੀਂ ਮੰਨੀ, ਤੋੜ-ਫੋੜ ਕੀਤੀ ਉਹਨਾਂ ਨੇ, ਤਿਕੜਮਬਾਜ਼ੀ ਕੀਤੀ ਉਹਨਾਂ ਨੇ। ਕਾਂਗਰਸ ਤੋਂ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਸ਼ਰਦ ਪਵਾਰ ਦੀ ਜਿਹੜੀ ਉਹਨਾਂ ਤੋਂ ਮਦਦ ਲੈ ਲਈ, ਉਹਨਾਂ ਦੇ ਨਾਲ ਸਾਂਝੀ ਕੋਲੀਸ਼ਨ ਬਣਾ ਲਈ ਔਰ ਉਸ ਕੋਲੀਸ਼ਨ ਤੋਂ ਬਾਅਦ ਇਹ ਹੁਣ ਪੂਰੀ ਤਰ੍ਹਾਂ ਜਿਹੜੀ ਹੈਗੀ ਬੀਜੇਪੀ ਲੱਗੀ ਹੋਈ ਹੈ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜੀ ਹੈਗੀ ਹੈ ਉद्धਵ ਠਾਕਰੇ ਨੂੰ ਡੀਸਟੇਬਲਾਈਜ਼ ਕਰਕੇ ਤੇ ਆਪ ਦੀ ਸਰਕਾਰ ਦੁਬਾਰਾ ਫੇਰ ਬਣਾਈ ਜਾਵੇ। ਰਾਜਨੀਤਿਕ ਪੰਡਤਾਂ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਹੈ ਉਹ ਹੈ ਕਿ ਜਿਹੜੇ ਅੱਜ ਕੱਲ ਇਲੈਕਸ਼ਨ ਮੁਕੰਮਲ ਹੋ ਗਈ, ਬੰਗਾਲ ਦੇ ਵਿੱਚ 8ਵੇਂ ਪੜਾਅ ਦੀਆਂ ਚੋਣਾਂ ਹੋ ਚੁੱਕੀਆਂ ਔਰ 2 ਮਈ ਨੂੰ ਜਿਹੜੀ ਹੈਗੀ ਹੈ ਉਹ ਗਿਣਤੀ ਹੋਣੀ ਹੈ। 2 ਮਈ ਨੂੰ ਰਿਜ਼ਲਟ ਕੀ ਆਉਂਦੇ ਹੈ? 2 ਸੂਬੇ ਦਾ ਰਿਜ਼ਲਟ ਤਾਂ ਬਿਲਕੁਲ ਸਾਫ਼ ਆਇਆ ਪਿਆ, ਜਿਹੜਾ ਦੱਸ ਦਿੱਤਾ ਐਗਜ਼ਿਟ ਪੋਲ ਵਾਲਿਆਂ ਨੇ ਕਿ ਕੇਰਲਾ ਦੇ ਵਿੱਚ ਖੱਬੇ ਪੱਖੀ ਦੁਬਾਰਾ ਫੇਰ ਆ ਰਹੀ ਹੈ, ਉੱਥੇ ਬੀਜੇਪੀ ਦਾ ਕੱਖ ਨਹੀਂ ਬਣ ਰਿਹਾ, ਕਾਂਗਰਸ ਵੀ ਜਾ ਰਹੀ ਹੈ। ਤਾਮਿਲਨਾਡੂ ਦੀ ਹਾਲਤ ਇਹ ਹੈ ਕਿ ਉੱਥੇ ਜਿਹੜੀ ਹੈਗੀ ਹੈ ਬੀਜੇਪੀ ਦੀ ਅਗਵਾਈ ਵਾਲਾ ਜਿਹੜਾ ਐਨਡੀਏ ਫਰੰਟ ਆ ਬਹੁਤ ਬੁਰੀ ਤਰ੍ਹਾਂ ਪਛੜ ਗਿਆ। ਉੱਥੇ ਡੀਐਮਕੇ ਦਾ ਮੁੱਖ ਜਿਹੜਾ ਹੈਗਾ ਪ੍ਰੈਜ਼ੀਡੈਂਟ ਸਟਾਲਿਨ, ਕਰੁਣਾਨਿਧੀ ਦਾ ਮੁੰਡਾ, ਉਹ ਕਹਿੰਦੇ ਪਾਵਰ ਦੇ ਵਿੱਚ ਆ ਰਿਹਾ। ਹੁਣ ਜਿਹੜੇ ਐਗਜ਼ਿਟ ਪੋਲ ਆਏ ਆ, ਉਹ ਐਗਜ਼ਿਟ ਪੋਲ ਦੇ ਵਿੱਚ ਸਾਰੇ ਐਗਜ਼ਿਟ ਪੋਲ ਹੀ ਇਹ ਗੱਲ ਕਹਿੰਦੇ ਆ ਕਿ ਬਹੁਤ ਵੱਡੀ ਬਹੁ ਗਿਣਤੀ ਦੇ ਨਾਲ ਉਹ ਅੱਗੇ ਆ ਰਿਹਾ। ਹੁਣ ਇਹ ਕਿ ਉਹਦੇ ਕੋਲੇ ਮੈਜੋਰਿਟੀ ਕਿੰਨੀ ਹੋਵੇ, 2/3 ਹੋਵੇ ਕਿ ਕਿੰਨੀ ਹੋਵੇ, ਇਸ ਗੱਲ ਦੇ ਉੱਤੇ ਮਤਭੇਦ ਆ। ਪਰ ਇਸ ਗੱਲ ਤੇ ਕੋਈ ਮਤਭੇਦ ਨਹੀਂ ਕਿ ਤਾਮਿਲਨਾਡੂ ਦੇ ਵਿੱਚ ਬੀਜੇਪੀ ਤੇ ਉਹਦੇ ਜਿਹੜੀਆਂ ਅਲਾਈਡ ਪਾਰਟੀਆਂ ਉਹਦਾ ਸਫਾਇਆ ਹੋ ਗਿਆ। ਜਿਹੜੀ ਪਾਂਡੂ ਪੁੰਡੀਚੇਰੀ ਹੈ, ਪਾਂਡੂ ਪੁੰਡੀਚੇਰੀ ਦੇ ਵਿੱਚ ਕਿਉਂਕਿ ਬੀਜੇਪੀ ਨੇ ਉੱਥੇ ਦਲ ਬਦਲੀ ਕਰਵਾ ਲਈ ਸੀ, ਉੱਥੇ ਬੀਜੇਪੀ ਦਾ ਹੱਥ ਉੱਪਰ ਹੈ। ਰਹਿ ਗਏ 2 ਸੂਬੇ, ਇੱਕ ਅਸਾਮ ਤੇ ਦੂਜਾ ਬੰਗਾਲ। ਬੰਗਾਲ ਦੇ ਬਾਰੇ ਇਹ ਆ ਰਿਹਾ ਕਿ ਮਮਤਾ ਦੀਦੀ ਦੀ ਪਾਵਰ ਪਹਿਲਾਂ ਨਾਲੋਂ ਘਟ ਰਹੀ ਹੈ, ਲੇਕਿਨ ਜ਼ਿਆਦਾਤਰ ਜਿਹੜੇ ਹੈਗੇ ਆ ਸਰਵੇਖਣ ਉਹ ਇਹੀ ਗੱਲ ਕਹਿੰਦੇ, ਐਗਜ਼ਿਟ ਪੋਲ ਇਹ ਕਹਿੰਦੇ ਆ ਕਿ ਮਮਤਾ ਬੈਨਰਜੀ ਦੀ ਪਾਰਟੀ TMC ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਰਹੀ ਹੈ। ਜੇ ਉਹ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਰਹੀ ਹੈ ਤਾਂ ਉਹ ਸਰਕਾਰ ਬਣਾ ਸਕਦੀ ਹੈ ਗੱਠਜੋੜ ਦੇ ਨਾਲ, ਖੱਬੇ ਪੱਖੀਆਂ ਨਾਲ ਤੇ ਕਾਂਗਰਸ ਨਾਲ ਕਰ ਸਕਦੀ ਹੈ ਵਗੈਰਾ ਵਗੈਰਾ। ਲੇਕਿਨ 1-2 ਐਗਜ਼ਿਟ ਪੋਲ ਇਹ ਗੱਲ ਕਹਿੰਦੇ ਆ ਕਿ ਉਹਨੂੰ ਕੱਲੀ ਨੂੰ ਬਹੁਤ ਮਿਲ ਜਾਣਾ ਹੈ। ਬੰਗਾਲ ਦੇ ਵਿੱਚ ਬੜੀ ਕਾਂਟੇ ਦੀ, ਆਪਣੇ ਅਸਾਮ ਦੇ ਵਿੱਚ ਬੜੀ ਕਾਂਟੇ ਦੀ ਟੱਕਰ ਹੈ। ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਆਪਾਂ ਜਦੋਂ ਇਹਨੂੰ ਦੇਖਦੇ ਆ ਨਾ ਜੀ, ਮਹਾਰਾਸ਼ਟਰ ਨੂੰ ਖੁਦਾ ਨਾ ਖਾਸਤਾ ਜੇ ਬੰਗਾਲ ਦੇ ਵਿੱਚੋਂ ਤੇ ਅਸਾਮ ਦੇ ਵਿੱਚੋਂ ਬੀਜੇਪੀ ਨੂੰ ਪਟਕਣੀ ਲੱਗ ਜਾਂਦੀ ਹੈ ਤਾਂ ਬੀਜੇਪੀ ਦੀ ਬਦਨਾਮੀ ਬਹੁਤ ਹੋਣੀ ਹੈ। ਫਿਰ ਉਸ ਬਦਨਾਮੀ ਨੂੰ ਰੋਕਣ ਵਾਸਤੇ ਬੀਜੇਪੀ ਦਾ ਯਤਨ ਇਹ ਹੋਊਗਾ ਕਿ ਮਹਾਰਾਸ਼ਟਰ ਦੇ ਵਿੱਚ ਭੰਨਤੋੜ ਕਰਕੇ ਉਹ ਸਰਕਾਰ ਤੁੜਵਾ ਦਿੱਤੀ ਜਾਵੇ ਤੇ ਜਿਹੜੀ ਹੈਗੀ ਦਲ ਬਦਲੀ ਕਰਕੇ ਆਪਦੀ ਸਰਕਾਰ ਬਣਾ ਲਈ ਜਾਵੇ, ਤਾਂ ਕਿ ਲੋਕਾਂ ਦੇ ਵਿੱਚ ਫੇਰ ਇਹ ਚਲਾ ਜਾਵੇ ਕਿ ਮੋਦੀ ਹੈ ਤਾਂ ਮੁਮਕਿਨ ਹੈ। ਆ ਦੇਖੋ ਜੀ, ਜੇ ਇੱਕ ਪਾਸੇ ਇਹਨਾਂ ਨੇ ਮਾਰ ਖਾ ਲਈ ਸੀ ਤਾਂ ਮਹਾਰਾਸ਼ਟਰ ਦੀ ਸਰਕਾਰ ਇਹਨਾਂ ਕੋਲ ਫੇਰ ਆ ਗਈ। ਇਸ ਲਈ ਆ ਜਿਹੜੀ ਕੇਸਾਂ ਦੀ ਜਿਹੜੀ ਦਰਜ ਹੋ ਗਏ ਜੀ, ਇਹਦੇ ਖਿਲਾਫ ਦਰਜ ਹੋ ਗਿਆ। ਮਹਾਰਾਸ਼ਟਰ ਦੀ ਰਾਜਨੀਤੀ ਦੇ ਵਿੱਚ ਇਹ ਚੀਜ਼ ਆਮ ਹੈ। ਇਹਦੇ ਤੇ ਚਾਹੇ ਬੀਜੇਪੀ ਵਾਲੇ ਹੈ ਤੇ ਚਾਹੇ ਉद्धਵ ਠਾਕਰੇ ਹੈ, ਇੱਕੋ ਸਿੱਕੇ ਦੇ ਦੋਨੋਂ ਪਹਿਲੂ ਹੈ ਜੀ। ਹਾਂ, ਵਾਕਿਆ ਗੱਲ ਸਹੀ ਹੈ ਜੀ। ਤੁਸੀਂ ਜੇ ਲਿਸਨ ਲਾਈਵ ਨੰਬਰਾਂ ਤੇ ਪ੍ਰੋਗਰਾਮ ਸੁਣਨਾ ਜੀ ਤੇ 905 670 1129 ਸਵੇਰ ਵਾਲਾ ਪ੍ਰੋਗਰਾਮ ਵੀ ਸੁਣ ਸਕਦੇ ਹੋ ਜੀ। ਕੈਨੇਡਾ ਦਾ ਨੰਬਰ 905 670 1129 ਤੇ USA ਦਾ ਜੀ 641 793 6412 ਤੇ ਇੰਗਲੈਂਡ ਦਾ ਪ੍ਰੋਗਰਾਮ ਨੰਬਰ ਹੈ ਜੀ 330 606 98 27 ਤੇ। ਢਿੱਲੋਂ ਸਾਹਿਬ, ਜਿਹੜਾ ਕੁੰਵਰ ਵਿਜੇ ਪ੍ਰਤਾਪ ਤੋਂ ਬਾਅਦ ਜਿਹੜਾ ਹਾਈ ਕੋਰਟ ਨੇ ਫੈਸਲਾ ਲਿਆ ਸੀਗਾ, ਉਹਨੇ ਜਿੱਥੇ ਅਕਾਲੀ ਦਲ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਤੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਵੀ ਨਹੀਂ ਰਿਹਾ। ਭਾਵੇਂ ਆਪਾਂ ਨਵਜੋਤ ਸਿੱਧੂ ਦੀ ਗੱਲ ਕਰੀਏ, ਭਾਵੇਂ ਆਮ ਵਿਧਾਇਕਾਂ ਦੀ ਗੱਲ ਕਰੀਏ, ਪ੍ਰਗਟ ਸਿੰਘ ਲਾ ਲਓ ਜਾਂ ਜਿੰਨੇ ਵੀ ਆ, ਹੁਣ ਕੈਪਟਨ ਅਮਰਿੰਦਰ ਸਿੰਘ ਨੇ
ਮਾਝੇ ਮਾਲਵੇ ਤੇ ਦੁਆਬੇ ਦੇ ਵਿਧਾਇਕਾਂ ਦੇ ਨਾਲ 20 ਕਰਕੇ ਸਾਰਿਆਂ ਦੇ ਨਾਲ ਉਹਨੇ ਵਰਚੁਅਲੀ ਜਿਹੜੀ ਮੀਟਿੰਗ ਕੀਤੀ ਆ। ਸਾਰੇ ਵਿਧਾਇਕਾਂ ਨੇ ਇਹ ਗੱਲ ਕਹੀ ਆ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜੇ ਆਪਾਂ ਪਿੰਡਾਂ ਦੇ ਵਿੱਚ ਜਾਣਾ, ਜੇ ਆਪਾਂ ਚਾਹੁੰਦੇ ਵੀ ਆਪਣੀ ਜਗ੍ਹਾ ਬਣੇ ਤੇ ਇਸ ਕੇਸ ਦਾ ਨਿਪਟਾਰਾ ਕਰਨਾ ਪੈਣਾ, ਨਹੀਂ ਤੇ ਪਿੰਡਾਂ 'ਚ ਲੋਕਾਂ ਨੇ ਅਕਾਲੀ ਦਲ ਵਾਲਾ ਆਪਣਾ ਹੱਲ ਕਰਨਾ, ਆਪਾਂ ਨੂੰ ਵੜਨ ਨਹੀਂ ਦੇਣਾ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਬੜਾ ਬੁਰੀ ਤਰ੍ਹਾਂ ਫਸ ਗਿਆ ਜੀ। ਦੇਖੋ ਗੱਲ ਇੱਕ ਹੈ ਜੀ, ਚਾਹੇ ਨਵਜੋਤ ਸਿੱਧੂ ਹੋਵੇ ਤੇ ਚਾਹੇ ਹੋਵੇ ਪ੍ਰਗਟ ਸਿੰਘ ਜੀ, MLA ਮਾਝੇ ਦੇ ਹੋਣ, ਦੁਆਬੇ ਦੇ ਹੋਣ ਤੇ ਚਾਹੇ ਹੁਣ ਮਾਲਵੇ ਦੇ ਜੀ, ਇੱਕ ਗੱਲ ਸਾਫ਼ ਤੇ ਸਪਸ਼ਟ ਹੈ, ਪੰਜਾਬ ਦੇ ਬੱਚੇ ਦੀ ਜ਼ੁਬਾਨ ਦੇ ਉੱਤੇ ਇਹ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਜੀ ਤੇ ਜਿਨ੍ਹਾਂ ਨੇ ਬੇਅਦਬੀ ਕਰਨ ਵਾਲਿਆਂ ਨਾਲ ਲਿਹਾਜ਼ੂ ਰਵੱਈਆ ਅਪਣਾਇਆ ਹੈ ਜੀ, ਉਹਨਾਂ ਨੂੰ ਥੋੜਾ ਜਿਹਾ ਸੇਕ ਲੱਗਣਾ ਚਾਹੀਦਾ ਹੈ। ਇਹ ਨਾ ਹੋਣ ਕਿ ਉਹ ਬੰਦੇ ਸੁੱਕੇ ਚਲੇ ਜਾਣ। ਇਹ ਇਕੱਲੀ MLA ਤਾਂ ਉਹ ਗੱਲ ਕਰਦੇ ਨੇ ਜਿਹੜੇ ਲੋਕ ਸੋਚਦੇ ਹੈ। MLA ਨੇ ਲੋਕਾਂ ਦੀ ਗੱਲ ਜਿਹੜੀ ਦੱਸੀ ਹੋਈ ਹੈ। ਜਿਹੜੇ ਹਾਲਾਤਾਂ ਦੇ ਵਿੱਚ ਆਪਾਂ ਦੇਖਿਆ ਕਿ ਇਹ ਫੈਸਲਾ ਆਇਆ ਹੈ, ਉਹ ਉਹਨਾਂ ਦੇ ਉੱਤੇ ਵੀ ਬਹੁਤ ਚਰਚਾ ਹੋ ਰਹੀ ਹੈ। ਭਾਈ ਰਣਜੀਤ ਸਿੰਘ ਹੁਣਾਂ ਨੇ ਜੋ ਇਲਜ਼ਾਮਾਤ ਲਾਏ ਹੈ, ਉਹਨਾਂ ਨੇ ਦੱਸਿਆ ਕਿ ਜੀ ਇਹ ਜਿਹੜੇ ਜੱਜ ਸਾਹਿਬ ਹੈ, ਇਸ ਜੱਜ ਸਾਹਿਬ ਦਾ ਜਿਹੜਾ ਹੈਗਾ ਸਬੰਧ ਪੁਰਾਣਾ, ਇਹ ਹਰਿਆਣੇ ਦੇ ਡਿਪਟੀ ਐਡਵੋਕੇਟ ਜਨਰਲ ਰਹੇ ਹੈ ਚਟਾਲਿਆਂ ਦੇ ਰਾਜ ਦੇ ਵਿੱਚ। ਚਟਾਲਿਆਂ ਤੇ ਬਾਦਲਾਂ ਦੀ ਪੂਰੀ ਨੇੜਤਾ ਹੈ, ਔਰ ਇਹੀ ਹੈ ਜਿਹੜੇ ਬਾਦਲਾਂ ਦੇ ਵਕੀਲ ਸੀ ਅਸ਼ੋਕ ਅਗਰਵਾਲ। ਇਸ ਕੇਸ ਦੇ ਵਿੱਚ ਵਕੀਲ ਤਾਂ ਕਾਫੀ ਸਾਰੇ ਹੈ, ਆਪਣੇ ਸਰਦਾਰ ਸਾਹਿਬ ਵੀ, RS ਚੀਮਾ ਸਾਹਿਬ ਵੀ ਬਾਦਲਾਂ ਦੇ ਵਕੀਲ ਸੀ, ਲੇਕਿਨ ਜਿਹਨੇ ਜ਼ਿਆਦਾ ਕੇਸ ਦੀ ਪੈਰਵੀ ਕੀਤੀ ਹੈ ਉਹ ਅਸ਼ੋਕ ਅਗਰਵਾਲ। ਅਸ਼ੋਕ ਅਗਰਵਾਲ ਵੀ ਉਸ ਵੇਲੇ ਜਿਹੜਾ ਹੈਗਾ ਹਰਿਆਣੇ ਦਾ ਐਡਵੋਕੇਟ ਜਨਰਲ ਹੁੰਦਾ ਸੀ, ਉਹ ਸੀਨੀਅਰ ਹੁੰਦਾ ਸੀ, ਔਰ ਰਾਜਵੀਰ ਸਿੰਘ ਸਹਿਰਾਵਤ ਜਿਨ੍ਹਾਂ ਨੇ ਫੈਸਲਾ ਸੁਣਾਇਆ ਜੱਜ ਸਾਹਿਬ ਨੇ, ਇਹ ਉਹਨਾਂ ਦੇ ਨੰਬਰ 2 ਹੁੰਦੇ ਸੀ। ਸੋ ਭਾਈ ਰਣਜੀਤ ਸਿੰਘ ਹੋਣੀ ਜਿਹੜੇ ਅੱਜ ਇਸ ਫੈਸਲੇ ਦੀਆਂ ਕਾਪੀਆਂ ਨੂੰ ਸਾੜ ਰਹੇ ਹੈ, ਫੈਸਲੇ ਨੂੰ ਅੱਜ ਸਾੜਨਗੇ 10-11 ਵਜੇ ਕੋਟਕਪੂਰੇ ਵਾਲੇ ਉਸੇ ਬੱਤੀਆਂ ਵਾਲੇ ਚੌਕ 'ਚ ਜਿੱਥੇ ਤਸ਼ੱਦਦ ਹੋਇਆ ਸੀ, ਜਿੱਥੇ ਤਾਕਤ ਦੀ ਵਰਤੋਂ ਕੀਤੀ ਸੀ ਪੁਲਿਸ ਨੇ। ਉਹਨਾਂ ਨੇ ਜਿਹੜਾ ਇਲਜ਼ਾਮ ਲਾਇਆ, ਉਸ ਇਲਜ਼ਾਮ ਤੋਂ ਬਾਅਦ ਇਹ ਪਤਾ ਲੱਗ ਗਿਆ ਕਿ ਬੜੀ ਮੈਨੇਜਮੈਂਟ ਦੇ ਨਾਲ ਇਹ ਸਾਰਾ ਕੁਝ ਹੋਇਆ। ਲੇਕਿਨ ਜਿਵੇਂ ਤੁਸੀਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਹਾਲਤ ਬਹੁਤ ਮਾੜੀ ਹੈ, ਬਹੁਤ ਜ਼ਿਆਦਾ। ਲੋਕ ਇਹ ਚਾਹੁੰਦੇ ਆ ਕਿ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ, ਵਾਅਦਾ ਪੂਰਾ ਕਿਉਂ ਨਹੀਂ ਕੀਤਾ? ਚਾਹੇ ਅਦਾਲਤ 'ਚ ਉਹ ਬੰਦੇ ਬਰੀ ਹੋ ਗਏ, ਜ਼ਿੰਮੇਵਾਰੀ ਤੋਂ ਤੁਸੀਂ ਵੀ ਬਚ ਨਹੀਂ ਸਕਦੇ। ਸੋ ਹੁਣ ਅਜੇ ਤੱਕ ਤੁਹਾਡੇ ਕੋਲ ਟਾਈਮ ਹੈਗਾ, ਜੇ ਤੁਸੀਂ ਇਹ ਟਾਈਮ ਦੀ ਵਰਤੋਂ ਨਹੀਂ ਕਰਦੇ, ਇਸ ਟਾਈਮ ਦੇ ਵਿੱਚ ਤੁਸੀਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ, ਤਾਂ ਅਜੇ ਤਾਂ ਤੁਹਾਡਾ ਰਾਜ ਭਾਗ ਹੈਗਾ, ਪੁਲਿਸ ਤੁਹਾਡੇ ਕੋਲੇ ਹੈਗੀ ਹੈ। ਤੁਸੀਂ ਜਿਹੜੀ 6 ਮਹੀਨਿਆਂ ਦੇ ਵਿੱਚ ਕਿਹਾ ਅਦਾਲਤ ਨੇ ਕਿ 6 ਮਹੀਨਿਆਂ ਦੇ ਵਿੱਚ ਜਿਹੜਾ ਕੇਸ ਦੀ ਮੁੜ ਜਾਂਚ ਕਰਕੇ ਤੇ ਜਿਹੜਾ ਅਗਲੀ ਕਾਰਵਾਈ ਕਰੋ, ਪੁਲਿਸ ਤੁਹਾਡੇ ਕੋਲੇ ਹੈ, ਸਾਰਾ ਕੁਛ ਹੈ। ਜੇ ਤੁਸੀਂ ਚਾਹੋ ਤਾਂ ਤੇਜ਼ੀ ਨਾਲ ਕੰਮ ਨੂੰ ਮੁਕਾ ਸਕਦੇ ਹੋ। ਜਿਹੜਾ ਕੰਮ ਅਦਾਲਤ ਕਹਿੰਦੀ ਹੈ 6 ਮਹੀਨਿਆਂ 'ਚ ਕਰੋ, ਤਾਂ 2.5 ਮਹੀਨੇ 'ਚ ਵੀ ਹੋ ਸਕਦਾ, ਮਹੀਨੇ 'ਚ ਵੀ ਹੋ ਸਕਦਾ ਹੈ। ਔਰ ਲੋਕ ਇਹ ਚਾਹੁੰਦੇ ਹੈ ਕਿ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਹੈ, ਇੱਕ ਵਾਰੀ ਉਹਨਾਂ ਨੂੰ ਜੇਲ੍ਹ ਦੀ ਦਾਲ ਪਿਆਈ ਜਾਵੇ, ਉਹਨਾਂ ਦੇ ਖਿਲਾਫ ਚਾਰਜ ਸ਼ੀਟ ਪੇਸ਼ ਕੀਤੀ ਜਾਵੇ। ਇਹ ਕਰਨਾ ਹੀ ਪੈਣਾ। ਹੁਣ ਮੂੰਹ 'ਚ ਕੋੜ ਕਿਰਲੀ ਆ ਗਈ ਜੀ, ਕਿਉਂਕਿ ਜਿਵੇਂ MLA ਹੈ, MLA ਲੋਕਾਂ ਦੀ ਗੱਲ ਦੱਸਦੇ ਹੈ, ਔਰ ਗੱਲ ਸੱਚੀ ਹੈ ਤੁਹਾਡੀ, ਅਸੀਂ ਵੀ ਲੋਕਾਂ 'ਚ ਰਹਿੰਦੇ। ਹਰ ਥਾਂ ਦੇ ਉੱਤੋਂ ਵਿਰੋਧ ਹੋ ਰਿਹਾ, ਕਿਸੇ ਨੇ ਪਿੰਡਾਂ 'ਚ ਨਹੀਂ ਵੜ ਦੇਣਾ, ਕਾਂਗਰਸੀਆਂ ਨੂੰ ਵੀ, ਅਕਾਲੀਆਂ ਨਾਲੋਂ ਵੀ ਭੈੜੀ ਹਾਲਤ ਹੋਊਗੀ। ਇਸ ਕਰਕੇ ਜੇ ਹੁਣ ਆਪਾਂ ਦੇਖੀਏ ਤਾਂ ਅਮਰਿੰਦਰ ਸਿੰਘ ਦਾ ਇੱਕ ਬਿਆਨ ਵੀ ਆ ਗਿਆ MLA ਦੇ ਨਾਲ ਗੱਲ ਕਰਨ ਤੋਂ ਬਾਅਦ। ਉਹਨੇ ਫਿਰ ਮੀਡੀਆ ਨਾਲ ਗੱਲ ਕੀਤੀ ਸੀ, ਉਹਦੇ ਵਿੱਚ ਵੀ ਉਹਨੇ ਕਿਹਾ ਜੀ ਇਹ ਤਾਂ ਹੁਣ ਸਾਰੇ ਸਬੂਤ ਆ ਗਏ ਆ ਜੀ, ਪੱਕਾ ਪਤਾ ਲੱਗ ਗਿਆ ਜੀ ਸਾਰਿਆਂ ਨੂੰ, ਇਹ ਤਾਂ ਤਫਤੀਸ਼ ਦੇ ਵਿੱਚ ਹੀ ਕਮਰ ਵਿਜੇ ਪ੍ਰਤਾਪ ਦੀ ਚ ਆ ਗਿਆ ਸੀ ਕਿ ਬਾਦਲਾਂ ਨੇ ਆਹ ਕੀਤਾ ਤੇ ਬਾਦਲਾਂ ਨੇ ਉਹ ਕੀਤਾ। ਇਹਦੇ ਤੋਂ ਲੱਗਦਾ ਇਹ ਹੈ ਕਿ ਹੁਣ ਉਸ ਪਾਸੇ ਨੂੰ ਗੱਲ ਵੱਧਦੀ ਹੈ, ਇਹ ਜਾਣਾ ਹੀ ਪੈਣਾ ਹੈ। ਇਹਨਾਂ ਨੂੰ ਚਾਰਜ ਸ਼ੀਟ ਇਹਨਾਂ ਦੇ ਖਿਲਾਫ ਪੇਸ਼ ਕਰਨੀ ਪੈਣੀ ਹੈ। ਉਹ ਕਰਦੇ, ਜੇ ਛੇਤੀ ਕਰ ਦੇਣਗੇ ਚੰਗੇ ਰਹਿਣਗੇ, ਜੇ ਲੇਟ ਕਰਨਗੇ ਤਾਂ ਫਿਰ ਉਦੋਂ ਤੱਕ ਇਹ ਹੋਊਗਾ ਵੀ ਆਪ ਪਛਤਾਏ ਹੋਤ ਕਿਆ ਜਦ ਚਿੜੀਆਂ ਚੁਗ ਗਈ ਖੇਤ। ਤੇ ਸਪਸ਼ਟ ਇਹ ਹੈ ਕਿ ਇਹਨਾਂ ਹਾਲਾਤ ਦੇ ਵਿੱਚ ਜੇ ਬਾਦਲ ਕੇ ਆਪਣਾ ਭੁਲੇਖਾ ਪਾਲ ਲੈਣ ਕਿ ਕੈਪਟਨ ਅਮਰਿੰਦਰ ਸਿੰਘ ਜਾਊਗਾ ਤੇ ਅਸੀਂ ਆ ਜਾਾਂਗੇ, ਗੱਲ ਉਹਨਾਂ ਦੀ ਵੀ ਨਹੀਂ ਬਣਦੀ, ਕਿਉਂਕਿ ਲੋਕ ਜਿਹੜੇ ਹੈਗੇ ਦੋਨਾਂ ਧਿਰਾਂ ਤੋਂ ਹੀ ਫਿਰ ਜਿਹੜੇ ਦੂਰੀ ਬਣਾ ਲੈਣਗੇ, ਔਰ ਲੋਕਾਂ ਨੇ ਫਿਰ ਦੋਨਾਂ ਧਿਰਾਂ ਨੂੰ ਸਬਕ ਸਿਖਾਉਣਾ ਹੈ ਜੀ। ਬਿਲਕੁਲ ਜੀ, ਨਾਲ ਹੀ ਇਹਦੇ ਇੱਕ ਮਿੰਟ 'ਚ ਖਬਰ ਆਪਾਂ ਸਾਂਝੀ ਕਰਦੇ ਹਾਂ ਜੀ। ਕਹਿੰਦੇ ਮੰਗਾਂ ਨਾ ਮੰਨੀਆਂ ਤਾਂ ਭਾਜਪਾ ਦੀਆਂ ਜੜ੍ਹਾਂ ਪੱਟ ਦਾਂਗੇ ਜੀ, ਬਲਵੀਰ ਰਾਜੋਵਾਲ ਨੇ ਵੀ ਬਿਆਨ ਦਿੱਤਾ ਜੀ। ਬਿਲਕੁਲ ਜੀ, ਬਿਲਕੁਲ ਉਹਨਾਂ ਦਾ ਵੀ ਆ ਗਿਆ, ਉਹਨਾਂ ਦਾ ਵੀ ਇਸ ਗੱਲ ਦੇ ਉੱਤੇ ਆ ਗਿਆ ਕਿ ਅਸੀਂ ਭਾਜਪਾ ਨੂੰ, ਕਿਉਂਕਿ ਇਹ ਤੋਂ ਪਹਿਲਾਂ ਜਿਹੜਾ ਹੈਗਾ ਉਹ ਆਪਣੀਆਂ ਮੰਗਾਂ ਦੇ ਹੱਕ ਤੱਕ ਸੀਗੇ ਕਿਸਾਨ, ਪਰ ਹੁਣ ਕਿਸਾਨਾਂ ਨੇ ਫੈਸਲਾ ਕਰ ਲਿਆ ਕਿ ਵੀ ਕੇਂਦਰ ਦੇ ਵਿੱਚ ਭਾਜਪਾ ਹੈ ਤੇ ਭਾਜਪਾ ਨੇ ਮੰਗਾਂ ਮੰਨਣੀਆਂ। ਜੇ ਉਹ ਮੰਗਾਂ ਨਹੀਂ ਮੰਨਦੀਆਂ ਤਾਂ ਫਿਰ ਅਸੀਂ ਉਹਨਾਂ ਦੀਆਂ ਜੜ੍ਹਾਂ ਪੱਟਣ ਵਾਸਤੇ ਵੀ ਕੰਮ ਕਰਾਂਗੇ। ਔਰ ਮੇਰੇ ਖਿਆਲ ਮੁਤਾਬਕ ਇਹਦੀ ਸ਼ੁਰੂਆਤ ਬੰਗਾਲ ਤੋਂ ਹੀ ਹੋਣੀ ਹੈ ਜੀ, ਕਿਉਂਕਿ ਵੋਟਾਂ ਪੈ ਚੁੱਕੀਆਂ। ਬੰਗਾਲ ਦੇ ਰਿਜ਼ਲਟ ਆਉਣਗੇ ਜਿਹੜੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਉਹਨਾਂ ਨੇ ਦੇਣੀ ਹੈ ਜੀ। ਬਿਲਕੁਲ ਜੀ, ਧੰਨਵਾਦ ਢਿੱਲੋਂ ਸਾਹਿਬ, ਇੰਨੀ ਭਰਪੂਰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।
ਸ਼ੁਕਰੀਆ ਜੀ, ਮਿਹਰਬਾਨੀ। ਜੀ ਦੋਸਤੋ, ਆਪਾਂ ਸਵੇਰੇ ਫਿਰ ਮਿਲਦੇ ਹਾਂ ਜੀ 9 ਵਜੇ ਤੋਂ ਲੈ ਕੇ 11 ਵਜੇ ਤੱਕ। ਮੈਨੂੰ ਵੀ ਇੱਥੇ ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿ ਸ਼੍ਰੀ ਅਕਾਲ।